ਅਸੀਂ 21ਵਾਂ ਜਿਹੜਾ ਹੈਗਾ ਜਪ ਬਾਣੀ ਦਾ 21ਵਾਂ ਅੰਕ ਲੈ ਰਹੇ ਹਾਂ, ਤੀਰਥ ਤਪ ਦਇਆ ਦਸਦਾਨ। ਤੇ ਇਸ ਤੋਂ ਪਹਿਲਾਂ ਮਹਾਰਾਜ ਨੇ ਦੱਸਿਆ ਸੀ ਬਈ ਇਹ ਆਪਾਂ ਜਿਹੜੇ ਹੈਗੇ ਮਾਲਕ ਨੇ ਐਸਾ ਚੋਗਾ ਖਿਲਾਰਿਆ ਹੋਇਆ ਆ, ਐਸਾ ਜਿਹੜਾ ਹੈਗਾ ਇਹ ਵਿਸ਼ੇ ਵਿਕਾਰਾਂ ਦਾ ਦੁਨੀਆ ਦੇ ਵਿੱਚ ਜਿਹੜਾ ਹੈ, ਜਿਸ ਤਰ੍ਹਾਂ ਕਿਸੇ ਮੱਛੀ ਨੂੰ ਕੁੰਡੇ 'ਚ ਫਸਾਉਣ ਵਾਸਤੇ ਜਿਹੜਾ ਹੈਗਾ ਚੋਗਾ ਪਾਇਆ ਜਾਂਦਾ ਹੈ, ਉਸ ਤਰੀਕੇ ਦੇ ਨਾਲ ਇਹ ਵਿਸ਼ੇ ਵਿਕਾਰਾਂ ਦਾ ਜਿਹੜਾ ਹੈਗਾ ਮਾਲਕ ਨੇ ਡਿਜ਼ਾਈਨ ਕੀਤਾ ਆਪਣਾ ਸਰੀਰ, ਔਰ ਆਪਾਂ ਨੂੰ ਉਹ ਚੋਗਾ ਵੀ ਮਾਲਕ ਨੇ ਡਿਜ਼ਾਈਨ ਕੀਤਾ ਹੈ ਕਿ ਇਹ ਫਸ ਜਾਏ ਇਹਦੇ ਵਿੱਚ। ਇਹ ਖੇਡ ਜਿਹੜੀ ਹੈਗੀ ਹੋਰ ਜ਼ਿਆਦਾ ਜਿਹੜੀ ਹੈਗੀ ਆ ਇਹ ਟਫ, ਇਹਦਾ ਮੈਚ ਜਿਹੜਾ ਹੈਗਾ ਇਹ ਕਾਫੀ ਜਿਹੜਾ ਔਖਾ ਬਣ ਜਾਏ। ਤੇ ਉਹਦੇ ਵਿੱਚੋਂ ਨਿਕਲਣ ਵਾਸਤੇ ਮਹਾਰਾਜ ਨੇ ਦੱਸਿਆ ਸੀਗਾ, ਭਾਈ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਮ ਹੈ ਕਿ ਰੰਗ। ਇਹ ਜਿਹੜੀ ਹੈਗੀ ਮੈਲ ਨਿਕਲਣੀ ਆ ਧਿਆਨ ਸਿਮਰਨ ਦੇ ਨਾਲ, ਨਾਮ ਦੇ ਨਾਲ ਮੈਲ ਨਿਕਲਣੀ ਆ। ਔਰ ਹੁਣ ਜਿਹੜਾ ਹੈਗਾ ਇਹਦੇ ਵਿੱਚ 21ਵੇਂ ਅੰਕ ਦੇ ਵਿੱਚ ਮਹਾਰਾਜ ਇਹੀ ਗੱਲ ਦੱਸ ਰਹੇ ਆ ਕਿ ਪਿਆਰਿਆ, ਇਹ ਜੇ ਕੋਈ ਇਨਸਾਨ ਜਿਹੜਾ ਹੈਗਾ ਪਰਮਾਤਮਾ ਦੇ ਵੱਲ ਜਿਹੜਾ ਹੈਗਾ ਇਸ ਰਸਤੇ ਤੇ ਆਉਣਾ ਵੀ ਚਾਹੁੰਦਾ ਆ, ਤੇ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੀ ਹੈਗੀ ਭਟਕਣ ਹੈਗੀ ਆ, ਕਾਫੀ ਜ਼ਿਆਦਾ ਜਿਹੜਾ ਹੈਗਾ ਉਹਦੇ ਵਿੱਚ ਵੀ ਫਿਸਲਣ ਹੈਗੀ ਆ ਭਾਈ। ਸਹੀ ਰਸਤਾ ਜਿਹੜਾ ਉਹਦੇ ਵਿੱਚ ਵੀ ਕਈ ਰਸਤੇ ਹੈਗੇ ਜਿਹੜੇ ਕਰਮ ਕਾਂਡਾਂ ਦੇ, ਔਰ ਉਹਦੇ ਨਾਲ ਇਨਸਾਨ ਜਿਹੜਾ ਹੈਗਾ ਸਹੀ ਜਿਹੜਾ ਹੈਗਾ ਸਹੀ ਯਾਤਰਾ ਨਹੀਂ ਕਰ ਪਾਉਂਦਾ ਜੇ ਸਹੀ ਗਿਆਨ ਨਾ ਹੋਏ। ਤੀਰਥ ਤਪ ਦਇਆ ਦਤ ਦਾਨ, ਕਹਿੰਦੇ ਤੀਰਥਾਂ ਤੇ ਜਾਣਾ, ਤਪੱਸਿਆ ਕਰਨੀ, ਦਇਆ ਕਰਨੀ, ਦਾਨ ਕਰਨਾ, ਕਹਿੰਦੇ ਚੰਗੇ ਗੁਣ ਹੈਗੇ ਆ। ਜੇ ਕੋ ਪਾਵੈ ਤਿਲ ਕਾ ਮਾਣ, ਪਰ ਇਹਦੇ ਨਾਲ ਜਿਹੜਾ ਹੈਗਾ ਉਹ ਜੀਵਨ ਯਾਤਰਾ ਜਿਹੜੀ ਹੈ ਮਾਲਕ ਪਰਮਾਤਮਾ ਜਿਹੜੀ ਹੈਗੀ ਆ, ਆਤਮ ਗਿਆਨ ਨਹੀਂ ਹੋ ਸਕਦਾ। ਇਹਦੇ ਨਾਲ ਆਤਮ ਗਿਆਨ ਨਹੀਂ ਹੋ ਸਕਦਾ। ਆਪਣੇ ਅੰਦਰ ਜਿਹੜੀ ਹੈਗੀ ਆ ਆਪਣੀ ਸੁਰਤ ਜਾ ਕੇ ਆਤਮਾ ਦੇ ਵਿੱਚ ਨਹੀਂ ਟਿਕ ਸਕਦੀ। ਤੀਰਥ ਤਪ ਦਇਆ ਦਸਦਾਨ ਜੇ ਕੋ ਪਾਵੈ ਤਿਲ ਕਾ ਮਾਨ, ਕਹਿੰਦੇ ਤਿਲ ਜਿੰਨਾ ਜੇ ਕੋਈ ਮਾਨ ਪ੍ਰਾਪਤ ਕਰ ਲੈ ਉਹ ਤਿਲ ਦੇ ਬਰੋਬਰ ਆ। ਉਹ ਆਤਮ ਗਿਆਨ ਤੋਂ ਆਤਮ ਗਿਆਨ ਦੇ ਬਰੋਬਰੀ ਕਰੀਏ ਤੇ ਉਹ ਤਿਲ ਜਿੰਨਾ ਹੈ ਉਹਦੇ ਸਾਹਮਣੇ। ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾਓ। ਕਹਿੰਦੇ ਜੇ ਕੋਈ ਧਿਆਨ ਸਿਮਰਨ ਕਰਦਾ ਹੈ, ਜੇ ਕੋਈ ਉਸ ਅਨਹਤ ਸ਼ਬਦ ਨੂੰ ਜਿਹੜਾ ਹੈਗਾ ਜਿਹੜਾ ਅੰਦਰ ਹੀ ਪ੍ਰਗਟ ਹੋ ਜਾਣਾ ਹੈ, ਜੇ ਕੋਈ ਉਹਦੇ ਅੰਦਰ ਉਹਨੂੰ ਸੁਣਦਾ ਆ ਉਸ ਅਨਹਤ ਸ਼ਬਦ ਨੂੰ, ਜਿਹੜਾ ਹੈਗਾ ਪਹਿਲਾਂ ਵਰਣਾਤਮਕ ਹੈਗਾ, ਫਿਰ ਧੁਨਾਤਮਕ ਹੈਗਾ, ਫਿਰ ਜਿਹੜਾ ਹੈਗਾ ਪ੍ਰਕਾਸ਼ਾਤਮਕ ਹੈ, ਫਿਰ ਜਿਹੜਾ ਹੈਗਾ ਉਸ ਤੋਂ ਬਾਅਦ ਜਿਹੜਾ ਸੁਨਾਤਮਕ ਸੁਨ ਦੇ ਵਿੱਚ ਆ ਜਾਣਾ ਹੈ। ਇਹ ਸੁਨ ਪਰਮਾਤਮਾ ਹੈਗਾ, ਸੁਨ ਤੋਂ ਸਾਰਾ ਕੁਝ ਪੈਦਾ ਹੋਇਆ ਹੈ। ਕਹਿੰਦੇ ਇਹਦੇ ਵਾਸਤੇ ਜਿਹੜਾ ਹੈਗਾ ਇਹਨੂੰ ਸੁਣਨਾ ਪਊਗਾ ਔਰ ਮਨ ਦੇ ਵਿੱਚ ਉਤਾਰਨਾ ਪਊਗਾ। ਇਹ ਧਿਆਨ ਸਿਮਰਨ ਕਹਿੰਦੇ ਆ, ਸਿਮਰਨ ਸਮਰਨ ਕਰਨਾ, ਪਰਮਾਤਮਾ ਦੇ ਵੱਲ ਸੁਰਤ ਜਿਹੜੀ ਹੈਗੀ ਲਗਾਉਣੀ। ਕਿਉਂ ਲਗਾਉਣੀ ਹੈ ਸੁਰਤ ਪਰਮਾਤਮਾ ਦੇ ਵੱਲ? ਕਿਉਂ ਜਿਹੜਾ ਹੈਗਾ ਧਿਆਨ ਕਰਨਾ ਹੈ? ਇਸ ਕਰਕੇ ਕਿਉਂਕਿ ਆਪਾਂ ਮਾਇਆ ਦੇ ਵਿੱਚ ਗਲਤਾਨ ਹੈਗੇ ਆ, ਫਸੇ ਹੋਏ ਆ। ਇਸ ਤੋਂ ਨਿਕਲਣ ਦਾ ਇੱਕੋ ਹੀ ਰਸਤਾ ਆ। ਆਪਾਂ ਫਸੇ ਆ ਵਿਚਾਰਾਂ ਦੇ ਕਰਕੇ। ਮਾਇਆ ਘੇਰਦੀ ਆ ਵਿਚਾਰਾਂ ਦੇ ਨਾਲ, ਆਪਣੀ ਸੁਰਤ ਨੂੰ ਬਾਹਰਮੁਖੀ ਕਰਦੀ ਆ। ਉਸ ਨੂੰ ਸੁਰਤ ਨੂੰ ਉੱਥੋਂ ਤੋਂ ਹਟਾਉਣ ਵਾਸਤੇ ਜਿਹੜਾ ਹੈਗਾ, ਮਾਇਆ ਨੂੰ ਵਿਸਾਰਨ ਵਾਸਤੇ ਜਿਹੜਾ ਹੈਗਾ, ਤਾਂ ਆਪਾਂ ਨੇ ਧਿਆਨ ਸਿਮਰਨ ਕਰਨਾ ਹੈ। ਕਿਉਂਕਿ ਸੁਰਤ ਜਿਹੜੀ ਹੈਗੀ, ਆਪਾਂ ਜਿੱਧਰ ਨੂੰ ਸੁਰਤ ਹੋਏਗੀ ਉਧਰ ਨੂੰ ਜਿਹੜੀ ਹੈਗੀ ਆਪਣੀ ਯਾਤਰਾ ਹੋਏਗੀ। ਤੇ ਸੁਣਿਆ ਮੰਨਿਆ, ਮਨ ਦੇ ਵਿੱਚ ਤਾਂ ਜਾਣਾ ਹੈ। ਮੰਨਿਆ ਮਤਲਬ ਮਨ ਦੇ ਵਿੱਚ ਉਤਰ ਗਿਆ, ਹਿਰਦੇ ਦੇ ਵਿੱਚ ਚਲਾ ਗਿਆ। ਬੈਂਟ ਆਫ ਮਾਈਂਡ ਜਿਹੜਾ ਹੈਗਾ ਆਪਣੇ ਹਿਰਦੇ ਦੇ ਵਿੱਚ ਕੀ ਹੈਗੇ? ਆਪਣੇ ਹਿਰਦੇ ਦੇ ਵਿੱਚ ਸੰਸਕਾਰ ਹੈਗੇ, ਦੁਨੀਆ ਦੇ ਪਦਾਰਥ, ਮਾਇਆ ਸਾਰੀ, ਆਪਣੇ ਜੋ ਆਪਣੀ ਰਿਸ਼ਤੇਦਾਰੀ, ਜੋ ਵੀ ਆਪਣਾ ਘਰ ਗ੍ਰਸਤੀ ਟੱਬਰ, ਸਾਰਾ ਆਪਣੇ ਮਨ ਦੇ ਵਿੱਚ ਵਸਿਆ ਹੋਇਆ ਹੈ। ਤੇ ਇਹਦੇ ਵਿੱਚ ਜਿਹੜਾ ਹੈਗਾ ਇਹਦੀ ਰਿਪਲੇਸਮੈਂਟ ਚਾਹੀਦੀ ਆ। ਇਹ ਨਾਮ ਜਾ ਕੇ ਮਨ ਦੇ ਵਿੱਚ ਵਸੇ ਔਰ ਜਿਹੜਾ ਹੈਗਾ ਆਪਾਂ ਦੁਨੀਆ ਦੇ ਵਿੱਚ ਜਿਹੜੇ ਹੈਗੇ ਆ ਫਰਜ਼ ਆਪਣੇ ਪੂਰੇ ਕਰੀਏ। ਜੋ ਆਪਣਾ ਕਰੈਕਟਰ ਹੈਗਾ, ਜੋ ਮਾਲਕ ਵੱਲੋਂ ਦਿੱਤਾ ਹੈ, ਉਸ ਕਰੈਕਟਰ ਨੂੰ ਬਖੂਬੀ ਆਪਾਂ ਨਿਭਾਈਏ। ਇਹ ਹੈਗਾ ਇਹਦਾ ਸੁਣਿਆ ਮੰਨਿਆ ਮਨ ਕੀਤਾ ਭਾਓ, ਮਨ ਦੇ ਵਿੱਚ ਪਿਆਰ,
ਇਹ ਕਿਉਂਕਿ ਪਿਆਰ ਦਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਹਿੰਦੇ ਅੰਤਰਗਤ ਤੀਰਥ ਮਲ ਲਾਓ, ਤੈਨੂੰ ਤੀਰਥ ਮਲ ਨਹਾਉਣ ਦੀ ਲੋੜ ਹੀ ਨਹੀਂ ਆ। ਅੰਦਰ ਤੇਰੇ ਅੰਤਰਗਤ ਅੰਦਰ ਇਨਵਰਡ ਯਾਤਰਾ ਕਰੇਗਾ ਤੇ ਅੰਦਰ ਜਿਹੜਾ ਹੈਗੇ ਆ ਸਾਰੇ ਦੇ ਸਾਰੇ ਤੀਰਥ ਤੇਰੇ ਆਪਣੇ ਮਲ ਕੇ ਜਿਹੜਾ ਹੈਗਾ ਤੇਰਾ ਮਨ ਜਿਹੜਾ ਹੈਗਾ ਮਨ ਦੀ ਮੈਲ ਉਤਰ ਜਾਏਗੀ ਭਾਈ। ਜਨਮਾਂ ਦੀ ਜਿਹੜੀ ਮੈਲ ਲੱਗੀ ਹੋਈ ਆ ਤੇ ਉਹ ਉਤਰ ਜਾਏਗੀ। ਸਭ ਗੁਣ ਤੇਰੇ ਮੈਂ ਨਹੀਂ ਕੋਏ, ਕਹਿੰਦੇ ਸਾਰੇ ਗੁਣ ਤੇਰੇ ਆ ਮਾਲਕਾ, ਮੇਰਾ ਕੋਈ ਗੁਣ ਨਹੀਂ ਹੈ, ਮੈਂ ਕੋਈ ਗੁਣ डिजाइन नहीं किया। सब गुण तेरे मैं ना ही कोई। और इत्थों यात्रा शुरू होनी है। देख लो सारे गुण मालक दे कोले आ, कहंदे मेरे कोल कोई गुण नहीं हैगा। बिन गुण कीते भगत ना होए, पर गुण लए बगैर भगती नहीं हो सकती। और गुण मिलने हैं आपां नूं, ये ज्ञान के द्वारा गुण मिलने हैं। सब गुण तेरे मैं ना ही कोए, बिन गुण कीते भगत ना होए। हाँ जी गोरखी साहब इत्थे तक लै लैने आपां, क्योंकि ये बड़ा हैगा, फिर नाल लई जावांगे। ठीक है निजर साहब, आप पहली तो बड़ी सरल कर दो। तीर्थ तप दया दत्त दान। हाँ जी, तीर्थ तप दया दत्त दान, ये जिहड़े हैगे चंगे जिहड़े हैगे अजकल कर्म कांड जिहड़े हैगे अजकल करदे हैं आपां, आही सारा कुछ करदे हैं। तीर्थां ते जाने आ, तप करदे हैं, दया करदे हैं। ये जिहड़ा हैगा दया करनी माड़ी नहीं है, पर ਇਹਦੇ ਨਾਲ ਜਿਹੜਾ ਹੈਗਾ ਆਂਤਰਿਕ ਜਿਹੜੀ ਹੈਗੀ ਆ ਜਿਹੜੀ ਆਤਮਿਕ ਯਾਤਰਾ ਜਿਹੜੀ ਹੈਗੀ ਆ, ਆਤਮ ਗਿਆਨ ਨਹੀਂ ਪ੍ਰਾਪਤ ਹੁੰਦਾ। ਦੱਤ ਕਹਿੰਦੇ ਆ, ਦੱਤ ਸੋਨੇ ਨੂੰ ਵੀ ਕਹਿੰਦੇ ਆ, ਦੱਤ ਬ੍ਰਾਹਮਣ ਵੀ ਹੁੰਦੇ ਆ। ਤੇ ਬ੍ਰਾਹਮਣਾਂ ਨੂੰ ਦਾਨ ਕਰਨਾ ਜਾਂ ਸੋਨਾ ਦਾਨ ਕਰ ਦੇਣਾ, ਤੀਰਥਾਂ ਤੇ ਚਲੇ ਜਾਣਾ, ਤਪੱਸਿਆ ਕਰ ਲੈਣੀ ਆ, ਜਿਹੜਾ ਹੈਗਾ ਦਇਆ ਕਰ ਲੈਣੀ ਤੇ ਦੱਤ ਦਾਨ ਕਰ ਲੈਣਾ। ਕਹਿੰਦੇ ਇਹਦੇ ਨਾਲ ਜਿਹੜੀ ਹੈਗੀ ਹੈ ਜੇਖੋ ਭਾਵੇ ਤਿਲ ਕਾ ਮਾਨ, ਕਹਿੰਦੇ ਉਸ ਆਤਮ ਗਿਆਨ ਦੇ ਬਰੋਬਰ ਆਤਮਾ ਵੱਲ ਨੂੰ ਯਾਤਰਾ ਕੀਤੇ ਬਗੈਰ ਆਤਮ ਗਿਆਨ ਦੇ ਬਸ ਦੇ ਨਾਲ ਕੰਪੇਅਰ ਕਰੀਏ ਤੇ ਤਿਲ ਜਿੰਨਾ ਹੀ ਮਾਨ ਪ੍ਰਾਪਤ ਹੁੰਦਾ ਹੈ। ਇਹ ਤਿਲ ਦੇ ਬਰੋਬਰ, ਤਿਲ ਜਿੰਨੀ ਵੀ ਬਰੋਬਰੀ ਨਹੀਂ ਕਰ ਸਕਦਾ ਉਹਦਾ ਆਤਮ ਗਿਆਨ ਦਾ। ਹਾਂਜੀ ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਬਾਣੀ ਤੁਹਾਨੂੰ ਇਹ ਸਮਝਾ ਰਹੀ ਹੈ ਕਿ ਇਹ ਜਿਹੜਾ ਵਿਸ਼ਾ ਹੈ ਨਾ, ਆਤਮ ਚਿੰਤਨ ਵਿਸ਼ਾ ਹੈ ਨਾ, ਉਹ ਮਨ ਬੁੱਧੀ ਤੇ ਚਿੱਤ ਦਾ ਵਿਸ਼ਾ ਨਹੀਂ ਹੈ। ਆਪ ਇਹ ਚੀਜ਼ ਨੂੰ ਅੰਡਰਸਟੈਂਡ ਕਰਦੇ ਹੋ ਤੁਸੀਂ, ਕਿਉਂਕਿ ਨਿਰਗੁਣ ਭਗਤੀ ਕਰ ਰਹੇ ਜੋ, ਉੱਥੇ ਨਿਰਗੁਣ ਹੈ, ਨਾ ਰੂਪ ਨਾ ਰੰਗ ਨਾ ਰੇਖ, ਤਿੰਨਾਂ ਚ ਨਹੀਂ ਹੈਗਾ ਉਹ ਪੁਰਸ਼। ਜਿਹੜਾ ਤੁਹਾਡੇ ਅੰਦਰ ਪੁਰਸ਼ ਹੈ ਨਾ, ਜਿਹੜੀ ਆਤਮਾ ਕਹਿ ਲਈਏ ਆਪਾਂ, ਚੇਤਨਾ ਕਹਿ ਲਈਏ, ਪਰਮਾਤਮਾ ਕਹਿ ਲਈਏ, ਉਹਦੇ ਉਹ ਕਿਸੇ ਵੀ ਰੂਪ ਚ ਨੂੰ ਸੱਦੀਏ ਤੇ ਉਹ ਮਤਲਬ ਕਹਿਣ ਤੋਂ ਭਾਵ ਗੱਲ ਚੱਲਦੀ ਹੈ ਪਰਮਾਤਮਾ ਦੀ। ਬੁੱਧੀ ਦਾ ਵਿਸ਼ਾ ਨਹੀਂ ਹੈ, ਮਨ ਦਾ ਵਿਸ਼ਾ ਨਹੀਂ ਹੈ, ਚਿੱਤ ਦਾ ਵਿਸ਼ਾ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਇਹ ਜਿਹੜੇ ਤਿੰਨੇ ਹਾਂ ਇਹ ਪ੍ਰਕਿਰਤੀ ਚੋਂ ਆਏ ਨੇ। ਪ੍ਰਕਿਰਤੀ ਜੜ ਆ, ਚੇਤਨ ਨਹੀਂ ਹੈਗੀ ਪ੍ਰਕਿਰਤੀ। ਪੁਰਸ਼ ਚੇਤਨ ਹੈ, ਪਰ ਚੇਤਨ ਆ ਫਿਰ ਵੀ ਉਹ ਸਕ੍ਰਿਆ ਨਹੀਂ ਹੈ। ਪ੍ਰਕਿਰਤੀ ਜੜ ਆ ਪਰ ਸਕ੍ਰਿਆ ਹੈ, ਇਹਦੇ ਵਿੱਚ ਹੀ ਗਤੀ ਹੁੰਦੀ ਆ, ਪਰ ਪੁਰਸ਼ ਦੇ ਵਿੱਚ ਗਤੀ ਨਹੀਂ ਹੁੰਦੀ। ਪੁਰਸ਼ ਇੱਕ ਤਾਰ ਤੱਤ ਆ, ਅਕਾਲ ਮੂਰਤ, ਇੱਕ ਮੂਰਤ ਹੈ ਔਰ ਉਹ ਉਸ ਤੱਤ ਦੇ ਵਿੱਚ ਸਾਨੂੰ ਜਾਣਾ ਪਊਗਾ। ਔਰ ਜਦੋਂ ਵੀ ਸਾਡੀ ਸੁਰਤੀ ਉਸ ਤੱਤ ਦੇ ਲਾਗੇ ਜਾਂਦੀ ਹੈ, ਉਹ ਤੱਤ ਕੀ ਕਰਦਾ ਹੈ, ਸਾਡੀ ਸੁਰਤੀ ਨੂੰ ਆਪਣੇ ਖਿੱਚ ਲੈਂਦਾ। ਤੁਸੀਂ ਦੇਖਿਆ ਨਹੀਂ ਤੁਹਾਡੀ ਜਦੋਂ ਤੁਸੀਂ ਸਾਧਨਾ ਕਰਦੇ ਜੋ ਤੁਹਾਡੀ ਸੁਰਤੀ ਇੱਕਦਮ ਤਾਂ ਚੜ ਜਾਂਦੀ ਹੈ ਔਰ ਉਹ ਆਤਮਾ 'ਚ ਚਲ ਜਾਂਦੀ ਹੈ। ਉਹ ਆਤਮਾ ਕੀ ਕਰਦੀ ਹੈ, ਆਪਣੀ ਸੁਰਤੀ ਨੂੰ ਆਪਣੇ ਕੋਲ ਬੰਨ ਲੈਂਦੀ, ਜਿੱਦਾਂ ਕੋਈ ਚਿੰਬਕ ਨੂੰ ਖਿੱਚਦੀ ਆਪਣੇ ਨਾਲ। ਇਸੇ ਤਰ੍ਹਾਂ ਤੁਹਾਡੀ ਸੁਰਤੀ ਨੂੰ ਆਤਮਾ ਖਿੱਚ ਲਈ। ਵੈਸੇ ਹਰ ਰਾਤ ਨੂੰ ਅਸੀਂ ਉਸ ਅਵਸਥਾ 'ਚ ਜਾਂਦੇ ਹਾਂ, ਸਾਡੀ ਸੁਰਤੀ ਆਤਮਾ 'ਚ ਲੀਨ ਹੋ ਜਾਂਦੀ ਹੈ। ਪਰ ਉਦੋਂ ਹੁੰਦੀ ਆ ਜਦੋਂ ਮਨ ਤੇ ਚਿੱਤ ਇੱਕਦਮ ਆਰਾਮ ਅਵਸਥਾ 'ਚ ਚੱਲ ਜਾਂਦੇ ਨੇ। ਜਦੋਂ ਇਹ ਬਿਲਕੁਲ ਸਥਿਰ ਹੋ ਜਾਂਦੇ ਨੇ, ਫਿਰ ਇਸ ਤੋਂ ਬਾਅਦ ਸੁਰਤੀ ਕੋਈ ਆਪਸ਼ਨ ਨਹੀਂ ਹੁੰਦਾ, ਸੁਰਤੀ ਫਿਰ ਆਤਮਾ 'ਚ ਚੱਲ ਜਾਂਦੀ। ਜਦੋਂ ਸੁਰਤੀ ਜਾਗਰਤ ਅਵਸਥਾ 'ਚ ਆਤਮ ਤੱਤ 'ਚ ਸਥਿਰ ਹੁੰਦੀ ਆ, ਉਸ ਤੋਂ ਬਾਅਦ ਇੱਕ ਧਰਮ ਦਾ ਜਨਮ ਹੁੰਦਾ ਹੈ। ਧਰਮ ਕੋਈ ਬਹੁਤ ਜ਼ਿਆਦਾ ਗਲਤ ਇੰਟਰਪ੍ਰੇਟ ਕਰਦਾ ਹੈ ਔਰ ਗੁਰੂਆਂ ਨੇ ਸਾਨੂੰ ਕੁਝ ਵੀ ਨਹੀਂ ਸਮਝਾਇਆ। ਉਹਨਾਂ ਨੇ ਸਮਝਾਇਆ ਕਿ ਉਹ ਸੂਖਮ ਸ਼ਕਤੀ ਹੈ, ਕੋਈ ਜੜ ਨਹੀਂ ਆ। ਨਹੀਂ ਕਿ ਤੁਹਾਨੂੰ ਕਹਿ ਦੇਣਾ ਸੀ ਉਹਨਾਂ ਤੀਰਥਾਂ ਤੋਂ ਚੱਲ ਜਾਓ, ਤੁਸੀਂ ਗ੍ਰੰਥਾਂ ਨੂੰ ਪੜ੍ਹ ਲਓ। ਜਿਹੜਾ ਗ੍ਰੰਥ ਪੜ੍ਹੋਗੇ ਕਿੱਥੇ ਜਾਊਗਾ ਗ੍ਰੰਥ ਤੁਹਾਡਾ? ਸਿਮਰਤੀ 'ਚ ਚੱਲ ਜਾਣਾ। ਹੁਣ ਆਪਾਂ ਕਾਲਜਾਂ 'ਚ ਕਿੰਨੀਆਂ ਗੱਲਾਂ ਪੜ੍ਹਦੇ ਹਾਂ, ਉਹ ਆਪਾਂ ਨੂੰ ਯਾਦ ਥੋੜ੍ਹੀ ਹੈਗੀਆਂ ਨੇ।
ਪਰ ਲੋੜ ਹੈ ਤਾਂ ਆਪਾਂ ਯਾਦ ਕਰ ਲੈਂਦੇ ਹਾਂ। ਪਰ ਸਾਨੂੰ ਪਤਾ ਕਿਹੜੀ ਚੀਜ਼ ਯਾਦ ਆ? ਸਾਡਾ ਸੁਭਾਅ, ਸਾਡਾ ਜਿਹੜਾ ਅਸੀਂ ਸਾਡੀਆਂ ਆਦਤਾਂ, ਉਹਨਾਂ ਨੂੰ ਯਾਦ ਕਰਨ ਲਈ ਸਾਨੂੰ ਕਿਤਾਬਾਂ ਨਹੀਂ ਪੜ੍ਹਨ ਦੀ ਲੋੜ, ਉਹ ਤੇ ਸਾਨੂੰ ਪਤਾ ਵਾ। ਬਹੁਤ ਵਧੀਆ। ਔਰ ਅਸੀਂ ਉਸੇ ਤਰ੍ਹਾਂ ਚੱਲਦੇ ਹਾਂ। ਇਸੇ ਲਈ ਬਾਣੀ ਖਾਸ ਕਰਕੇ ਤੁਹਾਨੂੰ ਮਨਾ ਕੀਤਾ ਹੈ ਕਿ ਬਾਹਰੀ ਗਿਆਨ ਤੋਂ ਤੁਸੀਂ ਬਚਣਾ ਹੈ, ਕਿਉਂਕਿ ਬਾਹਰੀ ਗਿਆਨ ਤੇ ਤੁਹਾਡੀ ਸਮਿਰਤੀ ਦੇ ਵਿੱਚ ਹੈ। ਹੁਣ ਮੈਨੂੰ ਪਤਾ ਹੈ ਮੈਂ ਚੋਰੀ ਨਹੀਂ ਕਰਨੀ, ਮੈਂ ਠੱਗੀ ਨਹੀਂ ਮਾਰਨੀ, ਮੈਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਦੂਰ ਰਹਿਣਾ। ਕੀ ਇਹਨਾਂ ਪਤਾ ਹੋਣ ਦੇ ਨਾਲ ਮੈਂ ਇਹਨਾਂ ਉਪਨਾਂ ਤੋਂ ਦੂਰ ਚੱਲ ਜਾਵਾਂਗਾ? ਨਾ, ਉਹਨਾਂ ਤੋਂ ਨਹੀਂ ਮੈਂ ਦੂਰ ਜਾ ਸਕਦਾ, ਕਿ ਮੇਰੀ ਸੁੱਤੀ ਉਹਨਾਂ ਦੇ ਵਿੱਚ ਬੈਠੀ ਹੈ। ਤੇ ਇਹ ਇਸੇ ਕਰਕੇ ਬਾਣੀ ਆਪਾਂ ਨੂੰ ਬਾਰ-ਬਾਰ ਇਹ ਚੀਜ਼ ਸਮਝਾਉਂਦੀ ਹੈ ਕਿ ਪੜ ਗੱਡੇ ਲੱਦੀਏ। ਗੱਡੇ ਨਹੀਂ ਲੱਦਣੇ, ਪੜੇ ਤੇ ਸੁਣੇ ਦੇ ਨਾਲ ਕੀ ਹੋਊਗਾ? ਜੇ ਸਹਿਜ ਨਾ ਮਿਲਿਆ ਸੋ ਪੜੇ ਸੁਣੇ ਕੀ ਹੋਏ? ਤੁਕ ਕਿਹੜੀ ਬੋਲੋ ਜਰਾ। ਹਾਂਜੀ, ਉਹ ਹੈਗਾ ਕਿਆ ਪੜੀਏ ਕਿਆ ਗੁਨੀਏ, ਕਿਆ ਵੇਦ ਪੁਰਾਣਾ ਸੁਣੀਏ, ਪੜੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਆ ਸੋਈ। ਸਹਿਜ ਨਾ ਮਿਲਿਆ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰਾ। ਰਹਾਓ। ਹਾਂ, ਦੇਖ ਲਓ, ਗਵਾਰ ਕਹਿੰਦੇ ਹੋ। ਗਵਾਰ ਕਹਿੰਦੇ ਨਾ ਕਿ ਕਿਸੇ ਨੂੰ ਬੰਦੇ ਨੂੰ ਕਹਿੰਦੇ ਬੰਦਾ ਨਹੀਂ ਹੈਗਾ, ਗਵਾਰ ਹੈਗਾ, ਪਸ਼ੂ। ਹੁਣ ਇੱਥੇ ਆਪਾਂ ਇਹਨੂੰ ਅੰਡਰਸਟੈਂਡ ਕਰੀਏ। ਗੋਰਖੀ ਸਾਹਿਬ 1 ਮਿੰਟ ਜਿਹੜਾ ਹੈ ਨਾ, 1 ਸੈਕਿੰਡ ਮੈਂ ਲਾਉਂਗਾ ਇਹਦੇ ਉੱਤੇ, ਕਿਉਂਕਿ ਇੱਥੇ ਜਿਹੜਾ ਹੈ ਨਾ ਮਤਲਬ ਸੇਧ ਜਿਹੜੀ ਹੈਗੀ ਥੋੜੀ ਜੀ ਆਪਾਂ ਨੂੰ ਹੋਰ ਇਹਨੂੰ ਥੋੜਾ ਜਿਹਾ ਵਿਸਤਾਰ ਕਰਨਾ ਪਊਗਾ ਇਸ ਗੱਲ ਦਾ, ਕਿ ਇਹਦੇ ਵਿੱਚ ਜਿਹੜਾ ਹੈਗਾ, ਕਿਉਂਕਿ ਇਨਸਾਨ ਜਿਹੜਾ ਹੈ ਹੁਣ ਆਪਾਂ ਇੱਕ ਲੇਮੈਨ ਹੈਗਾ, ਉਹਨੂੰ ਨਹੀਂ ਪਤਾ ਜਿਹੜਾ ਹੈਗਾ ਇਸ ਬਾਰੇ ਵੀ ਧਰਮ ਦਾ ਰਸਤਾ ਕੀ ਹੈਗਾ, ਕਿਸ ਤਰ੍ਹਾਂ। ਹੁਣ ਇੰਨੇ ਜਿਹੜੇ ਹੈਗੇ ਇੰਨੇ ਜਿਹੜੇ ਹੈਗੇ ਜਿਹੜੇ ਧਰਮ ਦੇ ਨਾਮ ਦੇ ਉੱਤੇ ਜਿਹੜਾ ਹੈਗਾ ਪੜ੍ਹਨਾ, ਸੁਣਨਾ ਤੇ ਜਿਹੜਾ ਹੈਗਾ ਗਾਉਣਾ ਤੇ ਪਾਠ ਕਰਨਾ, ਹੋਰ ਜਿਹੜੇ ਹੈਗੇ ਤੀਰਥਾਂ ਤੇ ਜਾਣਾ, ਨਹਾਉਣਾ, ਇਹ ਸਾਰੀਆਂ ਚੀਜ਼ਾਂ ਕਿੰਨੇ, ਮੈਂ ਕਹਿੰਦਾ ਅਣਗਿਣਤ ਤਰ੍ਹਾਂ ਦੇ ਜਿਹੜੇ ਹੈਗੇ ਯੋਗ ਅਭਿਆਸ, ਤੇ ਇਹ ਸਾਰੇ ਦੇ ਸਾਰੇ ਹੈਗੇ। ਹੁਣ ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਧਿਆਨ ਸਿਮਰਨ ਦਾ ਰਸਤਾ ਹੈਗਾ। ਫਿਰ ਧਿਆਨ ਸਿਮਰਨ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਆਪਾਂ ਇਸ ਪੁਆਇੰਟ ਤੇ ਆਵਾਂਗੇ। ਇੰਨੀ ਜਿਹੜੀ ਹੈਗੀ ਬਾਈਫਰਕੇਸ਼ਨ ਹੈਗੀ, ਉਹਦੇ ਚੋਂ ਇੱਕ ਪੁਆਇੰਟ ਤੇ ਕੇਂਦਰਿਤ ਹੋਣ ਵਾਸਤੇ ਆਪਾਂ ਨੂੰ ਜਿਹੜਾ ਬ੍ਰਹਮ ਗਿਆਨ ਤਾਂ ਲੈਣਾ ਪਊਗਾ, ਪਹਿਲੀ ਗੱਲ। ਔਰ ਇਹ ਕਬੀਰ ਜੀ ਕਹਿੰਦੇ ਕਿਆ ਪੜ੍ਹੀਏ ਕਿਆ ਗੁਨੀਏ, ਕਿਆ ਵੇਦ ਪੁਰਾਣਾ ਸੁਣੀਏ। ਇਹਦੇ ਵਿੱਚ ਕਬੀਰ ਜੀ ਕਹਿੰਦੇ ਤੂੰ ਕੀ ਪੜ੍ਹ ਰਿਹਾ ਹੈ, ਦੱਸ ਮੈਨੂੰ। ਤੂੰ ਇੰਨਾ ਜੀਵਨ ਹੋ ਗਿਆ ਤੇਰਾ, ਇੰਨਾ ਜੀਵਨ ਪੜ੍ਹੀ ਜਾ ਰਿਹਾ ਆ, ਗੁਣੀ ਜਾ ਰਿਹਾ ਆ, ਉਹਦੇ ਵਿੱਚੋਂ ਗੁਣ ਕੱਢੀ ਜਾ ਰਿਹਾ ਆ, ਪਰ ਤੂੰ ਆਹ ਕੰਮ ਤਾਂ ਕਰ ਹੀ ਨਹੀਂ ਰਿਹਾ। ਤੂੰ ਦੱਸ ਮੈਨੂੰ ਕੀ ਪੜ੍ਹਾਈ ਕੀਤੀ, ਤੇਰੇ ਜੀਵਨ ਦੇ ਵਿੱਚ ਪਰਿਵਰਤਨ ਕੀ ਆਇਆ, ਮੈਨੂੰ ਇਹ ਸਮਝਾ ਦੇ ਵੀ ਤੇਰੇ ਅੰਦਰ ਜਿਹੜਾ ਹੈਗਾ, ਤੇਰੇ ਅੰਦਰ ਜਿਹੜਾ ਤੇਰਾ ਕਾਮ ਘਟਿਆ, ਕ੍ਰੋਧ ਘਟਿਆ, ਲੋਭ ਘਟਿਆ, ਕੋਈ ਚੀਜ਼ ਤੇਰੇ ਅੰਦਰ ਖੁਸ਼ੀ ਆਈ, ਤੇਰੇ ਅੰਦਰ ਸ਼ਾਂਤੀ ਆਈ? ਨਹੀਂ ਆਈ। ਕਿਉਂ ਨਹੀਂ ਆਈ ਭਾਈ? ਜੇ ਤੂੰ ਇੰਨਾ ਬ੍ਰਹਮ ਗਿਆਨ ਪੜ੍ਹ ਰਿਹਾ ਆ, ਬ੍ਰਹਮ ਗਿਆਨ ਸੁਣ ਰਿਹਾ, ਤੇ ਆਹ ਕਿਉਂ ਨਹੀਂ ਆਈ? ਆਹ ਕੁਐਸਚਨ ਹੈਗਾ ਕਬੀਰ ਜੀ ਦਾ। ਹਾਂਜੀ, ਪੜ੍ਹਨਾ ਜ਼ਰੂਰੀ ਹੈ ਆਪਾਂ ਨੇ, ਪਰ ਇਹ ਹੈਗਾ ਭਾਈ ਬਈ ਕਹਿਣ ਦਾ ਭਾਵ ਇਹ ਹੈਗਾ ਬਈ ਉਹਨੂੰ ਆਪਾਂ ਨੇ ਇੰਪਲੀਮੈਂਟ ਕਰਨਾ ਹੈ, ਉਹਦੇ ਨਾਲ ਆਪਣੇ ਜੀਵਨ ਦੇ ਵਿੱਚ ਪਰਿਵਰਤਨ ਆਉਣਾ ਚਾਹੀਦਾ, ਉਚਾਈ ਆਉਣੀ ਚਾਹੀਦੀ ਹੈ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਆਪਾਂ ਪੜ੍ਹਦੇ ਹਾਂ। ਮੇਰੀਆਂ ਵੀ ਗੱਲਾਂ ਕੁਝ ਸੁਣਨੀਆਂ ਜ਼ਰੂਰੀ ਨਹੀਂ ਹੈਗੀਆਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇਹ ਕੇਵਲ ਇਹ ਜ਼ਮੀਨ ਦੀ ਤਿਆਰੀ ਹੈ, ਇਸ ਤੋਂ ਵੱਧ ਕੁਛ ਨਹੀਂ ਹੈਗਾ ਜੀ। ਮੈਂ ਤੁਹਾਨੂੰ ਦੱਸਾਂ, ਕਿਉਂਕਿ ਬੋਲਣਾ, ਮੈਂ ਤਾਂ ਬੋਲਣ ਨੂੰ ਤੁਹਾਨੂੰ ਬੋਲੀ ਜਾਂਦਾ ਵਾ, ਮੇਰਾ ਬੋਲਣਾ ਜ਼ਰੂਰੀ ਨਹੀਂ ਆ, ਬਟ ਇਹ ਕਿ ਮਨ ਦਾ ਇੰਟਰਸਟ ਹੈ ਬੋਲਣਾ, ਇਸ ਕਰਕੇ ਕੁਝ ਸਮਝ ਲਈ ਮੈਨੂੰ ਬੋਲਣਾ ਹੀ ਪੈਣਾ ਹੈ, ਕਿਉਂਕਿ ਉਹ ਜ਼ਰੂਰੀ ਹੈ, ਸਾਡਾ ਇੱਕ ਪ੍ਰੋਸੈਸ ਆ। ਤੇ ਇਹ ਜਿਹੜਾ ਨਾ, ਜਿੱਦਾਂ ਜ਼ਮੀਨ ਦੀ ਤਿਆਰੀ ਆ, ਇਨਸਾਨ ਇੱਕ ਬਹੁਤ ਵੱਡੀ ਗਲਤੀ ਕਰਦਾ ਪਿਆ ਹੈ, ਕਿਉਂਕਿ ਅਗਿਆਨ ਇਸ ਤਰ੍ਹਾਂ ਫੈਲ ਚੁੱਕਿਆ ਹੈ ਕਿ ਲੋਕੀ ਜ਼ਮੀਨ ਹੀ ਤਿਆਰ ਕਰੀ ਜਾਂਦੇ ਆ, ਬਸ ਦਿਨ ਰਾਤ ਜ਼ਮੀਨ ਨੂੰ ਤਿਆਰ ਕਰਦੇ ਆ, ਜ਼ਮੀਨ ਵਾਹੀ ਜਾਂਦੇ ਨੇ, ਘਾਹ ਪੁੱਟੀ ਜਾਂਦੇ ਨੇ, ਪਰ ਉੱਥੇ ਬੀਜਦੇ ਨਹੀਂ ਆ। ਜਦਕਿ ਉੱਥੇ ਬੀਜ ਨੱਪਣਾ ਪੈਣਾ, ਔਰ ਬੀਜ ਤੁਹਾਡਾ ਆਪਣਾ ਹੈ, ਔਰ ਤੁਸੀਂ ਖੁਦ ਹੀ ਤੇ ਨੱਪਣਾ, ਖੁਦ ਨੂੰ ਨੱਪਣਾ ਪੈਣਾ ਤੁਹਾਨੂੰ ਉਹਦੇ ਵਿੱਚ। ਉਹਦਾ ਤੇ ਸਾਹਿਬ ਮਿਲਣਾ ਹੀ ਨਹੀਂ। ਹੁਣ ਦੇਖੋ, ਜਿਹੜਾ ਬੀਜ ਆ, ਜਦ ਤੱਕ ਬੀਜ ਹੈ ਨਾ, ਤਦ ਤੱਕ ਉਸ ਰੁੱਖ ਨਹੀਂ ਪੈਦਾ ਹੋਊਗਾ। ਬੀਜ ਨਸ਼ਟ ਹੋਣਾ, ਉਸ ਤੋਂ ਰੁੱਖ ਨੇ ਪੈਦਾ ਹੋਣਾ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਠੀਕ ਹੈ ਜੀ। ਆਪਾਂ ਪਤਾ ਕੀ ਕਰਦੇ ਹਾਂ, ਆਪਾਂ ਬੀਜ ਤੇ ਆਪਾਂ ਹੱਥ 'ਚ ਫੜਿਆ, ਤੇ ਰੁੱਖ ਕਿੱਥੋਂ ਹੋਊਗਾ ਦੱਸੋ? ਪੈਲੀ ਸਾਰੀ ਵਾਹੀ ਆ, ਪਾਣੀ ਵੀ ਲੱਗਾ ਵਾ, ਵੱਤਰ ਵੀ ਆ, ਸਾਰਾ ਕੁਝ ਕਰਦੇ ਆ, ਪਰ ਬੀਜ ਸਾਡੇ ਹੱਥ 'ਚ। ਬੀਜ ਨੂੰ ਤੇ ਲੱਭਣਾ ਉਹਦੇ ਵਿੱਚ,
ਨੱਪ ਕੇ ਫਿਰ ਇੰਤਜ਼ਾਰ ਕਰਨਾ ਸੀ। ਹਰ ਦਿਨ ਆਪਾਂ ਕਰਦੇ ਕੀ ਪਏ ਆ? ਇਹੋ ਤਾਂ ਕਰਨੇ ਆਪਾਂ। ਆਪਣਾ ਜਿਹੜਾ ਸੁਰਤੀ ਰੂਪੀ ਬੀਜ ਆ ਉਹਨੂੰ ਆਤਮਾ ਚ ਨੱਪਦੇ ਆ ਆਪਾਂ, ਤੇ ਬਸ ਇੰਤਜ਼ਾਰ ਕਰਨਾ 1 ਘੰਟਾ ਅੱਧਾ ਘੰਟਾ ਕਿ ਮੇਰੇ ਪਿਤਾ ਉਹ ਮੇਰਾ ਬੀਜ ਨੱਪਿਆ ਵਾ, ਥੋੜਾ ਧਿਆਨ ਦੇ। ਬਸ ਇੰਨਾ ਹੀ ਕਹਿਣ ਦੀ ਲੋੜ ਹੈ। ਉਹ ਵੀ ਨਹੀਂ ਕਹਿਣ ਦੀ ਲੋੜ ਮੇਰੇ ਹਿਸਾਬ ਨਾਲ, ਉਹਨੂੰ ਪਤਾ ਕਿ ਤੁਸੀਂ ਕੀ ਕਰਦੇ ਪਏ। ਜਦ ਤੱਕ ਅਸੀਂ ਸੁਰਤੀ ਰੂਪੀ ਬੀਜ ਨੂੰ, ਇਹਦੇ ਮਨ ਬੁੱਧੀ ਤੇ ਚਿੱਤ ਦਾ ਕੋਈ ਕੰਮ ਨਹੀਂ ਹੈਗਾ। ਜੇ ਮੈਂ ਤੁਹਾਨੂੰ ਦੱਸਾਂ ਇਹ ਤਾਂ ਕੋਈ ਲੋੜ ਹੀ ਨਹੀਂ ਹੈ। ਆਪਾਂ ਕੋਈ ਡਾਕਟਰ ਇੰਜੀਨੀਅਰ ਥੋੜੀ ਬਣਨਾ, ਆਪਾਂ ਤੇ ਆਤਮ ਗਿਆਨ ਪ੍ਰਾਪਤ ਕਰਨਾ। ਜੇ ਪੜ੍ਹਿਆ ਲਿਖਿਆ ਦਾ ਕੰਮ ਹੈ ਨਾ ਆਤਮ ਗਿਆਨ ਪ੍ਰਾਪਤ ਕਰਨਾ, ਤੇ ਫਿਰ ਪਰਮਾਤਮਾ ਦਾ ਇਨਸਾਫ ਨਹੀਂ ਹੈਗਾ ਨਿਜਰ ਸਾਹਿਬ। ਕਈ ਬੰਦੇ ਤੇ ਪੜ੍ਹਨਾ ਨਹੀਂ ਜਾਣਦੇ, ਉਹਨਾਂ ਨੂੰ ਫਿਰ ਆਤਮ ਗਿਆਨ ਕਿੱਥੋਂ ਪ੍ਰਾਪਤ ਹੋਊਗਾ? ਬਿਲਕੁਲ ਠੀਕ ਹੈ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਇਹਦਾ ਮਤਲਬ ਕਿ ਭਾਸ਼ਾ ਦਾ ਵਿਸ਼ਾ ਨਹੀਂ ਹੈਗਾ। ਜੇ ਪਰਮਾਤਮਾ ਤੁਹਾਨੂੰ ਬਾਰ-ਬਾਰ ਇਹੋ ਗੱਲ ਸਮਝਾਈ ਜਾਂਦੀ ਹੈ, ਪੜ੍ਹਨਾ ਲਿਖਣਾ ਸੁਣਨਾ ਇਹ ਇੱਕ ਅਲੱਗ ਚੀਜ਼ ਹੈ। ਅਨਪੜ੍ਹ ਬੰਦਾ ਵਾ ਉਹ ਫਿਰ ਉਹ ਕਿੱਥੋਂ ਪੜੂਗਾ? ਉਹਦੇ ਵਾਸਤੇ ਵੀ ਗੌਰ ਕੀਤਾ, ਉਹਦੇ ਵਾਸਤੇ ਦੇਖੋ ਗੁਰਬਾਣੀ ਦੇ ਵਿੱਚ ਉਹਦੇ ਵਾਸਤੇ ਵੀ ਸੇਧ ਹੈਗੀ। ਕਹਿੰਦੇ ਮਨ ਸਮਝਾਵਣ ਕਾਰਨੇ ਕਛੁਅਕ ਪੜੀਏ ਗਿਆਨ। ਕਹਿੰਦੇ ਥੋੜਾ ਬਹੁਤ ਗਿਆਨ ਤਾਂ ਤੈਨੂੰ ਲੈਣਾ ਪੈਣਾ, ਤੇਰੇ ਮਨ ਨੇ ਸਮਝਣਾ ਨਹੀਂ ਆ। ਇਹ ਮਨ ਨੂੰ ਥੋੜਾ ਜਿਹਾ ਸਮਝਾਉਣ ਵਾਸਤੇ। ਹਾਂਜੀ ਹਾਂ, ਪੈਲੀ ਜਿਹੜੀ ਹੈ ਨਾ, ਪੈਲੀ ਨੂੰ ਬੱਤਰ ਕਰਦੇ ਪਏ ਆ ਅਸੀਂ, ਤੁਹਾਡੇ ਲਈ ਕੁਛ ਵੀ ਨਹੀਂ ਕਰਨ ਦੇ ਇੱਥੇ। ਕਿਉਂਕਿ ਕੁਝ ਜਿਹੜੇ ਤੁਹਾਡੇ ਮਨ ਦੇ ਅੰਦਰ ਵਿਚਾਰ ਨੇ, ਉਹਨਾਂ ਨੂੰ ਵਿਚਾਰਾਂ ਦੇ ਨਾਲ ਹੀ ਨਸ਼ਟ ਕੀਤਾ ਜਾ ਸਕਦਾ। ਜਿੱਦਾਂ ਦੇਖੋ ਤੰਦਰੁਸਤੀ ਤੁਹਾਡੇ ਸਰੀਰ ਦੇ ਅੰਦਰ ਹੈ, ਦਵਾਈ ਡਾਕਟਰ ਦਿੰਦੇ ਆ, ਉਹ ਕੀ ਕਰਦੇ ਆ? ਉਹ ਬਿਮਾਰੀ ਨੂੰ ਕੁਝ ਸਮੇਂ ਲਈ ਨੱਪਦੀ ਆ, ਦਵਾਈ ਨਸ਼ਟ ਨਹੀਂ ਕਰਦੀ। ਇੱਕ ਮੇਰੀ ਗੱਲ ਯਾਦ ਰੱਖਣਾ, ਨਸ਼ਟ ਤੇ ਤੁਹਾਡੇ ਇਮਿਊਨ ਸਿਸਟਮ ਨਹੀਂ ਕਰਨਾ ਉਹਨੂੰ, ਪਰ ਉਹ ਕੀ ਕਰਦੇ? ਉਹਨੂੰ ਮਦਦ ਕਰਦੇ ਆ। ਉਹਦੀ ਬਿਮਾਰੀ ਉਹਨੂੰ ਨੱਪਦੇ ਨੇ, 2-4 ਦਿਨ ਹੀ ਨੱਪੀ ਜਾਵੇ। ਤੇ ਜਦੋਂ ਤੁਹਾਡਾ ਇਮਿਊਨ ਸਿਸਟਮ ਤਗੜਾ ਹੋ ਗਿਆ ਤੇ ਉਹਨੇ ਬਿਮਾਰੀ ਦੇ ਕੀਟਾਣੂ ਮਾਰਦੇ ਨੇ। ਠੀਕ ਹੈ ਨਿਜਰ ਸਾਹਿਬ? ਹਾਂਜੀ ਬਿਲਕੁਲ ਠੀਕ ਹੈ। ਇਸੇ ਹੀ ਤਰ੍ਹਾਂ ਜਿਹੜੀ ਕਥਾ ਹੁੰਦੀਆਂ ਨੇ, ਆਪਾਂ ਜਿਹੜੀ ਵਿਆਖਿਆ ਕਰਦੇ ਨਾ, ਇਹ ਕੇਵਲ ਤੁਹਾਡੇ ਵਿਚਾਰਾਂ ਨੂੰ ਸਿੱਧਾ ਕਰਨਾ ਹੁੰਦਾ ਹੈ। ਕਿਉਂਕਿ ਕੋਈ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਗੱਲਾਂ ਬਾਕੀ ਠੀਕ ਕੀਤੀਆਂ ਜਾ ਸਕਦੀਆਂ ਤੇ ਇਹ ਮਾਰ ਕੇ ਤਾਂ ਦਾ। ਤੇ ਹਾਂਜੀ ਨਿਜਰ ਸਾਹਿਬ ਆਪ ਸ਼ੁਰੂ ਕਰੋ। ਹਾਂਜੀ, ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਮਾਲੇ ਨਾਓ। ਆਪਾਂ ਨੇ ਜਿਹੜੇ ਹੈਗੇ ਇਹ ਸੁਣਨ ਦੇ ਜਿਹੜੇ ਹੈਗੇ ਅੰਕ ਲਏ ਸੀਗੇ ਤੇ ਮੰਨਣ ਦੇ ਲਏ ਸੀਗੇ। ਉਹਦੇ ਚ ਆਪਾਂ ਨੇ ਫਿਰ ਸਾਰੰਗ ਦੀ ਵਾਰ ਵੀ ਲਈ ਸੀਗੀ। ਇਹ ਸੁਣਨਾ ਤੇ ਮੰਨਣਾ ਜਿਹੜਾ ਹੈਗਾ, ਇਹ ਗਿਆਨ ਜਿਹੜਾ ਜੋ ਆਪਾਂ ਗਿਆਨ ਲੈ ਰਹੇ ਹਾਂ ਬ੍ਰਹਮ ਗਿਆਨ, ਇਹਦੀ ਜਦ ਕਾਰਵਾਈ ਪਾਉਣੇ ਆ, ਜਦ ਆਪਾਂ ਧਿਆਨ ਸਿਮਰਨ ਕਰਦੇ ਹਾਂ, ਜਦ ਆਪਾਂ ਅੰਤਰ ਸੁਰਤ ਅੰਦਰ ਵੱਲ ਨੂੰ ਮੋੜਦੇ ਹਾਂ, ਤੇ ਜਿਆਦਾ ਵਿਚਾਰ ਜਿਹੜੇ ਹੈਗੇ ਆਪਣੇ ਕੰਟਰੋਲ ਦੇ ਵਿੱਚ ਆਉਂਦੇ ਆ, ਤੇ ਆਟੋਮੈਟਿਕਲੀ ਜਿਹੜਾ ਹੈਗਾ ਉਹ ਅੰਦਰ ਜਿਹੜਾ ਹੈਗਾ ਉਸ ਸ਼ਬਦ ਜਿਹੜਾ ਹੈਗਾ ਆਪਾਂ ਨੂੰ ਸੁਣਨ ਲੱਗ ਜਾਂਦਾ। ਉਹਦੀ ਗੱਲ ਕਰ ਰਹੇ ਆ ਮਹਾਰਾਜ, ਔਰ ਉਹਨੂੰ ਜਿਹੜਾ ਹੈਗਾ ਮਨ ਦੇ ਵਿੱਚ ਵਸਾਉਣਾ ਹੈ। ਸੁਣਿਆ ਮੰਨਿਆ ਮਤਲਬ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਰੂਟੀਨ ਬਣ ਜਾਏ, ਜਿੱਥੇ ਆਪਣੇ ਮਨ ਦੇ ਵਿੱਚ ਸੰਸਕਾਰ ਬਣੇ ਹੋਏ ਆ, ਉਹ ਲੀਹਾਂ ਮਿਟ ਕੇ ਉਹਨਾਂ ਦੇ ਉੱਤੇ ਆਹ ਲੀਹ ਬਣ ਜਾਏ, ਧਿਆਨ ਸਿਮਰਨ ਵਾਲੀ ਲੀਹ ਪੱਕੀ ਹੋ ਜਾਏ। ਸੁਣਿਆ ਮੰਨਿਆ ਮਨ ਕੀਤਾ ਪਾਓ। ਇਹ ਹੋਏਗਾ ਜੇ ਮਨ ਦੇ ਵਿੱਚ ਭਾਵਨਾ ਹੋਏਗੀ, ਜੇ ਮਨ ਜਿਹੜਾ ਹੈਗਾ ਧਿਆਨ ਸਿਮਰਨ ਵਾਸਤੇ ਜਿਹੜਾ ਹੈਗਾ ਮਨ ਦੇ ਅੰਦਰ ਜਿਹੜੀ ਹੈਗੀ ਆ ਉਹਦੀ ਮਰਜ਼ੀ ਜਿਹੜੀ ਹੈਗੀ ਧਿਆਨ ਸਿਮਰਨ ਦੀ ਹੋ ਜਾਏਗੀ। ਭਾਵਨਾ ਦੇ ਨਾਲ ਇਹ ਕੰਮ ਕਰਨਾ ਹੈ ਭਾਈ। ਇਹ ਧਿਆਨ ਸਿਮਰਨ, ਸੁਣਿਆ ਮੰਨਿਆ ਮਤਲਬ ਧਿਆਨ ਸਿਮਰਨ। ਸੁਣਿਆ ਮੰਨਿਆ ਮਨ ਕੀਤਾ ਪਾਓ, ਤਾਂ ਕਹਿੰਦੇ ਆ ਅੰਤਰਗਤ ਤੀਰਥ ਮਲ ਨਾਓ। ਜਿਹੜਾ ਹੁਣ ਗੋਰਖੀ ਸਾਹਿਬ ਨੇ ਕਿਹਾ ਹੈ ਵੀ ਬੀਜ ਜਿਹੜਾ ਹੈਗਾ ਪੈਲੀ 'ਚ ਨੱਪਣਾ ਆ। ਇਹ ਸੁਰਤ ਜਿਹੜਾ ਹੈਗਾ ਸੁਰਤ ਔਰ ਆਤਮਾ ਦੀ ਖੇਡ ਹੈਗੀ ਆ। ਇਹਦੇ ਵਾਸਤੇ ਜਿਹੜੀ ਹੈਗੀ ਆ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇੱਥੇ ਵੀ ਮਹਾਰਾਜ ਕਹਿੰਦੇ ਆ ਸ਼ਬਦ ਗੁਰੂ ਹੈਗਾ ਪਾਏ। ਸ਼ਬਦ ਦੇ ਨਾਲ ਹੀ ਸਾਰਾ ਕੁਝ ਹੋਣਾ ਹੈ। ਇਹਦੇ ਨਾਲ ਅੰਤਰਗਤ ਤੀਰਥ ਮਨਾਓ ਕਿ ਅੰਦਰ ਖਾਤੇ ਹੀ ਜਿਹੜਾ ਹੈਗਾ ਤੇਰਾ ਜਿਹੜਾ ਹੈਗੀ ਸਾਰੇ ਮਨ ਦੀ ਮੈਲ ਜਿਹੜੀ ਹੈਗੀ ਉਤਰ ਜਾਏਗੀ। ਸਾਰੀਆਂ ਤੇਰੀਆਂ ਜਿਹੜੀਆਂ ਹੈਗੀਆਂ ਸੰਸਕਾਰ, ਤੇਰੀਆਂ ਲੀਹਾਂ ਜਿਹੜੀਆਂ ਹੈਗੀਆਂ ਇਹਦੇ ਨਾਲ ਮਿਟ ਜਾਣਗੀਆਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਹੁਣ ਆਪ ਜੀ ਨੇ ਪਹਿਲਾਂ ਵਿਚਾਰ ਕੀਤੀ ਹੈ, ਗਿਆਨ ਇੰਨਾ ਸਰਲ ਹੈ ਨਾ, ਇੰਨਾ ਜ਼ਿਆਦਾ ਸਰਲ ਹੈ ਨਾ, ਕਿਉਂਕਿ ਪਰਮਾਤਮਾ ਨੇ ਕਿਤੇ ਆਪਣਾ ਗਿਆਨ ਕਿਤੇ ਉਲਝਣ ਵਾਲਾ ਥੋੜੀ ਰੱਖਣਾ ਵਾ। ਬਹੁਤ ਸਿੰਪਲ। ਆਪਾਂ ਕੀ ਕਰਨਾ, ਫਿਰ ਵਿਚਾਰ ਹੋ ਕੇ ਆਪਣੀ ਸੁਰਤੀ ਨੂੰ ਆਤਮ ਤੱਤ ਚ ਲੀਨ ਕਰਨਾ, ਬਸ ਇੰਨਾ ਹੀ ਕੰਮ ਕਰਨਾ ਹੁੰਦਾ। ਔਰ ਜਦੋਂ ਵੀ ਅਸੀਂ ਆਪਣੀ ਸੁਰਤੀ ਨੂੰ ਉੱਥੇ ਲੈ ਜਾਂਦੇ ਹਾਂ, ਫਿਰ ਉਹ ਸੁਰਤੀ ਜਿਹੜੀ ਜਦੋਂ ਆਤਮਾ ਦੇ ਲਾਗੇ ਗਈ ਤੇ ਆਤਮਾ ਨੇ ਸੁਰਤੀ ਨੂੰ ਆਪਣੇ ਨਾਲ ਖਿੱਚ ਲੈਣਾ
ਔਰ ਖਿੱਚਣ ਦੇ ਨਾਲ ਕੀ ਹੋਊਗਾ ਕਿ ਸਾਡੇ ਜਿਹੜੇ ਸਾਡਾ ਮਨ ਹੈ, ਅਗਿਆਨ ਹੈ, ਭਰਮ ਹੈ, ਉਹ ਹੌਲੀ ਹੌਲੀ ਕਰਕੇ ਆਪਣੇ ਆਪ ਹੀ ਨਸ਼ਟ ਹੋ ਜਾਣਾ। ਔਰ ਸਾਨੂੰ ਆਪਣੇ ਔਗਣਾਂ ਨੂੰ ਦੂਰ ਕਰਨ ਦੀ ਲੋੜ ਨਹੀਂ ਪਊਗੀ, ਕਿਉਂਕਿ ਔਗਣਾਂ ਨੂੰ ਅਸੀਂ ਦੂਰ ਨਹੀਂ ਕਰ ਸਕਦੇ, ਕਿਉਂਕਿ ਸਾਰੇ ਔਗਣ ਤੇ ਚਿੱਤ ਦੇ ਵਿੱਚ ਪ੍ਰਗਟ ਹੁੰਦੇ ਨੇ। ਔਰ ਸਾਡਾ ਜਿਹੜਾ ਚਿੱਤ ਹੈ, ਚਿੱਤ ਦੇ ਵਿੱਚ ਗੜਬੜ ਹੈ। ਪਰ ਜਦ ਤੱਕ ਚਿੱਤ ਨਹੀਂ ਸੁਧਰਦਾ, ਉਹਨਾਂ ਚਿਰ ਤੱਕ ਸਾਡਾ ਜੀਵਨ ਉੱਚਾ ਨਹੀਂ ਹੋ ਸਕਦਾ। ਠੀਕ ਹੈ ਨਾ ਜੱਸਾ ਜੀ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਔਰ ਇਹਦੇ ਵਾਸਤੇ ਜਿਹੜਾ ਹੈਗਾ ਚਿੱਤ ਨੂੰ ਸੁਧਾਰਨ ਵਾਸਤੇ ਹੀ ਮਹਾਰਾਜ ਕਹਿ ਰਿਹਾ, ਸੁਣਿਆ ਮੰਨਿਆ ਮਨੇ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਓ। ਇਹ ਜਿਹੜਾ ਸੁਣਨਾ ਹੈਗਾ, ਮੰਨਣਾ ਜਿਹੜਾ ਹੈਗਾ, ਮਨ ਦੇ ਵਿੱਚ ਉਤਰਨਾ ਜਿਹੜਾ ਹੈਗਾ, ਇਹ ਬਾਈ ਪ੍ਰੋਡਕਟ ਹੈਗਾ। ਆਪਾਂ ਜਿਹੜੇ ਹੈਗੇ ਜਦ ਸੁਰਤ ਨੂੰ ਅੰਦਰ ਖਾਤੇ ਜਿਹੜਾ ਹੈਗਾ, ਸੁਰਤ ਨੂੰ ਅੰਦਰ ਜੋੜਦੇ ਆ, ਵਿਚਾਰ ਜਿਹੜਾ ਆਪਣੇ ਪਟਲ ਨੂੰ ਜਿਹੜਾ ਹੈਗਾ, ਜਿਹੜਾ ਚਿੱਤ ਹੈਗਾ, ਉੱਥੇ ਜਿਹੜਾ ਹੈਗਾ ਜਿਹੜੀਆਂ ਪਤੰਗਾਂ ਉੱਡਦੀਆਂ, ਜਦ ਪਤੰਗਾਂ ਦੇ ਨਾਲ ਨਹੀਂ ਆਪਾਂ ਜੁੜਦੇ, ਔਰ ਪਟਲ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ, ਜਦ ਪਟਲ ਸਵਿਚ ਆਫ ਹੋ ਜਾਂਦਾ ਹੈ, ਉੱਥੇ ਫਿਰ ਜਿਹੜਾ ਹੈਗਾ ਆਹ ਚੀਜ਼ ਪੈਦਾ ਹੋ ਜਾਂਦੀ ਹੈ। ਉੱਥੇ ਜਿਹੜਾ ਹੈਗਾ ਇਹ ਸੁਣਨਾ, ਨਾਮ ਦਾ ਸੁਣਨਾ ਉੱਥੋਂ ਸ਼ੁਰੂ ਹੁੰਦਾ। ਇਹ ਬਾਈ ਪ੍ਰੋਡਕਟ ਹੈ, ਆਟੋਮੈਟਿਕਲੀ ਹੋਣਾ ਹੈ। ਇਹਦੇ ਵਾਸਤੇ ਆਪਾਂ ਨੂੰ ਕੁਝ ਨਹੀਂ ਕਰਨਾ। ਇਹ ਗਾਈਡੈਂਸ, ਆਪਣੇ ਆਪ ਮਾਲਕ ਪਰਮਾਤਮਾ ਨੇ ਜਿਹੜੀ ਹੈਗੀ ਜੀਵਨ ਯਾਤਰਾ ਸੁਖੈਨ ਕਰਨ ਦੇ ਵਾਸਤੇ ਜਿਹੜਾ ਹੈਗਾ, ਆਪਾਂ ਬਾਹਰੋਂ ਪਹਿਲਾਂ ਜਿਹੜੇ ਹੈਗੇ ਬਾਹਰਲੇ ਵਰਣਾਤਮਕ ਜਿਹੜਾ ਸ਼ਬਦ ਹੈ ਉਹਦੀ ਸਹਾਇਤਾ ਲੈਂਦੇ ਸੀਗੇ। ਹੁਣ ਮਾਲਕ ਪਰਮਾਤਮਾ ਨੇ ਆਪਾਂ ਨੂੰ ਜਿਹੜੀ ਹੈਗੀ ਆਟੋਮੈਟਿਕਲੀ ਅੰਦਰ ਖਾਤੇ ਹੀ ਜਿਹੜੀ ਹੈ ਧੁਨ ਪੈਦਾ ਹੋ ਜਾਂਦੀ ਹੈ। ਉਸ ਧੁਨ ਦੇ ਵਿੱਚ ਧਿਆਨ ਲਾਉਣਾ ਹੈ। ਧੁਨ ਮੈਂ ਧਿਆਨ ਮੈਂ ਜਾਣਿਆ। ਉਸ ਧੁਨ ਦੇ ਨਾਲ ਹੀ ਜਿਹੜਾ ਹੈਗਾ ਅੱਗੇ ਦੀ ਯਾਤਰਾ ਸੁਖੈਨ ਹੋ ਜਾਂਦੀ। ਅੰਤਰਗਤ ਤੀਰਥ ਮਲ ਨਾਓ, ਇਹ ਮਨ ਦੀ ਮੈਲ ਇਸ ਤਰੀਕੇ ਦੇ ਨਾਲ ਧਿਆਨ ਸਿਮਰਨ ਦੇ ਦੁਆਰਾ ਉਤਰਦੀ ਹੈਗੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਇੱਥੇ ਪਤਾ ਕੀ ਹੋਣਾ ਹੈ, ਹੁਣ ਕਿੱਦਾਂ ਪਤਾ ਲੱਗੇਗਾ ਕਿ ਤੁਹਾਡੀ ਦਿਸ਼ਾ ਬਿਲਕੁਲ ਸਹੀ ਹੈ, ਆਤਮ ਤੱਤ ਵੱਲ ਹੋ ਗਈ ਹੈ, ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਤੁਹਾਡੇ ਜੀਵਨ 'ਚ ਇੱਕ ਚੀਜ਼ ਆਉਣੀ ਆ, ਉਹ ਹੈ ਆਨੰਦ ਤੇ ਸ਼ਾਂਤੀ। ਦੋਨੋਂ ਇਕੱਠੇ ਹੋਣੇ। ਔਰ ਜਦੋਂ ਵੀ ਆਨੰਦ ਤੇ ਸ਼ਾਂਤੀ ਤੁਹਾਡੇ ਜੀਵਨ 'ਚ ਆਏ, ਤੇ ਤੁਹਾਡੀ ਜਿਹੜੀ ਦੌੜ ਭੱਜ ਉਹ ਬੰਦ ਹੋ ਜਾਣੀ। ਤੁਸੀਂ ਮਹਿਸੂਸ ਕਰੋਗੇ ਕਿ ਮੈਂ ਕਿਤੇ ਪਹੁੰਚ ਗਿਆ, ਪਰ ਇਹ ਨਹੀਂ ਪਤਾ, ਹਜੇ ਤੁਹਾਨੂੰ ਪਤਾ ਨਹੀਂ ਮੈਂ ਕਿੱਥੇ ਪਹੁੰਚਿਆ, ਕਿਉਂਕਿ ਹਜੇ ਪ੍ਰੋਸੈਸ ਦੇ ਵਿੱਚ ਹਜੇ ਕੰਪਲੀਟ ਨਹੀਂ ਹੋਇਆ। ਕਿਉਂਕਿ ਰੁੱਖ ਜਿਹੜਾ ਲਾਈਦਾ ਧਰਤੀ 'ਚ, ਉਹਨੂੰ ਇੱਕਦਮ ਥੋੜ੍ਹੀ ਫਲ ਲੱਗ ਜਾਂਦੇ ਜਾਂ ਫਰੂਟ ਲੱਗ ਜਾਂਦੇ ਆ, ਉਹ ਪ੍ਰੋਸੈਸ ਆ ਉਹ। ਪਰ ਰੁੱਖ ਨੂੰ ਨਹੀਂ ਪਤਾ, ਪਰ ਮਾਲੀ ਨੂੰ ਪਤਾ ਹੈ ਕਿ ਉਹ ਪ੍ਰੋਸੈਸ ਦੇ ਵਿੱਚ। ਛੋਟੇ ਬੱਚਿਆਂ ਨੂੰ ਨਹੀਂ ਪਤਾ। ਬੱਚੇ ਕਹਿੰਦੇ ਕਿ ਪਾਪਾ ਇਹਨੂੰ ਫਰੂਟ ਕੋ ਨਹੀਂ ਲੱਗ ਰਿਹਾ, ਇਹਨੂੰ ਫੁੱਲ ਕੋ ਨਹੀਂ ਲੱਗਦੇ, ਪਰ ਮਾਲੀ ਕਹਿੰਦਾ ਕਿ ਬੇਟਾ ਇਹਨੂੰ ਟਾਈਮ ਲੱਗਣਾ ਹੈ, ਕਿਉਂਕਿ ਇਹ ਪ੍ਰੋਸੈਸ ਦੇ ਵਿੱਚ ਹੈ। ਇਸੇ ਹੀ ਤਰ੍ਹਾਂ ਜਦੋਂ ਅਸੀਂ ਇਸ ਧਿਆਨ ਸਿਮਰਨ ਦੇ ਵਿੱਚ ਆਪਣੇ ਆਪ ਨੂੰ ਤੋਰੀ ਹੀ ਜਾਂਦੇ ਹਾਂ, ਔਰ ਇੱਕ ਸਮਾਂ ਆਊਗਾ ਬਿਲਕੁਲ ਸਾਡੇ ਅੰਦਰ ਇੱਕ ਪ੍ਰੋਪਰ ਚੇਤਨਾ ਦਾ ਦਰਖਤ ਪ੍ਰਗਟ ਹੋ ਜਾਣਾ। ਬਿਲਕੁਲ ਭਲੇ ਛੋਟਾ ਜਿਵੇਂ ਛੋਟਾ ਪੌਦਾ ਹੈ ਨਾ, ਤੇ ਉਹ ਵੇਖਣ ਨੂੰ ਬਿਲਕੁਲ ਨਿੱਕਾ ਜਿਹਾ ਲੱਗਦਾ। ਤੁਸੀਂ ਵੇਖੋਗੇ ਕਿ ਇਹ ਐਡਾ ਵੱਡਾ ਰੁੱਖ ਬਣ ਜੂਗਾ। ਅੰਬ ਦਾ ਰੁੱਖ ਐਡਾ ਵੱਡਾ, ਉਹ ਛੋਟਾ ਹੈ ਜੀ, ਅਜੇ ਵੀ ਤੁਹਾਨੂੰ ਪਤਾ ਲੱਗਣਾ, ਪਰ ਉਹੀ ਰੁੱਖ ਦੇ ਅੰਦਰ ਹੈ ਉਸ ਸਮਰੱਥਾ। ਇਸੇ ਹੀ ਤਰ੍ਹਾਂ 1 ਮਿੰਟ ਦੀ, 2 ਮਿੰਟ ਦੀ, 5 ਮਿੰਟ ਦੀ, 3 ਮਿੰਟ ਦੀ, 20 ਸੈਕਿੰਡ ਦੀ ਸਮਾਧੀ ਸਾਨੂੰ ਪ੍ਰਾਪਤ ਹੁੰਦੀ ਹੈ, ਬਹੁਤ ਛੋਟੀ, ਔਰ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਸਾਨੂੰ ਸਮਾਧੀ ਮਿਲਦੀ ਹੈ। ਇਹ ਦੇਖੋ ਇੱਕ ਚੀਜ਼ ਬੜੀ ਹੈਰਾਨਗੀ ਵਾਲੀ ਗੱਲ ਹੈ। ਫਿਰ ਤੁਸੀਂ ਇੱਕ ਚੀਜ਼ ਹੋਰ ਸਮਝੋ। ਹੁਣ ਮੈਨੂੰ ਇੱਕ ਵੀਰ ਕਹਿੰਦਾ ਕਿ ਕਿੱਦਾਂ ਪਤਾ ਲੱਗੂਗਾ ਕਿ ਮੈਨੂੰ ਆਤਮ ਗਿਆਨ ਪ੍ਰਾਪਤ ਹੋ ਗਿਆ। ਮੈਂ ਕਿਹਾ ਵੀਰ ਜੀ, ਤੁਸੀਂ ਪਾਣੀ ਪੀਂਦੇ ਜੋ, ਤੇ ਪਿਆਸ ਦੇ ਲਈ ਤੁਹਾਨੂੰ ਕੀ ਸਰਟੀਫਿਕੇਟ ਲੈਣਾ ਪੈਂਦਾ ਕਿ ਮੈਂ ਤ੍ਰਿਪਤ ਹੋ ਗਿਆ? ਠੀਕ ਹੈ ਮਿੱਤਰ ਸਾਹਿਬ? ਬਿਲਕੁਲ। ਮੈਂ ਉਹ ਤਾਂ ਤੁਹਾਡੇ ਅੰਦਰ ਹੀ ਨੇ ਦੱਸ ਦੇਣਾ। ਮੈਂ ਉਹਦੇ ਲਈ ਕੋਈ ਸਰਟੀਫਿਕੇਟ ਦੀ ਲੋੜ ਨਹੀਂ ਆ। ਉਹ ਤੁਹਾਡੇ ਔਰਗਨ ਦੱਸਣਗੇ ਕਿ ਮੇਰੇ ਅੰਦਰ ਪਾਣੀ ਜਾ ਚੁੱਕਿਆ। ਤੇ ਮੈਂ ਜਿੱਦਣ ਤੁਹਾਨੂੰ ਆਤਮ ਗਿਆਨ ਪ੍ਰਾਪਤ ਹੋ ਗਿਆ ਨਾ, ਮੈਂ ਇੱਡੀ ਵੱਡੀ ਘਟਨਾ ਵਾ ਨਾ, ਇਹ ਨਾ ਸੋਚੋ ਕਿ ਤੁਹਾਨੂੰ ਪਤਾ ਨਹੀਂ ਲੱਗੂਗਾ। ਬਹੁਤ ਵੱਡੀ ਘਟਨਾ ਹੈ, ਔਰ ਜਦੋਂ ਤੁਹਾਡੇ ਜੀਵਨ 'ਚ ਹੋਏਗੀ ਨਾ, ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਲੱਗੇ। ਠੀਕ ਹੈ ਨਾ ਜੀ ਸਾਹਿਬ? ਅੱਗੇ ਚਲੀਏ। ਹਾਂਜੀ, ਹੁਣ ਇੱਥੇ ਜਿਹੜਾ ਹੈਗਾ ਅੱਗੇ ਬਿਲਕੁਲ ਜਿਹੜੀ ਹੈਗੀ ਬਹੁਤ ਵਧੀਆ ਗੱਲ ਕਰ ਰਹੇ ਮਹਾਰਾਜ। ਕਹਿੰਦੇ ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਕਹਿੰਦੇ ਮਾਲਕਾ ਸਾਰੇ ਗੁਣ ਤਾਂ ਤੇਰੇ ਹੈਗੇ ਆ, ਤੇਰੇ ਕੋਲ ਸਾਰੇ ਗੁਣ ਹੈਗੇ ਆ। ਜੇ ਤੂੰ ਗੁਣ ਜਿਹੜੇ ਤੇਰੇ ਗੁਣ ਤਾਂ ਆਪਣੇ ਕੋਲ ਹੀ ਰੱਖੇਗਾ ਤੇ ਮੈਂ ਕਿਹੜੇ ਪਾਸਿਓਂ ਭਗਤੀ ਕਰ ਲੂੰਗਾ?
सब गुण तेरे मैं नाही कोय, विण गुण कीते भगत ना होए। कहते गुण दे, इधर लिया गुण तां भगती होनी है, एवें दी भगती नहीं हो सकती। सब गुण तेरे मैं नाही कोय, विण गुण कीते भगत ना होए। भगत तत्ते दी सियारी है, कहते भगती नहीं हो सकती बगैर गुणा दे मालका, बगैर गुणा दे अवगुणा दे नाल मैं किस तरह भगती करूँगा। तू गुण मैनू दे ते मैं भगती करूँगा। गुण देने परमात्मा ने, अवगुण गुण आ गए। हुण जिहड़ा हैगा प्रकाश आ गया ते हनेरा जिहड़ा हैगा ਉਹਨੂੰ ਚੱਕ ਕੇ ਹਨੇਰੇ ਨੂੰ ਜਿਹੜਾ ਆਪਾਂ ਨੇ ਵੈਕਿਊਮ ਨਾ ਦੂਰ ਕਰਨਾ ਹੈ ਹਨੇਰੇ ਨੂੰ। ਪ੍ਰਕਾਸ਼ ਗੁਣ ਆਇਆ ਤੇ ਅਵਗੁਣ ਆਟੋਮੈਟਿਕਲੀ ਚਲੇ ਜਾਣੇ ਆ ਭਾਈ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਥ ਬਾਣੀ ਬਰਮਾਓ। ਸਵਸਤ मतलब ਕਹਿੰਦੇ ਆ ਨਮਸਕਾਰ ਕਰਨਾ। ਮੈਂ ਤੇਰੇ ਅੱਗੇ ਨਮਸਕਾਰ ਆ, ਤੇਰੇ ਅੱਗੇ ਝੁਕਦਾ ਆ। ਸਵਸਤ ਆਥ ਬਾਣੀ ਬਰਮਾਓ। ਇਹ ਬ੍ਰਹਮ ਬਾਣੀ ਜਿਹੜੀ ਹੈਗੀ ਆ ਇਹਦੇ ਅੱਗੇ ਮੈਂ ਝੁਕਦਾ ਆ। ਤੂੰ ਮੈਨੂੰ ਜਿਹੜਾ ਹੈਗਾ ਆਹ ਗੁਣ ਦਿੱਤਾ, ਮੈਨੂੰ ਆਹ ਰਸਤਾ ਦਿਖਾਇਆ, ਮੈਨੂੰ ਆਪਣੇ ਧਿਆਨ ਸਿਮਰਨ ਦੇ ਵੱਲ ਨੂੰ ਮੈਨੂੰ ਮੋੜਿਆ। ਕਹਿੰਦੇ ਮੈਂ ਨਤਮਸਤਕ ਹੈਗਾ ਆ। ਸਵਸਤਾਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਇਸ ਤਰ੍ਹਾਂ ਇਹਦੇ ਨਾਲ ਕੀ ਹੁੰਦਾ ਹੈ? ਕਹਿੰਦੇ ਜਿਸ ਤਰੀਕੇ ਦੇ ਨਾਲ ਤੂੰ ਜਿਹੜਾ ਹੈਗਾ ਸਤ ਹਮੇਸ਼ਾ ਰਹਿਣ ਵਾਲਾ ਹੈਗਾ, ਖੁਸ਼ਹਾਲ ਹੈਗਾ। ਸੁਹਾਣ मतलब सोहना, खुशहाल, खेड़ा, आनंद, सदा मने चाओ। और तेरे मन च जिस तरह खड़ा हैगा हमेशा, मेरे अंदर भी जिहड़ी हैगी आ चीज़ आउण लग पई। सत सुहाण सदा मने चाओ। ये कादे नाल आउणा है? गुणां दे नाल आउणा है। जद आपां ध्यान सिमरन करदे आ तद ये चीज़ आउणी आ। हाँ जी वीर जी। अब 1 सेकंड लाऊंगा मैं, 1 सेकंड। हाँ जी ठीक है जी। हाँ जी हाँ जी। तो को बोल दो दोबारा। सब गुण तेरे मैं नाही कोई। हुण जे देख लो महाराज जिहड़े हैगे बिल्कुल जीरो लेवल तो जिहड़ा हैगा हरेक कोई भी जिहड़ा जिन्ना भी जिहो जिहा मर्जी इंसान होए वो भगती कर सकदा है। ਉਹਦੇ ਵੱਲੋਂ ਮਹਾਰਾਜ ਸਾਡੇ ਵੱਲੋਂ ਜਿਹੜੇ ਹੈਗੇ ਸਾਨੂੰ ਇਹ ਗਿਆਨ ਦੇ ਰਹੇ, ਸਾਨੂੰ ਇਹਦੇ ਸਾਡੇ ਅੰਦਰ ਉਤਸ਼ਾਹ ਪੈਦਾ ਕਰ ਰਹੇ ਆ ਭਾਈ ਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ। ਕਹਿੰਦੇ ਸਾਰੇ ਗੁਣ ਤੇਰੇ ਆ ਮਾਲਕਾ, ਮੇਰੇ ਕੋਲ ਕੋਈ ਗੁਣ ਨਹੀਂ ਹੈਗਾ। ਵਿਣ ਗੁਣ ਕੀਤੇ ਭਗਤ ਨਾ ਹੋਏ। ਭਗਤੀ ਜਿਹੜੇ ਹੈਗੇ ਮੈਂ ਹੁਣ ਕਰਨਾ ਚਾਹੁੰਦਾ ਆ ਤੇ ਭਗਤੀ ਦਾ ਤੂੰ ਗਿਆਨ ਦਿੱਤਾ ਹੈ ਤੇ ਗੁਣ ਵੀ ਦੇ ਦੇ ਮੈਨੂੰ। ਗੁਣਾਂ ਦੇ ਬਗੈਰ ਭਗਤੀ ਨਹੀਂ ਹੋ ਸਕਦੀ। ਹਾਂਜੀ ਗੋਰਖੀ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਆਪ ਜੀ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਇਆ ਗਿਆ ਹੈ। ਨਕਲੀ ਫੁੱਲ ਜਿਹੜੇ ਹੁੰਦੇ ਆ ਨਕਲੀ ਹੁੰਦੇ ਆ, ਕਿਉਂਕਿ ਉਹਨਾਂ ਦਾ ਵਜੂਦ ਕੋਈ ਨਹੀਂ ਹੁੰਦਾ। ਤੁਸੀਂ ਬਾਜ਼ਾਰੋਂ ਫਰੂਟ ਲਿਆ ਕੇ ਲਾ ਦੋ ਕਿ ਰੁੱਖ ਨੂੰ, ਉਹ ਕੀ ਗੱਲ ਬਣ ਜੇ। ਇਸੇ ਹੀ ਤਰ੍ਹਾਂ ਕਈ ਲੋਕ ਕਹਿੰਦੇ ਨਾ ਕਿ ਚੰਗੇ ਆ, ਭਲੇ ਹਾਂ, ਬੁਰੇ ਹਾਂ। ਉਹ ਕਿੱਥੋਂ ਭਲੇ? ਤੇਰੇ ਚ ਗੁਣ ਕਿੱਥੋਂ ਆਏ? ਇਹ ਤੇ ਨਾਮ ਤੋਂ ਬਿਨਾਂ ਤੇ ਅਚਾਰ ਕਿੱਥੋਂ ਆ ਸਕਦੇ ਆ ਤੇਰੇ? ਉਹ ਨੀਚੇ ਸਭ ਉਹ ਤੋਂ ਕੋ ਬੋਲਦੇ ਦੁਬਾਰਾ। ਸੱਚੋਂ ਉਰੇ ਸਭ ਕੋ ਉੱਪਰ ਸੱਚ ਅਚਾਰ। ਔਰ ਉਹ ਦੂਸਰਾ ਉਹ ਇੱਕ ਆਉਂਦੀ ਆ ਉਹਦੇ ਵਿੱਚ ਕਹਿੰਦੇ ਵਿਣ ਨਾਮੇ ਕੈਸਾ ਆਚਾਰ। ਹਾਂ ਕਹਿੰਦੇ ਸੱਚ ਤੋਂ ਉਰੇ ਸਭ ਕੁਝ ਹੈ ਤੇ ਸਭ ਤੋਂ ਅੱਗੇ ਸੱਚ ਆਚਾਰ ਹੈ। ਚੰਗੇ ਕਰਮ ਕੈਸੇ ਆਚਾਰ, ਨਾਮ ਬਿਨਾ ਕੈਸੇ ਆਚਾਰ। ਹਾਂ ਤੇ ਫਿਰ ਅਗਲੇ ਬੰਦੇ ਬਾਣੀ ਕਹਿੰਦੀ ਆ ਨਾਮ ਤੋਂ ਬਿਨਾ ਆਚਾਰ ਤੇ ਕਿੱਥੋਂ ਆ ਜਾਣਗੇ? ਚੰਗੇ ਗੁਣ ਤੇਰੇ ਤੋਂ ਕਿੱਥੋਂ ਪੈਦਾ ਹੋ ਜਾਣਗੇ? ਇਹ ਦੇਖੋ ਜਦੋਂ ਰੁੱਖ ਹੀ ਨਹੀਂ ਆਪਾਂ ਲਾਇਆ ਤੇ ਇਹ ਫਲ ਕਿੱਥੋਂ ਆਊਗਾ? ਫਰੂਟ ਕਿੱਥੋਂ ਲੱਗਣਗੇ? ਭਗਤੀ ਇੱਕ ਐਸਾ ਰੁੱਖ ਹੈ ਜਿਹਨੂੰ ਲਾਉਣਾ ਪੈਂਦਾ ਹੈ ਔਰ ਜੀਵ ਖੁਦ ਲਾਉਂਦਾ ਹੈ ਔਰ ਫਿਰ ਪ੍ਰਮਾਤਮਾ ਕੀ ਦਿੰਦਾ ਹੈ? ਚੰਗੇ ਗੁਣਾਂ ਦੇ ਨਾਲ ਉਹਨੂੰ ਨਵਾਜਦਾ ਹੈ ਫਿਰ ਭਗਤ ਨੂੰ। ਇਸੇ ਲਈ ਹੀ ਜਿਹੜੇ ਗੁਣ ਹੈ ਪ੍ਰਮਾਤਮਾ ਦੇ ਨੇ, ਸਾਡੇ ਚ ਕਿੱਥੋਂ ਆਉਣਗੇ? ਇਹ ਜਿਹੜੀ ਸਾਰੀ ਕਿਰਿਆ ਹੈ ਨਾ, ਇਹ ਕਿਰਿਆ ਆਪਾਂ ਸ਼ੁਰੂ ਕਰਨੀ ਹੈ ਔਰ ਉਸ ਤੋਂ ਬਾਅਦ ਫਿਰ ਪ੍ਰਮਾਤਮਾ ਨੇ ਕੀ ਦੇਣਾ? ਆਪਣੇ ਗੁਣ ਸਾਨੂੰ ਦੇਣੇ ਨੇ। ਨਿਮਰਤਾ, ਉਸ ਤੋਂ ਬਾਅਦ ਹੋਰ ਜਿਹੜੇ ਗਰੀਬੀ, ਸੱਚ ਬੋਲਣਾ, ਹਾਂਜੀ ਗਰੀਬੀ, ਦਿਲ ਚ ਇੱਕ ਸਬਰ, ਇੱਕ ਸੰਤੋਖ, ਇਹ ਸਾਰੇ ਪ੍ਰਮਾਤਮਾ ਸਾਨੂੰ ਫੁੱਲਾਂ ਦੇ ਰੂਪ ਚ ਸਾਡੀ ਝੋਲੀ ਚ ਪਾਉਂਦਾ ਹੈ। ਔਰ ਸਭ ਤੋਂ ਵੱਡਾ ਜਿਹੜਾ ਸੰਤੋਖ ਜਦੋਂ ਸਾਨੂੰ ਮਿਲਦਾ ਹੈ ਨਾ, ਇੱਕ ਦਿਨ ਤੁਹਾਨੂੰ ਸੰਤੋਖ ਮਿਲੂਗਾ ਤੇ ਤੁਸੀਂ ਖੁਦ ਕਹੋਗੇ ਕਿ ਹੁਣ ਗਤੀ ਰੁਕ ਗਈ ਹੈ,
ਹੁਣ ਕੀ ਨਹੀਂ ਕਰਦਾ ਕੁਝ ਪੜਨ, ਤੂੰ ਪੜ ਲਿਆ ਵਾ, ਜੋ ਪੜਨਾ ਸੀ ਉਹ ਤਾਂ ਪਤਾ ਲੱਗ ਗਿਆ। ਜਦੋਂ ਤੁਹਾਡੀ ਸੁੱਤੀ ਆਤਮਾ 'ਚ ਸਥਿਰ ਹੋ ਗਈ ਨਾ ਤੇ ਫਿਰ ਕਿਤੇ ਪੜਨ ਦੀ ਲੋੜ ਹੀ ਨਹੀਂ। ਤੁਹਾਨੂੰ ਪਤਾ ਹੈ ਕਿਤਾਬਾਂ 'ਚ ਕੀ ਲਿਖਿਆ, ਗ੍ਰੰਥਾਂ 'ਚ ਕੀ ਲਿਖਿਆ, ਕਿਉਂਕਿ ਮੇਨ ਜਿਹੜਾ ਜਿੱਥੇ ਆਤਮਾ ਖੁਦ ਬੈਠੀ ਹੈ, ਜਿਹਦੇ ਵਿੱਚੋਂ ਹੀ ਸਭ ਕੁਝ ਆ ਰਿਹਾ ਹੈ, ਪਰ ਜਦੋਂ ਸਥਿਰਤਾ ਤੁਹਾਨੂੰ ਉੱਥੇ ਮਿਲ ਗਈ ਤੇ ਉਹ ਸਮਝ ਲਓ ਸਾਰਾ ਕਾਰਜ ਪੂਰਾ ਹੋ ਜਾਣਾ। ਫਿਰ ਬਾਹਰ ਦਾ ਗਿਆਨ ਤੁਹਾਡੇ ਲਈ ਕੁਝ ਜਿਹੜਾ ਮੈਂ ਮੂੰਹ ਤੋਂ ਬੋਲਤਾ ਉਹ ਨਾਲ ਹੀ ਮਿੱਟੀ ਹੋ ਗਿਆ। ਪਰਮਾਤਮਾ ਜੀ ਦੁਬਾਰਾ ਰਿਪੀਟ ਕਰਿਓ। ਹਾਂਜੀ ਵੀਰ ਜੀ ਆਪਣੀ ਗੱਲ ਦੁਬਾਰਾ ਰਿਪੀਟ ਕਰਿਓ। ਕੋਈ ਨਹੀਂ, ਰਿਕਾਰਡਿੰਗ 'ਚ ਆ ਜਾਏਗਾ ਤੁਹਾਨੂੰ। ਕਿਹੜੀ ਗੱਲ ਕਹਿ ਰਹੇ ਸੀ? ਆਪਾਂ ਪੜ੍ਹਦੇ ਆ ਨਾ, ਪੜ੍ਹਨਾ ਇੱਕ ਅਲੱਗ ਵਿਸ਼ਾ ਹੈ। ਮੈਂ ਉਹਨੂੰ ਬੋਲਿਆ ਨਾ, ਨਾਲ ਹੀ ਬੋਲ ਕੇ ਤੇ ਮਿੱਟੀ ਹੋ ਗਿਆ। ਸੱਚ ਨੂੰ ਬੋਲ ਨਹੀਂ ਸਕਦੇ ਆਪਾਂ, ਨਾ ਸੱਚ ਨੂੰ ਲਿਖ ਸਕਦੇ ਹਾਂ, ਕਿਉਂਕਿ ਸੱਚ ਬਹੁਤ ਨਾਜ਼ੁਕ ਹੈ। ਸੱਚ ਨੂੰ ਆਪਾਂ ਨਾ ਬੋਲ ਸਕਦੇ ਹਾਂ, ਨਾ ਲਿਖ ਸਕਦੇ ਹਾਂ। ਸੱਚ ਨੂੰ ਕੇਵਲ ਅਨੁਭਵ ਕਰਨਾ ਹੁੰਦਾ ਹੈ, ਉਹਨੂੰ ਚਖਣਾ ਹੁੰਦਾ ਹੈ। ਜਿੱਦਾਂ ਅੰਬ ਹੈ ਨਾ, ਅੰਬ ਦੀ ਫਾੜੀ ਮੂੰਹ 'ਚ ਰੱਖੀ ਤੇ ਸਵਾਦ ਆ ਗਿਆ, ਬਿਲਕੁਲ ਉਦੋਂ ਹੀ ਸਵਾਦ ਆਉਣਾ ਜਦੋਂ ਮੂੰਹ 'ਚ ਆ ਗਿਆ। ਇਸੇ ਹੀ ਤਰ੍ਹਾਂ ਆਤਮਾ ਤੱਤ ਵੀ ਹੈ, ਉਹਨੂੰ ਚਖਣਾ ਪੈਣਾ ਹੈ ਤੁਹਾਨੂੰ ਖੁਦ। ਔਰ ਹੁਣ ਮੈਂ ਪਾਣੀ ਪੀ ਲਿਆ ਤੇ ਤੁਹਾਡੀ ਪਿਆਸ ਕਿੱਦਾਂ ਬੁਝ ਜਾਏਗੀ? ਹੋ ਸਕਦੀ ਦੱਸੋ ਮੈਨੂੰ ਲੌਜੀਕਲੀ? ਹੁਣ ਤੁਹਾਡੀ ਜਗ੍ਹਾ ਮੈਂ ਨਾਮ ਪ੍ਰਾਪਤ ਕਰ ਲਾਂ, ਮੈਂ ਤੁਹਾਨੂੰ ਕਿੱਥੋਂ ਨਾਮ ਦੇ ਦੂੰ? ਹਾਂ, ਮੈਂ ਆਪ ਖੁਦ ਪ੍ਰਾਪਤ ਕਰ ਸਕਦਾ, ਉਹ ਮੇਰੀ ਇੱਕ ਮੰਜ਼ਿਲ ਹੈ। ਔਰ ਜਿਹੜੀ ਤੁਹਾਡੀ ਮੰਜ਼ਿਲ ਹੈ ਉਹ ਤੁਹਾਨੂੰ ਗਤੀ ਕਰਨੀ ਪਵੇਗੀ। ਤੁਹਾਨੂੰ ਉਸ ਸੱਚ ਨੂੰ ਇਹਦੇ ਲੱਗ ਸੱਚ ਤੁਹਾਡੇ ਜੀਵਨ ਨੂੰ A to Z ਚੇਂਜ ਕਰੇਗਾ। ਤੁਹਾਡੇ ਅੰਦਰ ਜਿਹੜਾ ਭਰਮ ਸੀ, ਅਗਿਆਨ ਸੀ, ਮਨ, ਬੁੱਧੀ, ਚਿੱਤ, ਇਹਨਾਂ ਨੂੰ ਤੁਹਾਡੇ ਤੋਂ ਖੋਹ ਲਏਗਾ ਔਰ ਤੁਹਾਨੂੰ ਇੱਕ ਵਿਵੇਕ ਬੁੱਧੀ ਦੇਵੇਗਾ। ਜਿਹੜੀ ਵਿਵੇਕ ਬੁੱਧੀ ਹੁੰਦੀ ਆ ਉਹ ਯਥਾਰਥ ਸੱਚ ਨੂੰ ਵੇਖਦੀ ਆ। ਉਹਦੇ ਚ ਨਾ ਤੇ ਉਹਦੇ ਚ ਭੂਤਕਾਲ ਹੁੰਦਾ ਤੇ ਨਾ ਹੀ ਕੋਈ ਕਾਲ ਹੁੰਦਾ, ਉਹ ਸੱਚ ਨੂੰ ਵੇਖਦੀ ਆ ਕਿ ਹੁਣ ਕਰਨਾ ਕੀ ਜ਼ਰੂਰੀ ਹੈ, ਇਸ ਟਾਈਮ ਆ ਸਮੱਸਿਆ ਪੈਦਾ ਹੋ ਗਈ ਹੈ ਤੇ ਕੀ ਕੀਤਾ ਜਾਵੇ। ਉਹ ਵਿਵੇਕ ਬੁੱਧੀ ਹੁੰਦੀ ਹੈ। ਉਹਦੇ ਵਿੱਚ ਨਾ ਤੇ ਧਰਮ ਹੁੰਦਾ ਹੈ, ਨਾ ਮਜ਼ਹਬ ਹੁੰਦਾ ਹੈ, ਨਾ ਪਰਿਵਾਰ ਹੁੰਦਾ ਹੈ। ਜੋ ਸੱਚ ਹੈ, ਸੱਚ ਨੂੰ ਉਸਦੇ ਰੂਪ ਵਿਵੇਕ ਬੁੱਧੀ ਪ੍ਰਗਟ ਕਰ ਸਕਦੀ ਹੈ। ਔਰ ਵਿਵੇਕ ਬੁੱਧੀ ਦਾ ਕਨੈਕਸ਼ਨ ਆਤਮਾ ਦੇ ਨਾਲ ਹੁੰਦਾ ਹੈ। ਠੀਕ ਹੈ ਜੀ ਸਾਹਿਬ, ਅੱਗੇ ਚਲੀਏ। ਅੱਗੇ ਹੁਣ ਮਹਾਰਾਜ ਕਹਿ ਰਿਹਾ ਕਿ ਪਹਿਲਾਂ ਗੁਣ ਮੰਗੇ ਆ, ਫਿਰ ਕਹਿੰਦੇ ਆ ਸਵਸਥ ਆਤ ਬਾਣੀ ਬਰਮਾਓ। ਕਹਿੰਦੇ ਮਾਲਕਾ ਜਿਹੜਾ ਇਹ ਤੇ ਤੂੰ ਮੈਨੂੰ ਜਿਹੜਾ ਹੈਗਾ ਧਿਆਨ ਸਿਮਰਨ ਵਾਲਾ ਜਿਹੜਾ ਹੈਗਾ, ਮੈਨੂੰ ਮੇਰੇ ਜੀਵਨ ਨੂੰ ਜਿਹੜਾ ਹੈਗਾ ਪਰਿਵਰਤਿਤ ਕਰਨ ਵਾਲਾ, ਮੇਰੇ ਔਗੁਣ ਮਿਟਾਉਣ ਵਾਲਾ, ਮੇਰੇ ਅੰਦਰ ਗੁਣ ਪੈਦਾ ਕਰਨ ਵਾਲਾ, ਜਿਹੜਾ ਮੈਨੂੰ ਨੁਕਤਾ, ਜਿਹੜਾ ਮੈਨੂੰ ਇਹ ਧਿਆਨ ਸਿਮਰਨ ਵਾਲੀ ਜਿਹੜੀ ਹੈਗੀ ਆ, ਮੈਨੂੰ ਇਹ ਗਿਆਨ ਦੇ ਦਿੱਤਾ ਨਾ। ਕਹਿੰਦੇ ਮੇਰੀ ਨਮਸਕਾਰ ਆ, ਮੈਂ ਝੁਕ ਗਿਆ ਬਸ। ਸਵਸਤਾਤ ਇਸ ਬ੍ਰਹਮ ਬਾਣੀ ਨੂੰ, ਇਸ ਬ੍ਰਹਮ ਬਾਣੀ ਜਿਹੜੀ ਆ ਇਹ ਮੈਨੂੰ ਜਿਹੜਾ ਹੈਗਾ ਮੇਰੀ ਯਾਤਰਾ ਜਿਹੜੀ ਹੈਗੀ ਆ ਆਤਮਾ ਵੱਲ ਨੂੰ, ਤੇਰੇ ਵੱਲ ਨੂੰ ਜਿਹੜੀ ਯਾਤਰਾ ਕਰਨ ਵਾਲੀ ਜਿਹੜੀ ਹੈ, ਮੈਨੂੰ ਇਸ ਤਰ੍ਹਾਂ ਦਾ ਬਣਾਉਣ ਵਾਲੀ ਜਿਹੜੀ ਪ੍ਰਕਿਰਿਆ ਹੈਗੀ, ਇਸ ਪ੍ਰਕਿਰਿਆ ਨੂੰ ਮੇਰੀ ਨਮਸਕਾਰ ਹੈਗੀ। ਇਸ ਬ੍ਰਹਮ ਗਿਆਨ ਬ੍ਰਹਮ ਬਾਣੀ ਨੂੰ ਮੇਰੀ ਨਮਸਕਾਰ ਹੈਗੀ। ਸੋ ਅਸਤਾਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਇਹਦੇ ਨਾਲ ਮੇਰੇ ਅੰਦਰ ਵੀ ਜਿਹੜੀ ਹੈਗੀ ਆ ਸੱਤ ਆ ਰਿਹਾ ਆ, ਮੇਰੇ ਅੰਦਰ ਵੀ ਖੁਸ਼ੀ ਆ ਰਹੀ ਹੈ, ਮੇਰੇ ਅੰਦਰ ਵੀ ਸ਼ਾਂਤੀ ਆ ਰਹੀ ਹੈ। ਸਤ ਸੁਹਾਣ ਸਦਾ ਮਨ ਚਾਹੇ, ਔਰ ਮੇਰੇ ਅੰਦਰ ਚਾਹ ਰਹਿੰਦਾ ਹੈ ਇਸ ਭਗਤੀ ਕਰਨ ਵਾਸਤੇ। ਜਿਸ ਤਰ੍ਹਾਂ ਮਾਲਕ ਪਰਮਾਤਮਾ ਜਿਹੜਾ ਹੈਗਾ ਸੱਤ ਹੈਗਾ ਔਰ ਖੁਸ਼ ਹੈਗਾ, ਔਰ ਉਹਦੇ ਉਹ ਜਿਹੜਾ ਹੈਗਾ ਸੋਹਣਾ ਹੈਗਾ। ਸੱਤ ਮੂਵਿੰਗ ਪੁਆਇੰਟ, ਨੀਅਰ ਦ ਮੂਵਿੰਗ ਪੁਆਇੰਟ। ਗੋਰਕੀ ਸਾਹਿਬ ਤੁਹਾਡਾ ਮਾਈਕ। I'm sorry. ਸਤ ਸੁਹਾਣ ਸਦਾ ਮਨ ਚਾਓ। ਕਹਿੰਦੇ ਇਹਦੇ ਨਾਲ ਕੀ ਹੁੰਦਾ ਹੈ ਕਿ ਆਪਾਂ ਵੀ ਜਿਹੜੇ ਹੈਗੇ ਆਪਣੇ ਅੰਦਰ ਜਿਹੜੇ ਹੈਗੇ ਜੋ ਪਰਮਾਤਮਾ ਦੇ ਅੰਦਰ ਗੁਣ ਹੈਗੇ, ਪਰਮਾਤਮਾ ਦੇ ਅੰਦਰ ਜੋ ਖੇੜਾ ਹੈਗਾ, ਜੋ ਸ਼ਾਂਤੀ ਹੈਗੀ, ਜੋ ਆਨੰਦ ਹੈਗਾ, ਉਹ ਅਭਿਆਸੀ ਦੇ ਅੰਦਰ ਵੀ ਆਉਂਦਾ ਹੈ ਪਾਏ। ਔਰ ਕਹਿੰਦੇ ਮੇਰਾ ਮਨ, ਮੇਰੇ ਅੰਦਰ ਚਾਹ ਬਣਿਆ ਰਹਿੰਦਾ ਹੈ ਇਸ ਪ੍ਰਕਿਰਿਆ ਦੇ ਵਾਸਤੇ। ਸਵਸਤਾਤ ਬਾਣੀ ਬਰਮਾਓ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਏਜੰਟ ਸਾਹਿਬ, ਇਹ ਤੂੰ ਸਵਸਥ ਹੈ ਕਿ ਸਵੈ ਅਸਤ ਹੈ? ਇਹ ਅੱਖਰ ਕੀ ਹੈ? ਬਸ ਮੈਂ ਸਵੈ ਅਸਤ, ਸਵਾ ਸੱਤ ਹੋ ਜਾਏਗਾ। ਫਿਰ ਐੜਾ ਜਿਹੜਾ ਸੰਧੀ ਹੈ ਇਹਨੂੰ ਸੰਧੀ ਵਿਛੇਦ ਕਰੀਏ ਤੇ ਸਵੈ ਅਸਤ ਹੋ ਜਾਏਗਾ। ਇਹ ਵੀ ਮੈਂ ਝੁਕ ਗਿਆ, ਮੇਰੀ ਨਮਸਕਾਰ ਹੈਗੀ ਆ। ਕਿਸ ਨੂੰ? ਹਾਂ, ਮੇਰੀ ਨਮਸਕਾਰ ਹੈ ਬਾਣੀ ਬਰਮਾਓ। ਉਹ ਜਿਹੜੀ ਹੈ, ਜਿਹੜੀ ਬਾਣੀ ਧਿਆਨ ਸਿਮਰਨ ਜਿਹੜਾ ਜੋ
ਜੋ ਇਹ ਮੇਰੇ ਅੰਦਰ ਪ੍ਰਕਿਰਿਆ ਹੈਗੀ, ਜੋ ਮੈਨੂੰ ਇਹ ਬ੍ਰਹਮ ਗਿਆਨ ਨੇ ਦੱਸੀ ਵੀ ਆ ਜਿਹੜੀ ਕਾਰਵਾਈ ਜਿਹੜੀ ਹੈਗੀ ਆ, ਇਸ ਆ ਸਾਰੇ ਗਿਆਨ ਔਰ ਧਿਆਨ ਦੀ ਗੱਲ, ਇਹ ਦੋਨੋਂ ਇਹਨਾਂ ਨੂੰ ਇਕੱਠਾ ਕਰ ਦੋ। ਕਹਿੰਦੇ ਇਸ ਦੇ ਨਾਲ ਜਿਹੜਾ ਹੈਗਾ ਮੈਨੂੰ ਇਹਦੇ ਅੱਗੇ ਮੇਰੀ ਨਮਸਕਾਰ ਹੈਗੀ, ਮੈਂ ਇਹਦੇ ਅੱਗੇ ਝੁਕ ਗਿਆ, ਕਿਉਂਕਿ ਇਹਦੇ ਨਾਲ ਹੀ ਜਿਹੜਾ ਹੈਗਾ ਮੈਂ ਮਾਲਕਾ ਤੇਰੇ ਵੱਲ ਨੂੰ ਆ ਰਿਹਾ ਹਾਂ। ਹਾਂਜੀ ਵੀਰ ਜੀ, ਠੀਕ ਹੈ। ਸਾਧ ਸੰਗਤ ਜੀ, ਜਦੋਂ ਬੰਦਾ ਸਵੈ ਦੇ ਵਿੱਚ ਅਸਤ ਹੋ ਜਾਂਦਾ, ਹਾਂ ਦੇਖੋ ਜਦ ਤੱਕ ਆਪਾਂ ਸਵੈ ਦੇ ਵਿੱਚ ਅਸਤ ਨਹੀਂ ਨਾ ਹੋਵਾਂਗੇ, ਉਹਨਾਂ ਚਿਰ ਆਤਮ ਗਿਆਨ ਨਹੀਂ ਪ੍ਰਾਪਤ ਹੋਣਾ। ਆਤਮ ਗਿਆਨ ਜਿਹੜਾ ਹੈ ਸਾਨੂੰ ਉਦੋਂ ਪ੍ਰਾਪਤ ਹੋਣਾ ਹੈ ਜਦੋਂ ਸਵੈ ਦੇ ਵਿੱਚ ਅਸਤ ਹੋ ਜਾਵਾਂਗੇ। ਆਪਾਂ ਕਹਿੰਦੇ ਨੇ ਤੇਰਾ ਸਵਸਥ ਕਿੱਦਾਂ ਦਾ, ਆਪਾਂ ਪੁੱਛ ਹੀ ਲੈਂਦੇ ਸਧਾਰਨ ਤੌਰ ਤੇ, ਸਵਸਥ ਕੀ ਹੈ ਵੀ, ਤੇਰਾ ਸਵਸਥ ਕਿੱਦਾਂ ਦਾ। ਸਵਸਥ ਦਾ ਮਤਲਬ ਹੁੰਦਾ ਸਵੈ ਦੇ ਵਿੱਚ ਤੇਰੀ ਤੂੰ ਹੈਗਾ ਵਾ। ਤੇ ਆਪਾਂ ਜਦੋਂ ਸਵੈ ਦੇ ਵਿੱਚ ਅਸਤ ਹੋ ਜਾਂਦੇ ਆ, ਆਪਣੇ ਆਪ ਚ ਸਥਿਤ ਹੋ ਜਾਂਦੇ ਆ, ਉਹਨੂੰ ਕਹਿੰਦੇ ਸਵਸਥ। ਔਰ ਜਦੋਂ ਅਸੀਂ ਸਵੈ ਦੇ ਵਿੱਚ ਅਸਤ ਹੋ ਗਏ, ਆਪਣੇ ਆਪ ਤੇ ਖਲੋਗੇ, ਉਸ ਤੋਂ ਬਾਅਦ ਜੀ ਸਾਡਾ ਜੀਵਨ ਚੇਂਜ ਹੋ ਜਾਣਾ। ਜਿਹੜਾ ਬ੍ਰਹਮ ਹੈ ਨਾ, ਦੇਖੋ ਬ੍ਰਹਮ ਕੋਈ ਦੂਰ ਨਹੀਂ ਆ ਜਿਹਨੂੰ ਆਪਾਂ ਲੱਭਣ ਚਾਹੀਏ। ਮੱਛੀ ਜਿੱਥੇ ਮਰਜੀ ਆ ਸਮੁੰਦਰ ਦੇ ਵਿੱਚ, ਸਮੁੰਦਰ ਦੇ ਅੰਦਰ ਹੀ ਆ। ਇਸੇ ਹੀ ਤਰ੍ਹਾਂ ਜਿਹੜਾ ਅਸੀਂ ਆਪਣੇ ਅੰਦਰ ਹੀ ਹੈ, ਬ੍ਰਹਮ ਦੇ ਅੰਦਰ ਹੀ ਹਾਂ, ਪਰ ਅਸੀਂ ਕੀ ਕੀਤਾ ਕਿ ਉਹ ਬ੍ਰਹਮ ਦੇ ਵਿੱਚ ਤਿੰਨ ਚੀਜ਼ਾਂ ਲੈ ਆਉਂਦੀਆਂ ਨੇ, ਇੱਕ ਬੁੱਧੀ, ਇੱਕ ਮਨ ਤੇ ਇੱਕ ਚਿੱਤ ਤੇ ਇੱਕ ਹਉਮੈ। ਇਹ ਜਿਹੜੀਆਂ ਚੀਜ਼ਾਂ ਨਾ ਸਾਨੂੰ ਬ੍ਰਹਮ ਤੋਂ ਅਲੱਗ ਕਰ ਦਿੰਦੀਆਂ ਨੇ, ਔਰ ਸਾਡੀ ਸੁਰਤੀ ਇਹਨਾਂ ਵਿੱਚ ਹੀ ਗਵਾਚੀ ਰਹਿੰਦੀ ਹੈ। ਪਰ ਜਦੋਂ ਸੁਰਤੀ ਰਾਤ ਨੂੰ ਆਤਮਾ ਤੱਤ ਚ ਜਾਂਦੀ ਹੈ, ਉਦੋਂ ਇਹ ਮੌਜੂਦ ਨਹੀਂ ਹੁੰਦੇ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਹੈਲੋ, ਹਾਂਜੀ ਹਾਂਜੀ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਆ ਰਹੀ ਹੈ ਜੀ। ਹਾਂ ਬਿਲਕੁਲ। ਹੁਣ ਜਦੋਂ ਰਾਤ ਨੂੰ ਆਪਾਂ ਸੌ ਜਾਂਦੇ ਹਾਂ, ਉਦੋਂ ਸੁਰਤੀ ਗ੍ਰੰਥੀ ਤੇ ਹੈ ਆਤਮਾ ਤੱਤ, ਪਰ ਉਦੋਂ ਫਾਇਦਾ ਨਹੀਂ ਹੈ। ਉਦੋਂ ਕੇਵਲ ਸਾਨੂੰ ਤਾਜ਼ਗੀ ਮਿਲਣੀ ਆ, ਪਰ ਆਤਮ ਗਿਆਨ ਨਹੀਂ ਪ੍ਰਾਪਤ ਹੋਣਾ। ਆਤਮ ਗਿਆਨ ਪ੍ਰਾਪਤ ਕਰਨ ਦੇ ਲਈ ਸੁਰਤੀ ਨੂੰ ਜਾਗਰਤ ਅਵਸਥਾ ਦੇ ਵਿੱਚ ਸਥਿਰ ਕਰਨਾ ਪਊਗਾ ਆਪਣੀ ਆਤਮਾ ਦੇ ਵਿੱਚ। ਪਰ ਜਦੋਂ ਹੀ ਅਸੀਂ ਆਪਣੀ ਸੁਰਤੀ ਨੂੰ ਸਥਿਰ ਕਰ ਲੈਂਦੇ ਹਾਂ, ਔਰ ਉਸ ਤੋਂ ਬਾਅਦ ਹੀ ਸਾਡਾ ਜੀਵਨ ਚੇਂਜਿਸ ਹੋਣ ਲੱਗ ਪੈਂਦਾ। ਤੁਸੀਂ ਦੇਖੋਗੇ ਨਾ, ਤੁਸੀਂ 5-6 ਦਿਨ ਵੀ ਸਮਾਧੀ ਲਾਈ ਤੇ ਬਸ ਤੁਹਾਡਾ ਜੀਵਨ ਬਦਲ ਜਾਣਾ। ਕੋਈ ਲੰਮਾ ਟਾਈਮ ਥੋੜੀ ਲੱਗਦਾ। ਬਾਹਰੀ ਜੀਵਨ ਸਾਡਾ ਭਾਵੇਂ ਜਿੱਦਾਂ ਦਾ ਮਰਜ਼ੀ ਹੈ, ਪਰ ਜਿੰਨਾ ਚਿਰ ਤੱਕ ਅਸੀਂ ਅੰਦਰੋਂ ਨਹੀਂ ਨਾ ਬਦਲਦੇ, ਉਹਨਾਂ ਚਿਰ ਤੱਕ ਸਾਡੇ ਜੀਵਨ 'ਚ ਉਚਾਈ ਨਹੀਂ ਆ ਸਕਦੀ। ਠੀਕ ਹੈ ਜੀ ਸਰ? ਹਾਂਜੀ। ਸਵਸਥ ਆਥ ਕਹਿੰਦੇ ਆ, ਆਥ ਤੇ ਕਹਿੰਦੇ ਆ, ਆਥ ਦਾ ਮਤਲਬ ਇਹ ਆ ਵੀ ਬਹੁਤ ਹੀ ਕੀਮਤੀ ਦੌਲਤ। ਇਹ ਜਿਹੜੀ ਬ੍ਰਹਮ ਬਾਣੀ ਜਿਹੜੀ ਹੈਗੀ, ਜਿਹੜੀ ਇਹ ਧਿਆਨ ਸਿਮਰਨ ਵਾਲੀ ਇਹ ਪ੍ਰਕਿਰਿਆ ਹੈਗੀ, ਜਿਹੜਾ ਇਹ ਮੈਨੂੰ ਜਿਹੜਾ ਹੈਗਾ ਮਾਲਕਾ, ਇਹ ਧਿਆਨ ਸਿਮਰਨ ਵਾਲੀ ਜਿਹੜੀ ਹੈਗੀ ਐਕਸ਼ਨ ਜਿਹੜਾ ਹੈਗਾ, ਇਹ ਸੇਧ ਜਿਹੜੀ ਹੈਗੀ ਆ, ਇਹਦੇ ਅੱਗੇ ਮੈਂ ਨਤਮਸਤਕ ਹੈਗਾ। ਮੈਨੂੰ ਆਹ ਗਿਆਨ ਦੇ ਦਿੱਤਾ ਜਿਹਦੇ ਨਾਲ ਕਿ ਤੇਰੇ ਗੁਣ ਜਿਹੜੇ ਹੈਗੇ ਮੇਰੇ ਕੋਲ ਆਉਣੇ ਸ਼ੁਰੂ ਹੋ ਗਏ। ਕਿਉਂਕਿ ਇਹਦੇ ਬਾਅਦ ਇਮੀਡੀਏਟਲੀ ਮਹਾਰਾਜ ਨੇ ਦਿੱਤਾ ਹੈ, ਕਹਿੰਦੇ ਬਗੈਰ ਗੁਣਾਂ ਦੇ ਤਾਂ ਭਗਤੀ ਹੋ ਨਹੀਂ ਸਕਦੀ, ਤੇ ਗੁਣ ਦੇ। ਔਰ ਗੁਣ ਕਿਸ ਤਰ੍ਹਾਂ ਮਿਲਣੇ ਸ਼ੁਰੂ ਹੋ ਗਏ? ਜਦ ਆ ਜਿਹੜੇ ਹੈਗੇ ਆ ਇਹ ਸਵਸਥ ਆਥ ਬਾਣੀ ਬਰਮਾਓ। ਇੰਨੀ ਕੀਮਤੀ ਜਿਹੜੀ ਹੈਗੀ ਆ ਇਹ ਬ੍ਰਹਮ ਬਾਣੀ ਜਿਹੜੀ ਹੈਗੀ, ਇਹ ਬ੍ਰਹਮ ਬਾਣੀ ਜਿਹੜੀ ਹੈਗੀ ਇਹ ਧਿਆਨ ਸਿਮਰਨ ਹੈਗਾ ਭਾਈ। ਇਹ ਗਿਆਨ ਦੇ ਦੁਆਰਾ ਜਿਹੜਾ ਹੈਗਾ ਧਿਆਨ, ਇਹਨੂੰ ਕਹਿੰਦੇ ਆ ਬ੍ਰਹਮ ਬਾਣੀ। ਜਿਹਦੇ ਨਾਲ ਜਿਸ ਕਾਰਵਾਈ ਦੇ ਨਾਲ ਜਿਹੜੀ ਹੈਗੀ ਆਪਣੀ ਯਾਤਰਾ ਸ਼ੁਰੂ ਹੋਣ ਲੱਗ ਪਈ, ਮਾਲਕ ਦੇ ਵੱਲ ਗੁਣ ਆਉਣੇ ਸ਼ੁਰੂ ਹੋ ਗਏ। ਕਹਿੰਦੇ ਉਸ ਨੂੰ ਮਾਲਕਾ ਮੈਂ ਨਤਮਸਤਕ ਹੈਗਾ ਆ, ਮੈਂ ਤੇਰੇ ਅੱਗੇ ਨਤਮਸਤਕ ਹੈਗਾ, ਤੂੰ ਮੇਰੇ ਉੱਤੇ ਕਿਰਪਾ ਕੀਤੀ ਔਰ ਮੈਨੂੰ ਜਿਹੜਾ ਹੈਗਾ ਆ ਮੇਰੇ ਅੰਦਰ ਜਿਹੜੇ ਹੈਗੇ ਆਹ ਗੁਣ ਦੇ ਦਿੱਤਾ ਤੂੰ ਮੈਨੂੰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਹੁਣ ਇੱਥੇ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਆ, ਸਵੈ ਦੇ ਵਿੱਚ ਅਸਤ ਹੋ ਜਾਣਾ, ਆਪਣੇ ਆਪ ਤੇ ਸਥਿਰ ਹੋ ਜਾਣਾ, ਆਤਮਾ 'ਚ ਆਪਣੀ ਸੁਰਤੀ ਨੂੰ ਵਾਪਸ ਲੀਨ ਕਰ ਦੇਣਾ। ਕੇਵਲ ਇੰਨਾ ਹੀ ਕੰਮ ਹੈ। ਨਿਰਵਿਚਾਰ ਹੋ ਕੇ ਮੈਂ ਹੋਰ ਸੌਖਾ ਕਰਦਾ, ਨਿਰਵਿਚਾਰ ਹੋ ਕੇ ਆਪਣੀ ਬੁੱਧੀ ਨੂੰ ਉਸ ਮੰਡਲ 'ਚ ਇਕਾਗਰ ਕਰਕੇ ਰੱਖਣਾ। ਜਦ ਤੱਕ ਦੇਖਣ ਵਾਲਾ ਬੈਠਾ ਹੈ ਨਾ, ਸਮਝ ਲਓ ਗਤੀ ਹੈਗੀ ਹੈ। ਤੁਸੀਂ ਜਦ ਤੱਕ ਤੁਹਾਡੇ ਅੰਦਰ ਦੇਖਣ ਵਾਲਾ ਬੈਠਾ ਹੈ ਨਾ, ਗਤੀ ਹੈਗੀ ਹੈ। ਜਿੱਦਣ ਦੇਖਣ ਵਾਲਾ ਮਿਟ ਗਿਆ ਨਾ, ਤੇ ਸਮਝ ਲਓ ਤੁਸੀਂ ਮੰਜ਼ਿਲ ਤੇ ਪਹੁੰਚ ਗਏ। ਫਿਰ ਸੁਣ ਲਓ, ਜਦ ਤੱਕ ਤੁਹਾਡੇ ਅੰਦਰ ਪੁਆਇੰਟ ਵੇਖਣ ਵਾਲਾ ਬੈਠਾ ਹੈ ਨਾ, ਗਤੀ ਹੈ। ਮਤਲਬ ਪ੍ਰੋਸੈਸ ਇਹ ਨਹੀਂ ਕਿ ਕੰਮ ਨਹੀਂ ਹੋ ਰਿਹਾ, ਕੰਮ ਹੋ ਰਿਹਾ, ਬਟ ਪ੍ਰੋਸੈਸ ਦੇ ਵਿੱਚ ਜਿੱਦਾਂ ਮੈਂ ਦਿੱਲੀ ਜਾਣਾ ਵਾ, ਮੈਂ ਅੰਬਾਲੇ ਪਹੁੰਚ ਗਿਆ ਵਾ, ਜਾਂ ਲੁਧਿਆਣੇ ਪਹੁੰਚ ਗਿਆ, ਜਾਂ ਜਲੰਧਰ ਪਹੁੰਚ ਗਿਆ, ਮੰਨ ਲਓ ਅੰਬਰਸਰੋਂ ਮੈਂ ਜਾ ਰਿਹਾ, ਬਟ ਅਜੇ ਦਿੱਲੀ ਨਹੀਂ ਆਈ।
ਪਰ ਜਦੋਂ ਤੁਸੀਂ ਦਿੱਲੀ ਨੂੰ ਹਿੱਟ ਕੀਤਾ ਨਾ ਤੇ ਸੜਕ ਗੁੰਮ ਹੋ ਜਾਣੀ। ਸੜਕ ਜਿਹੜੀ ਆ ਉਹ ਵੇਖਣ ਵਾਲਾ ਬਿੰਦੂ, ਉਹ ਬ੍ਰਹਮ ਦੇ ਚ ਲੀਨ ਉਦੋਂ ਹੋਣਾ ਵਾ ਜਦੋਂ ਤੁਹਾਡੀ ਸੁਰਤੀ ਪੂਰੀ ਤਰ੍ਹਾਂ ਆਤਮ ਤੱਤ ਚ ਲੀਨ ਹੋ। ਫਿਰ ਨਾ ਤੇ ਵੇਖਣ ਵਾਲਾ ਰਹਿ ਜਾਣਾ ਤੇ ਨਾ ਜਿਹੜਾ ਵੇਖਣ ਵਾਲਾ ਉਹਨੇ ਰਹਿ ਜਾਣਾ। ਨਾ ਜਿਹੜਾ ਦੇਖਣਾ ਉਹ ਤੇ ਜਾਂ ਜਿਹੜਾ ਵੇਖ ਰਿਹਾ, ਇਹ ਦੋਨੋਂ ਇੱਕ ਹੋ ਜਾਣਗੇ। ਬਿਲਕੁਲ ਠੀਕ ਹੈ। ਜਿਹੜਾ ਵੇਖਣ ਵਾਲਾ ਤੇ ਜਿਹੜਾ ਦਿਖਾਈ ਦੇ ਰਿਹਾ ਦੋ ਨਹੀਂ ਹੈਗੇ। ਜਿੱਥੇ ਵੀ ਤਾਂਹੀਓ ਬਾਰ-ਬਾਰ ਮੈਂ ਤੁਹਾਨੂੰ ਕਹਿੰਦਾ, ਮੈਂ ਨਹੀਂ ਕਹਿੰਦਾ ਕਿ ਜੋਤੀ ਦਿਖਣੀ ਕੋ ਮਾੜੀ ਚੀਜ਼ ਹੈ, ਵਧੀਆ ਹੈ, ਵੇਖ ਲਓ ਕਿਤੇ ਕਿਤੇ ਮੰਡਲ ਦਿਖਦੇ ਆ, ਤਾਰੇ ਤੁਰੇ ਦੇਖਦੇ ਤੇ ਵੇਖ ਲਓ, ਕੋਈ ਗੱਲ ਨਹੀਂ, ਪਰ ਮੰਜ਼ਿਲ ਨਹੀਂ ਹੈਗੇ। ਮੰਜ਼ਿਲ ਨਹੀਂ ਹੈਗੇ, ਮੀਲ ਪੱਥਰ ਹੈਗੇ। ਮੀਲ ਹੈਗੇ ਨੇ ਉਹ ਵੇਖਣ ਵਾਲੇ, ਜੋ ਉਹ ਦਿਖਦਾ ਕੁਝ ਹੋਰ ਪਿਆ। ਮੈਂ ਤੇ ਨਿੱਜਰ ਸਾਹਿਬ ਜੀ ਦਾ ਦੋ ਬੰਦੇ ਨਹੀਂ ਹੈਗੇ, ਇੱਕ ਨਹੀਂ ਹੋਏ, ਪਰ ਜਿੱਦਣ ਅਸੀਂ ਇੱਕ ਹੋ ਗਏ ਨਾ ਫਿਰ ਵੇਖਣ ਵਾਲਾ ਨਹੀਂ ਰਹਿ ਜਾਣਾ, ਉਹ ਫਿਰ ਸਮੁੰਦਰ ਹੀ ਹੋਇਆ। ਹਾਂਜੀ ਨਿੱਜਰ ਸਾਹਿਬ ਅੱਗੇ ਚਲੀਏ। ਹਾਂਜੀ ਗੋਰਖ ਸਾਹਿਬ, ਇਹਦੇ ਚ ਨਾ ਥੋੜਾ ਜਿਹਾ ਸਦਾ ਮਨ ਚਾਓ, ਇੱਕ ਮੈਂ ਥੋੜਾ ਜਿਹਾ ਇਹਦੇ ਵਿੱਚ ਹੋਰ ਜਿਹੜਾ ਹੈਗਾ, ਇੱਕ ਥੋੜਾ ਜਿਹਾ ਹੋਰ ਜਿਹੜਾ ਹੈਗਾ, ਸੋ ਅਸਤ ਜਿਹੜਾ ਹੈਗਾ, ਇਹਦਾ ਮਤਲਬ ਹੈਗਾ ਵੀ ਆਪਣੇ ਵਿੱਚ ਜਿਹੜਾ ਸਥਿਤ ਹੋ ਜਾਣਾ, ਅਸਥਿਤ ਹੋ ਜਾਣਾ, ਅਸਥਿਤ ਲਗਾਓ ਇਹਨੂੰ। ਸੋ ਅਸਤ ਦਾ ਮਤਲਬ, ਸੋ ਮਤਲਬ ਆਪਣੇ ਵਿੱਚ, ਅਸਥਿਤ ਆਪਣੇ ਵਿੱਚ ਸਥਿਤ ਹੋ ਜਾਣਾ, ਇਹ ਹੈਗਾ ਇਹਦਾ ਮੀਨਿੰਗ ਭਾਈ। ਵੀਰ ਜੀ, ਸੋ ਆਪਾਂ ਪ੍ਰਮਾਤਮਾ ਨੂੰ ਵੀ ਕਹਿ ਦਿੰਦੇ ਆ ਵੀ ਸੋ ਬਸ ਪਰਮਾਤਮਾ ਔਰ ਆਪਣੇ ਵਿੱਚ, ਆਪਣਾ ਆਤਮਾ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ। ਹਾਂ ਇੱਕ ਸੈਕਿੰਡ ਨਿੱਜਰ ਸਾਹਿਬ, ਇੱਕ ਸੈਕਿੰਡ ਮੈਂ ਦੱਸਦਾ। ਹਾਂਜੀ ਤੁਹਾਨੂੰ ਇੱਕ ਕਹਾਣੀ ਸੁਣਾਈ ਸੀ ਨਾ ਮਹਾਤਮਾ ਬੁੱਧ ਦੀ, ਜਦੋਂ ਵਿਮਲ ਕੀਰਤੀ ਕੋ ਗਿਆ ਸੀ ਪੁੱਛਣ ਵਾਲਾ। ਹਾਂਜੀ ਤੇ ਵਿਮਲ ਕੀਰਤੀ ਬਿਮਾਰ ਸੀ ਤੇ ਉਹਨੂੰ ਸਵਾਲ ਕੀਤਾ ਸੀ ਕਿ ਵਿਮਲ ਕੀਰਤੀ ਤੇਰਾ ਸਵਸਥ ਕਿੱਦਾਂ ਦਾ? ਉਹ ਉੱਠ ਕੇ ਬਹਿ ਗਿਆ। ਉਹ ਕਹਿੰਦਾ, ਮੂਰਖਾ, ਤੂੰ ਮਹਾਤਮਾ ਬੁੱਧ ਦਾ ਸਾਧਕ ਆ ਤੇ ਤੂੰ ਸਵਾਲ ਕਿਹੋ ਜਿਹਾ ਕਰ ਲਈ? ਤੂੰ ਕੀ ਪੁੱਛਿਆ ਸਵਸਥ ਤੇਰਾ ਕਿੱਦਾਂ ਦਾ? ਕਹਿੰਦਾ, ਮੈਂ ਤੇ ਹਮੇਸ਼ਾ ਹੀ ਸਵਸਥ ਹਾਂ, ਮੈਂ ਤੇ ਸਵੈ ਦੇ ਅਸਤ ਹਾਂ। ਬਿਲਕੁਲ ਠੀਕ। ਕਹਿੰਦਾ, ਮੂਰਖਾ, ਮੇਰੇ ਸਰੀਰ ਨੂੰ ਬਿਮਾਰੀ ਲੱਗ ਸਕਦੀ ਆ, ਮੇਰਾ ਸਰੀਰ ਜਵਾਨ ਹੋ ਸਕਦਾ, ਬੁੱਢਾ ਹੋ ਸਕਦਾ, ਬਿਮਾਰੀ ਲੱਗ ਸਕਦੀ ਆ, ਉਹ ਮੈਂ ਨਹੀਂ ਮਰਦਾ, ਨਾ ਮੈਂ ਜੰਮਦਾ ਵਾਂ। ਬਹੁਤ ਵਧੀਆ। ਤੂੰ ਕਿਹੜਾ ਸਵਾਲ ਕਰਦਾ ਈ? ਇੰਨਾ ਮੂਰਖਾਂ ਦਾ ਸਵਾਲ ਕੀਤਾ ਈ ਤੂੰ? ਉਹੀ ਗੱਲ ਸੀ ਕਿ ਵਿਮਲ ਕੀਰਤੀ ਕੋਲ ਏਦਾਂ ਸੀ, ਉਹ ਸ਼ਰਾਵਤ ਸੀ। ਉਹ ਕਹਿੰਦੀ ਮਹਾਤਮਾ ਬੁੱਧ ਕੀ ਕਰਦਾ ਸੀ, ਉਹ ਜਿਹੜੇ ਹੁੰਦੇ ਸੀ ਦੂਜੇ ਜਿਹੜੇ ਹੁੰਦੇ ਸੀ ਉਹਨਾਂ ਨੂੰ ਭੇਜਦਾ ਪ੍ਰੈਕਟੀਕਲ ਕਰਨ ਵਾਸਤੇ, ਆਪਣੇ ਜਿਹੜੇ ਉਹਨਾਂ ਦੇ ਹੈਗੇ ਕੀ ਕਹਿੰਦੇ ਨੇ ਸਭ, ਹੁਣ ਮੈਂ ਮਤਲਬ ਪ੍ਰੈਕਟੀਕਲ ਕਰਨ ਵਾਸਤੇ ਭੇਜਦਾ ਸੀਗਾ। ਪ੍ਰੈਕਟੀਕਲ, ਹਾਂ, ਸ਼ਰਾਵਕ ਦਾ ਮਤਲਬ ਹੁੰਦਾ ਕਿ ਜਿਹੜਾ ਸੁਣਦਾ, ਸੁਣ ਕੇ ਹੀ ਜਿਹੜਾ ਹੈਗਾ ਗੁਣ ਲੈ ਲੈਂਦਾ। ਜਿਵੇਂ ਸੁਣ ਕੇ ਗਿਆਨ ਹੋ ਗਿਆ। ਬਸ ਮਤਲਬ ਕਿ ਕਿਸੇ ਨੂੰ ਕਹਿ ਤਾ ਉਹਦੀ ਬੁੱਧੀ ਬਹੁਤ ਹੈ, ਤੇ ਫਿਰ ਉਹ ਵਿਮਲ ਕੀਰਤੀ ਕੋ ਜਦੋਂ ਉਹਨੇ ਪੁੱਛ ਲਿਆ ਤੇ ਡਰ ਗਿਆ ਉਹ ਬੰਦਾ ਜਿਹੜਾ ਪੁੱਛਣ ਗਿਆ। ਫਿਰ ਉਹਨੇ ਕਿਹਾ ਕਿ ਮੈਨੂੰ ਤੂੰ ਇਹ ਦੱਸ ਵਿਮਲ ਕੀਰਤੀ, ਹੁਣ ਆ ਤੇ ਗਿਆ ਵਾਂ, ਮੈਂ ਇੱਕ ਸਵਾਲ ਹੀ ਪੁੱਛ ਲਾਂ। ਕਹਿੰਦਾ ਕਿ ਅਸੀਂ ਸ਼ਰਾਵਕ ਜੋਤੀ ਪਹਿਲੇ ਸੁਣਦੇ ਤੇ ਅਸੀਂ ਤੇ ਸਾਧਕ ਹੈਗੇ ਆ, ਤੇ ਅਸੀਂ ਤੁਹਾਡੇ ਪਦਵੀ ਚ ਬੈਠੇ ਆ, ਫਿਰ ਮਹਾਤਮਾ ਬੁੱਧ ਸਾਨੂੰ ਤੁਹਾਡੇ ਕੋਲ ਕਿਉਂ ਭੇਜਦਾ? ਹਾਂ ਬਿਲਕੁਲ, ਅਸੀਂ ਸਾਧਨਾ ਕਰ ਰਹੇ ਹਾਂ ਤੇ ਤੁਸੀਂ ਇਕੱਲਾ ਸੁਣਦੇ ਹੋ ਬਸ। ਹਾਂ, ਕਹਿੰਦਾ ਕਿ ਸ਼ਰਾਵਤ ਦਾ ਮਤਲਬ ਇਹ ਆ ਕਿ ਜਿਹਦੀ ਬੁੱਧੀ ਤੇਜ਼ ਆ, ਜਿਹਨੇ ਸੁਣ ਲਿਆ, ਝੂਠ ਨਹੀਂ ਬੋਲਣਾ ਤੇ ਝੂਠ ਦਾ ਤਿਆਗ ਕਰਤਾ, ਸੱਚ ਬੋਲਣਾ ਸ਼ੁਰੂ ਕਰਤਾ। ਕਹਿੰਦਾ ਉਹਨੂੰ ਤੇਜ਼ ਬੁੱਧੀ ਕਹਿੰਦੇ ਆ। ਤੇ ਕਹਿੰਦੇ ਜਿਨ੍ਹਾਂ ਦੀ ਸਧਾਰਨ ਬੁੱਧੀ ਆ, ਇੰਨੀ ਹਿੰਮਤ ਨਹੀਂ ਹੈਗੀ, ਚੋਰੀ ਕਰਨ ਤੋਂ ਬਾਜ ਨਹੀਂ ਆਉਂਦਾ, ਝੂਠ ਬੋਲਣ ਤੋਂ ਬਾਜ ਨਹੀਂ ਆਉਂਦਾ, ਉਹਨੂੰ ਸਾਧਨਾ ਕਰਨੀ ਪੈਣੀ ਆ। ਬਿਲਕੁਲ ਸਹੀ ਗੱਲ ਹੈ, ਬਹੁਤ ਵਧੀਆ ਜੀ। ਸੋ ਇਹ ਸਵੈ ਅਸਤ ਆ, ਇਹ ਪੰਜਾਬੀ ਚ ਥੋੜਾ ਫਰਕ ਪਾਤਾ, ਪਰ ਮੈਨੂੰ ਪਤਾ ਹੈ ਜਿੰਨਾ ਚਿਰ ਤੱਕ ਆਪਾਂ ਸਵੈ ਦੇ ਵਿੱਚ ਅਸਤ ਨਹੀਂ ਹੁੰਦੇ, ਉਹਨਾਂ ਚਿਰ ਤੱਕ ਅਗਲੀ ਤੁਕ ਨਹੀਂ ਪੂਰੀ ਹੋਊਗੀ। ਅਗਲੀ ਤੁਕ ਵੇਖੋ, ਸਤ ਸੁਹਾਣਾ ਸਦਾ ਮਨ ਚਾਓ। ਉਹ ਖੜਾਓ ਨਹੀਂ ਹੋਣਾ ਉਹਦਾ, ਕਿਉਂਕਿ ਖੜਾਓ ਤੇ ਮਨ ਦਾ ਚਾਓ ਹੈ ਨਾ, ਇਹ ਉਹਨਾਂ ਚਿਰ ਤੱਕ ਤੁਹਾਡੇ ਜੀਵਨ ਚ ਨਹੀਂ ਹੋਣਾ ਜਿੰਨਾ ਚਿਰ ਤੁਸੀਂ ਸਵੈ ਦੇ ਵਿੱਚ ਅਸਤ ਨਹੀਂ ਹੁੰਦੇ। ਬਸ ਇਹ ਗੋਰਖੀ ਸਾਹਿਬ ਇਹ ਜਿਹੜਾ ਨਾ, ਦੇਖੋ ਕਿੰਨਾ ਕੀਮਤੀ ਹੈਗਾ ਇਹ ਨੁਕਤਾ, ਪੂਰਾ ਦਾ ਪੂਰਾ ਇਹਦੇ ਵਿੱਚ ਧਿਆਨ ਸਿਮਰਨ ਪੂਰਾ ਆ ਗਿਆ। ਸਵੈ ਅਸਤਿਤ ਤੇ ਅੱਗੇ ਜਿਹੜਾ ਹੈਗਾ ਆਤ, ਕਹਿੰਦੇ ਬਹੁਤ ਹੀ ਇਹ ਸਭ ਤੋਂ ਵੱਡੀ ਦੌਲਤ ਆ, ਇਹੀ ਬ੍ਰਹਮ ਬਾਣੀ ਹੈਗੀ ਭਾਈ, ਇਹਦੇ ਨਾਲ ਹੀ ਹੋਣਾ ਹੈ ਸਾਰਾ ਕੁਝ। ਬਸ ਇਹਦੇ ਨਾਲ ਹੀ ਅਗਲੀ ਕਾਰਵਾਈ ਇਹਦੇ ਨਾਲ ਹੋਣੀ ਹੈ। ਸਤ ਸੁਹਾਣ ਸਦਾ ਮਨ ਚਾਓ, ਇਹ ਰਿਜ਼ਲਟ ਹੈਗਾ ਉਹਦਾ। ਹਾਂਜੀ ਬੇਟਾ, ਹਾਂ, ਇਹ ਇੱਕ ਲੈਣ ਆ, ਇੱਡੀ ਬਰੀਕ ਲੈਣ ਆ, ਔਰ ਤੁਹਾਨੂੰ ਉਸ ਅਵਸਥਾ ਚ ਬਿਨਾਂ ਕੁਝ ਮਿਹਨਤ ਕੀਤੇ ਹੀ ਆਪਾਂ ਲੈ ਗਏ ਆ। ਆਪ ਜਸਟ ਸੋਚੋ ਕਿੰਨੀ ਵੱਡੀ ਪ੍ਰਾਪਤੀ ਹੈ। ਇੱਕ ਮੈਂ ਨਹੀਂ ਫਾੜ ਨਹੀਂ ਮਾਰਦਾ, ਪਰ ਤੁਸੀਂ ਸਾਰੇ ਸਵੈ ਦੇ ਵਿੱਚ ਅਸਤ ਹੋ ਰਹੇ ਜੋ।
ਹਲੇ ਤੁਹਾਡੇ ਜੀਵਨ 'ਚ ਚੇਂਜਿਸ ਆ ਰਹੀਆਂ ਨਾ ਜਿਹੜੀਆਂ ਕਹਿ ਲਓ ਕਿ ਜੀਵਨ 'ਚ ਅੱਜ ਇੱਕ 70 ਸਾਲ ਦੇ ਬਜ਼ੁਰਗ ਨੇ ਬਟਾਲੇ ਤੋਂ ਫੋਨ ਕੀਤਾ ਨਿੱਜਰ ਸਾਹਿਬ। ਹਾਂਜੀ ਹਾਂਜੀ। ਹਸਬੈਂਡ ਵਾਈਫ ਨੇ, ਤੇ ਉਹਨਾਂ ਖੁਦ ਮੈਨੂੰ ਸਾਂਝਾ ਕੀਤਾ, ਕਹਿੰਦੇ ਸਾਨੂੰ ਫੋਨ ਦਾ ਪਤਾ ਨਹੀਂ। 15-20 ਦਿਨਾਂ 'ਚ ਇੰਨੀ ਜ਼ਿਆਦਾ ਪ੍ਰੋਗਰੈਸ, ਕਹਿੰਦੇ ਮਨ ਸ਼ਾਂਤ ਹੋ ਗਿਆ। 70 ਸਾਲ ਦੀ ਉਮਰ 'ਚ ਵੇਖੋ ਨਿੱਜਰ ਸਾਹਿਬ। ਜਦਕਿ ਮੈਂ ਇਹ ਮਹਿਸੂਸ ਕਰਦਾ ਸਾਂ ਕਿ ਵੱਡੀ ਉਮਰ ਵਾਲੇ ਬੰਦੇ ਲਈ ਸਾਧਕ ਬਣਨਾ ਬੜਾ ਔਖਾ ਹੈ, ਕਿਉਂਕਿ ਮਨ ਬੜਾ ਜਟਲ ਹੋ ਜਾਂਦਾ ਹੈ। ਵੱਡੀ ਉਮਰ 'ਚ ਉਹਨੂੰ ਮੋੜਨਾ ਬੜਾ ਔਖਾ ਨਿੱਜਰ ਸਾਹਿਬ। ਬਿਲਕੁਲ ਸਹੀ ਗੱਲ। ਬੰਦੇ ਨੂੰ ਸਮਝਾਉਣਾ ਬੜਾ ਔਖਾ। ਔਰ ਆਪ ਜਸਟ ਸੋਚੋ ਕਿ ਇੰਨੀ ਵੱਡੀ ਉਮਰ 'ਚ ਬੰਦਾ ਜਦ ਸਾਧਕ ਬਣ ਗਿਆ, ਉਹਨੇ ਆਪਣਾ ਸਾਰਾ ਸਿਲੰਡਰ ਕਰਕੇ ਉਹ ਕਹਿੰਦਾ ਕਿ ਮੈਂ ਸਿੱਖਣ ਨੂੰ ਤਿਆਰ ਹਾਂ। ਤੇ ਵੇਖੋ ਮੈਨੂੰ ਤਾਂ ਪਤਾ ਵੀ ਨਹੀਂ, ਉਹ ਸੰਗਤ ਕਰ ਰਹੇ ਨੇ, ਹੁਣ ਵੀ ਰਿਕਾਰਡਿੰਗ ਸੁਣਦੇ ਨੇ ਆਪਣੀ। ਤੇ ਵੇਖੋ ਪ੍ਰਮਾਤਮਾ ਨੇ ਉਹਨਾਂ ਨੂੰ ਭਾਗ ਲਾ ਕੇ ਪਾਣੀ ਤੇ ਖੁਦ ਕਹਿੰਦੀ ਆ ਕਿ ਤੂੰ ਜਦੋਂ ਆਵੇਂਗਾ ਮੇਰੇ ਚਰਨਾਂ 'ਚ ਬਵੇਂਗਾ ਤੇ ਤਾਂ ਹੀ ਮੈਂ ਤੇਰਾ ਕੁਝ ਕਰਾਂਗੀ ਨਾ। ਹੁਣ ਤੂੰ ਬੈਠਾ ਆਪਣੇ ਘਰ ਆ ਤੇ ਗੱਲੀ ਬਾਤੀ ਕੰਮ ਸਾਰੀ ਜਾਂਦਾ ਵਾ, ਤੇ ਉਹ ਤੇ ਗੱਲ ਬਣਨੀ ਇਹ ਗੱਲਾਂ ਦਾ ਵਿਸ਼ਾ ਹੈ ਨਹੀਂ। ਇਹ ਤੇ ਸਾਧਨਾ ਦਾ ਵਿਸ਼ਾ ਹੈ। ਆਪਣੇ ਦੇ ਨਾਲ ਆਸਾ ਲਾਉਣਾ ਪੈਣਾ, ਬਹਿਣਾ ਪੈਣਾ। ਠੀਕ ਹੈ ਨਿੱਜਰ ਸਾਹਿਬ। ਅੱਗੇ ਹੁਣ ਜਿਹੜਾ ਹੈਗਾ ਮਹਾਰਾਜ ਕਹਿੰਦੇ ਭਾਈ ਦੇਖ ਲਾ, ਹੁਣ ਜਿਹੜੇ ਜਨਰਲੀ ਜਿਹੜੇ ਕੁਐਸਚਨ ਕਰਦੇ ਆ ਭਾਈ, ਇਹ ਕਦੋਂ ਸ੍ਰਿਸ਼ਟੀ ਬਣੀ ਸੀਗੀ, ਕਦੋਂ ਆ ਸਾਰਾ ਹੋਇਆ ਸੀਗਾ, ਇਹਦੇ ਬਾਰੇ ਜਿਹੜਾ ਹੈਗੇ ਮੈਂ ਇਹਦੇ ਬਾਰੇ ਆਪਾਂ ਨੂੰ ਗਿਆਨ ਦੇ ਰਹੇ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਕਹਿੰਦੇ ਕਦੋਂ, ਉਹ ਵੇਲਾ ਕਿਹੜਾ ਸੀਗਾ, ਕਿਹੜਾ ਟਾਈਮ ਸੀਗਾ, ਵਕਤ ਕਿਹੜਾ ਸੀਗਾ, ਕਿੰਨੇ ਵਜੇ ਸੀ ਉਦੋਂ, ਕਿਹੜੀ ਥਿਤ ਸੀਗੀ ਬਈ ਜਿਹੜਾ ਹੈਗਾ ਪਹਿਲੀ ਸੀ, ਦੂਜੀ ਸੀ, ਤੀਜੀ ਸੀ, 14ਵੀਂ ਸੀ ਕਿ ਪੂਰਨਮਾਸ਼ੀ ਸੀਗੇ ਕਿ ਮੱਸਿਆ ਸੀਗੀ, ਕੀ ਸੀਗਾ ਉਦੋਂ, ਵਾਰ ਕਿਹੜਾ ਸੀ, ਸੋਮਵਾਰ ਮੰਗਲਵਾਰ ਕਿਹੜਾ ਸੀਗਾ ਸਮਾਂ। ਕਵਣ ਸੇ ਰੁੱਤੀ, ਉਦੋਂ ਰੁੱਤ ਕਿਹੜੀ ਸੀ, ਗਰਮੀ ਸੀ, ਬਰਸਾਤ ਸੀ, ਸਰਦੀ ਸੀ। ਮਾਹ ਕਵਣ, ਕਿਹੜਾ ਮਹੀਨਾ ਸੀਗਾ, ਜਨਵਰੀ ਫਰਵਰੀ ਮਾਰਚ। ਜਿਤ ਹੋਆ ਆਕਾਰ, ਜਦ ਮਾਲਕ ਨੇ ਸਾਰੀ ਸ੍ਰਿਸ਼ਟੀ ਬਣਾਈ। ਹਾਂਜੀ ਗੋਰਖੀ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਜੀ। ਕਵਣ ਸੋ ਵੇਲਾ ਮਹਾ ਕਵਣ ਦੋ ਬੋਲਦੇ ਤੁਸੀਂ ਬੋਲ। ਹਾਂਜੀ ਹਾਂਜੀ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹ ਕਵਣ, ਜਿਤ ਹੋਆ ਆਕਾਰ। ਜਦੋਂ ਇਹ ਆਕਾਰ ਹੋਇਆ, ਜਦੋਂ ਸ੍ਰਿਸ਼ਟੀ ਬਣੀ, ਇਹਦਾ ਟਾਈਮ, ਇਹਦਾ ਸਾਰਾ ਮਹੀਨਾ, ਇਹਦੀ ਡੇਟ, ਇਹਦੀ ਜਿਹੜੀ ਹੈਗੀ ਵਾਰ, ਕਹਿੰਦੇ ਰੁੱਤ, ਕਹਿੰਦੇ ਇਹਦੇ ਬਾਰੇ ਗਿਆਨ ਦੇ ਰਹੇ ਕਿ ਇਹ ਕਿਹੜੀ ਰੁੱਤ ਸੀਗੀ, ਇਹਦੇ ਬਾਰੇ ਦੱਸ ਰਹੇ ਮਹਾਰਾਜ। ਹਾਂਜੀ ਬਈ। ਹੁਣ ਸਾਧ ਸੰਗਤ ਜੀ, ਹੁਣ ਕਈ ਸਵਾਲ ਮੇਰੇ ਵੀ ਹੈਗੇ ਨੇ। ਮੈਂ ਹੈਰਾਨ ਹੁੰਦਾ ਕਿ ਜਿਹੜਾ ਇਨਸਾਨ ਦਾ ਬੱਚਾ ਹੈ ਨਾ, ਘੱਟੋ ਘੱਟ 8-9 ਸਾਲ ਦਾ ਹੋਵੇ ਨਾ, ਤੇ ਫਿਰ ਮੜ ਕੇ ਤੁਰਨਾ ਸਿੱਖਦਾ ਮਾੜਾ ਮੋਟਾ, ਕਿ ਉਹ ਰੋਟੀ ਜਿਹੜੀ ਖਾ ਸਕਦਾ। ਜਿਹੜਾ ਪਹਿਲਾ ਬੱਚਾ ਧਰਤੀ ਤੇ ਆਇਆ, ਉਹਨੂੰ ਕਿਹਨੇ ਸਾਂਭਿਆ ਵਾ? ਜੀ ਸਾਹਿਬ, ਆਪਾਂ ਜਾਨਵਰ ਥੋੜੀ ਹੈਗੇ ਆ। ਕਿਉਂਕਿ ਉਹਨੂੰ ਤਾਂ ਪਤਾ ਹੀ ਨਹੀਂ ਰੋਟੀ ਪਾਣੀ ਕਿੱਥੋਂ ਲਿਆਉਣਾ। ਇਹ ਤਾਂ ਦੁੱਧ ਤੇ ਬਿਨਾਂ ਜਿੰਦਾ ਨਹੀਂ ਰਹਿ ਸਕਦਾ। ਇਹ ਜਸਟ ਕਿਤੇ ਸੋਚਿਆ ਸਾਧ ਸੰਗਤ ਜੀ ਆਪਨੇ ਕਿਤੇ? ਹੁਣ ਇੱਥੇ ਇੱਕ ਚੀਜ਼ ਨੂੰ ਵਿਚਾਰਨ ਕਰਨ ਦੀ ਲੋੜ ਆ। ਇਹ ਜਿੱਦਾਂ ਲੱਗਦਾ ਪਰਮਾਤਮਾ ਨੇ ਜਾਦੂ ਨੇ ਇੱਕਦਮ ਹੀ ਲੈਣ ਜਾ ਸਕਦਾ, ਇੱਕੋ ਦਮ। ਹੁਣ ਰਾਤ ਨੂੰ ਆਪਾਂ ਸੁੱਤੇ ਹੁੰਦੇ ਹਾਂ, ਸੁਪਨੇ ਚ ਕਿੱਥੋਂ ਗੱਡੀਆਂ ਗੁੱਡੀਆਂ ਆ ਜਾਂਦੀਆਂ ਘਰ ਬਾਰ। ਬਿਲਕੁਲ ਯਥਾਰਥ ਸੱਚ ਹੁੰਦਾ ਕਿ ਏਦਾਂ ਦੀ ਕੋਈ ਖੇਡ ਹੋਊਗੀ। ਇਹ ਚੀਜ਼ਾਂ ਕੋਈ ਪ੍ਰੋਸੈਸ ਨਹੀਂ ਹੋਇਆ ਕਿ ਹੌਲੀ ਹੌਲੀ ਪੈਦਾ ਹੋ ਗਈਆਂ ਨੇ। ਅਸਕਰ ਬੀਜ ਕਿੱਥੋਂ ਆਏ ਨੇ? ਇੱਕ ਕਿਸਮ ਦਾ ਬੀਜ ਨਹੀਂ ਹੈ, ਕਿੰਨੀ ਕਿਸਮ ਦੀਆਂ ਸਬਜ਼ੀਆਂ, ਕਿੰਨੇ ਕਿਸਮ ਦੇ ਫਰੂਟ, ਕਿੰਨੀਆਂ ਕਿਸਮ ਦੀਆਂ ਦਾਲਾਂ, ਇਹ ਕਿੱਥੋਂ ਆਈਆਂ ਨੇ? ਇਹ ਦਾਲਾਂ ਦੇ ਬੀਜ ਕਿੱਥੋਂ ਆ ਰਹੇ ਨੇ, ਕਿੱਥੋਂ ਆਏ ਸੀ? ਕਿੰਨੀ ਕਿਸਮ ਦਾ ਘਾਹ, ਕਿੰਨੀ ਕਿਸਮ ਦੀ ਲੱਕੜ, ਇਹ ਕਿੱਥੋਂ ਆਇਆ ਸਾਰਾ ਅਰੇਂਜਮੈਂਟ? ਇਹ ਪਰਮਾਤਮਾ ਵੇਖ ਲਓ ਹਵਾ 'ਚ ਹੀ ਪੈਦਾ ਕਰ ਦਿੰਦਾ। ਠੀਕ ਹੈ ਨਿੱਜਰ ਸਾਹਿਬ, ਅੱਗੇ ਬੋਲੀਏ। ਅੱਗੇ ਜੀ ਮਹਾਰਾਜ ਕਹਿੰਦੇ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਕੁਰਾਨ। ਕਹਿੰਦੇ ਭਾਈ ਜਿਹੜਾ ਮਰਜੀ ਜਿਹੜਾ ਹੈਗਾ ਪੰਡਤਾਂ ਦੇ ਜਿਹੜੇ ਪੰਡਤਾਂ ਦੇ ਪੁਰਾਣ ਲੈ ਲਾ, ਜੇ ਹੋਵੇ ਲੇਖ ਪੁਰਾਣ। ਕਹਿੰਦੇ ਉਹਨਾਂ ਦੀ ਲਿਖਤ ਲੈ ਲਾ, ਵੇਦ ਸ਼ਾਸਤਰ ਲੈ ਲਾ, ਪੁਰਾਣ ਲੈ ਲਾ। ਕਹਿੰਦੇ ਇਹ ਟਾਈਮ ਨਹੀਂ ਲੱਭਣਾ ਤੈਨੂੰ। ਇਹ ਗੱਲ, ਇਹ ਕੁਐਸਚਨ ਜਿਹੜਾ ਹੈਗਾ ਇਹਦਾ ਹੱਲ ਨਹੀਂ ਮਿਲਣਾ ਕਿ ਮੁਰਗੀ ਕਦੋਂ ਹੋਈ ਆ, ਆਂਡਾ ਕਦੋਂ ਹੋਇਆ। ਇਹਦੇ ਬਾਰੇ ਕਹਿੰਦੇ ਆ ਇਹ ਗੱਲਾਂ ਜਿਹੜੀਆਂ ਹੈਗੀਆਂ, ਇਹਦੇ ਬਾਰੇ ਇਸ ਪਾਸੇ ਨੂੰ ਨਾ ਜਾਈ ਤੂੰ।
ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ। ਇਹ ਕਾਜੀ ਕਹਿੰਦੇ ਆ ਮੁਸਲਮਾਨੀ ਜਿਹੜੇ ਹੈਗੇ ਆ ਕਾਜੀ ਲੋਕ ਕਹਿੰਦੇ ਆ ਇਹਨਾਂ ਨੇ ਵੀ ਟਾਈਮ ਨਹੀਂ ਲੱਭਿਆ ਪਾਏ। ਜੇ ਲਿਖਣ ਲੇਖ ਕੁਰਾਨ ਇੰਨੀ ਕੁਰਾਨ ਜਿਹੜੀ ਅਰਬੀ ਦੇ ਵਿੱਚ ਇੰਨੀ ਵੱਡੀ ਕੁਰਾਨ ਧਾਰਮਿਕ ਗ੍ਰੰਥ ਹੈਗਾ ਕਹਿੰਦੇ ਇਹ ਵੀ ਲਿਖਿਆ ਆ ਤੇ ਇਹਦੇ ਨਾਲ ਜਿਹੜਾ ਹੈਗਾ ਕਹਿੰਦੇ ਇਹਦੇ ਵਿੱਚ ਤਾਂ ਕਿਤੇ ਨਾ ਤਾਂ ਹਿੰਦੂਆਂ ਦੇ ਜਿਹੜੇ ਹੈਗੇ ਵੇਦ ਸ਼ਾਸਤਰ ਜਿਹੜੇ ਹੈਗੇ ਆ ਇਹ ਪੁਰਾਣ ਜਿਹੜੇ ਹੈਗੇ ਇਹਨਾਂ ਦੇ ਵਿੱਚ ਕਿਤੇ ਲਿਖਿਆ ਵੀ ਐਸ ਆਹ ਟਾਈਮ ਸੀਗਾ ਐਦੋਂ ਜਿਹੜਾ ਆਹ ਮਹੀਨਾ ਸੀਗਾ ਆਹ ਵਾਰ ਸੀਗੀ ਆਹ ਸਾਲ ਸੀਗਾ ਕਿਤੇ ਤੁਹਾਨੂੰ ਇਹਨੂੰ ਲਿਖਿਆ ਨਜ਼ਰ ਨਹੀਂ ਆਉਂਦਾ। ਜੇ ਕਾਜ਼ੀਆਂ ਨੂੰ ਪਤਾ ਹੁੰਦਾ ਜੇ ਹਜ਼ਰਤ ਮੁਹੰਮਦ ਨੂੰ ਪਤਾ ਹੁੰਦਾ ਤੇ ਉਹ ਵੀ ਲਿਖ ਦਿੰਦੇ ਭਾਈ ਕੁਰਾਨ ਦੇ ਵਿੱਚ ਕਿਤੇ ਤਾਂ ਲਿਖ ਦਿੰਦੇ ਹੋ ਵਕਤ ਨਾ ਪਾਇਓ ਕਾਦੀਆਂ। ਜੇ ਲਿਖਨੇ ਲੇਖ ਕੁਰਾਨ ਜੇ ਹੁਣ ਪਤਾ ਹੁੰਦਾ ਤੇ ਕੁਰਾਨ ਦੇ ਵਿੱਚ ਆਪਾਂ ਨੂੰ ਲਿਖਤ ਰੂਪ 'ਚ ਮਿਲ ਜਾਣਾ ਸੀਗਾ ਇਹ ਗੱਲ ਕਹਿੰਦੇ ਉਹ ਵੀ ਨਹੀਂ ਪਤਾ ਲੱਗੀ। ਥਿੱਤਵਾਰ ਨਾ ਜੋਗੀ ਜਾਣੇ ਰੁੱਤ ਮਾਂ ਨਾ ਕੋਈ ਜੋਗੀ ਨੇ ਯੋਗ ਅਭਿਆਸ ਕਰਨ ਵਾਲੇ ਨੇ ਨਾ ਦੱਸਿਆ ਭਾਈ ਵੀ ਕਿਹੜੀ ਡੇਟ ਹੈ ਕਿਹੜਾ ਵਾਰ ਹੈਗਾ। ਨਾ ਕੋਈ ਜੋਗੀ ਜਾਣਦਾ ਹੈ ਨਾ ਕੋਈ ਰੁੱਤ ਜਾਣਦਾ ਹੈ ਨਾ ਕੋਈ ਮਹੀਨੇ ਨੂੰ ਜਾਣਦਾ ਹੈ ਕੋਈ ਨਹੀਂ ਜਾਣਦਾ। ਇਸ ਕਰਕੇ ਪਿਆਰਿਆ ਇਸ ਪਾਸੇ ਨੂੰ ਨਾ ਹੋਈ ਜਾ ਕਰਤਾ ਸਿਰਠੀ ਕੋ ਸਾਜੈ ਆਪੇ ਜਾਣੇ ਸੋਈ। ਕਹਿੰਦੇ ਜਿਹੜੇ ਮਾਲਕ ਨੇ ਸ੍ਰਿਸ਼ਟੀ ਬਣਾਈ ਆ ਭਾਈ ਉਹਨੇ ਕਦੋਂ ਬਣਾਈ ਆ ਕਿਹੜਾ ਮਹੀਨਾ ਸੀ ਕਿਹੜੀ ਵਾਰ ਸੀ ਕਹਿੰਦੇ ਉਹ ਜਾਣਦਾ ਹੈ ਭਾਈ ਆਪੇ ਜਾਣੇ ਸੋਈ ਉਹੀ ਜਾਣਦਾ ਹੈ ਭਾਈ। ਇਸ ਪਾਸੇ ਨੂੰ ਨਾ ਹੋਈ ਇਹ ਸਮਾਂ ਬਰਬਾਦ ਕਰਨ ਵਾਲੀ ਗੱਲ ਹੈਗੀ। ਹਾਂਜੀ ਗੋਰਗੀ ਸਾਹਿਬ। ਸਾਧ ਸੰਗਤ ਜੀ ਆਪ ਜਸਟ ਸੋਚੋ ਜਿਹੜਾ ਮਾਂ ਦਾ ਮਾਂ ਦੇ ਅੰਦਰ ਆਂਡਾ ਵਾ ਕਹਿੰਦੇ ਔਰਤ ਜਦੋਂ ਜੰਮਦੀ ਹੈ ਨਾ ਤੇ ਆਪਣੇ ਨਾਲ ਆਂਡੇ ਲੈ ਕੇ ਆਉਂਦੀ ਹੈ ਕਿੰਨੇ ਉਹਦੇ ਅੰਦਰ ਆਂਡੇ ਨੇ ਸ਼ੁਕਰਾਣੂ ਜਿਹੜੇ ਬੰਦੇ ਦੇ ਬਾਅਦ ਚ ਬਣਦੇ ਤੇ ਇਹ ਇੱਕ ਅਲੱਗ ਚੀਜ਼ ਉਹ ਇੰਨਾ ਛੋਟਾ ਆਂਡਾ ਉਹਦੇ ਵਿੱਚ ਇੱਕ ਛੋਟਾ ਜਿਹਾ ਸ਼ੁਕਰਾਣੂ ਜਾਂਦਾ ਔਰ ਉਹ ਛੋਟਾ ਜਿਹਾ ਜਿਹੜਾ ਸ਼ੁਕਰਾਣੂ ਆ ਉਹ ਦੋਨੇ ਆਂਡਿਆਂ ਦੇ ਵਿੱਚ ਤੁਹਾਡੀਆਂ ਅੱਖਾਂ ਤੁਹਾਡਾ ਦਿਮਾਗ ਤੁਹਾਡੀਆਂ ਹੱਡੀਆਂ ਤੁਹਾਡੇ ਸਰੀਰ ਤੇ ਕਿੰਨੇ ਵਾਲ ਉੱਗਣੇ ਤੁਹਾਡੀਆਂ ਅੱਖਾਂ ਦਾ ਰੰਗ ਕਿੱਦਾਂ ਦਾ ਹੋਊਗਾ ਤੁਹਾਡੀ ਚਮੜੀ ਦਾ ਰੰਗ ਕਿੱਦਾਂ ਦਾ ਹੋਊਗਾ ਤੁਹਾਡੀ ਇੱਕ ਜਿਹੜੀ 72,000 ਨਾੜੀ ਉਹਦੇ ਅੰਦਰ ਤੁਹਾਡੇ ਇਹ ਤੋਂ ਜੱਟ 9 ਕਿੱਦਾਂ ਦੇ ਹੋਣਗੇ ਤੁਹਾਡੇ ਦੰਦ ਕਿੱਦਾਂ ਦੇ ਹੋਣਗੇ। ਆਪ ਜਸਟ ਦੇਖੋ ਜੇ ਦੰਦ ਤੇ ਹੈ ਨਹੀਂ ਨਿਕਲ ਸਾਹਿਬ ਸ਼ੁਕਰਾਣੂ ਦੰਦ ਹੈਗੇ ਨਾ ਅੱਖਾਂ ਕਿੱਥੋਂ ਆ ਗਈਆਂ ਕਿਡਨੀਆਂ ਕਿੱਥੋਂ ਆ ਗਈਆਂ ਲੀਵਰ ਫੇਫੜੇ ਕਿੱਥੋਂ ਆ ਗਏ ਦੱਸੋ 28 ਪਤਾ ਨਹੀਂ 27 ਕਿੰਨੇ ਲੰਬੀ ਮੀਟਰ ਹੈ ਜਿਹੜੀ ਸਾਡੀ ਅੰਤਰਾਂ ਵਾ ਛੋਟੀ ਅੰਤਰ ਤੇ ਵੱਡੀ ਅੰਤਰਾਂ ਵਾ। ਆਪ ਜਸਟ ਸੋਚੋ ਕਿੱਦਾਂ ਫਾਈਨ ਡਿਜ਼ਾਈਨਰ ਹੈ ਔਰ ਇਹ ਸਾਇੰਸ ਕਹਿੰਦੀ ਬੰਦਾ ਆਪੇ ਆ ਗਿਆ ਕਿੱਥੋਂ ਆ ਗਿਆ ਏਡਾ ਫਾਈਨ ਕਿਤੇ ਆਪਣੇ ਸਾਡੇ ਸਰੀਰ ਕੋਈ ਗੜਬੜ ਹੈਗੀ ਦੱਸੋ ਮੈਨੂੰ ਕੋਈ ਕੰਮ ਹੈਗਾ ਜਿਹੜਾ ਤੁਸੀਂ ਨਹੀਂ ਕਰ ਸਕਦੇ। ਤੁਹਾਡੇ ਅੰਦਰ ਰਾਤ ਨੂੰ ਇੱਕ ਅਲੱਗ ਕਿਸਮ ਦੇ ਹਾਰਮੋਨ ਚੱਲਦੇ ਨੇ ਜਿਹੜੇ ਕਹਿੰਦੇ ਨੇ ਸੌਂ ਜਾ ਤੁਹਾਨੂੰ ਜਗਾਉਣ ਵਾਸਤੇ ਅਲੱਗ ਕਿਸਮ ਦੇ ਹਾਰਮੋਨ। ਹੁਣ ਮੈਂ ਇੱਕ ਦਿਨ ਨੈਟ ਤੇ ਪੜ੍ਹਦੇ ਨੇਚਰ ਸਾਹਿਬ ਉਹ ਕਹਿੰਦੇ ਜਿਹੜੀ ਸਾਡੀ ਚਮੜੀ ਹੈ ਨਾ ਇਹਦਾ ਰੰਗ ਬਣਾਉਣ ਵਾਸਤੇ ਸਪੈਸ਼ਲ ਇੱਕ ਪਿਗਮੈਂਟ ਹੈ ਜਿਹੜਾ ਸਾਡੇ ਸਰੀਰ ਤੋਂ ਬਣਦਾ ਜਿਹਨੂੰ ਪਰਮਾਤਮਾ ਵੱਲੋਂ ਅਸੀਂ ਸਹੀ ਤਰੀਕੇ ਨਾਲ ਜੀਵਨ ਹੀ ਨਾ ਬਤੀਤ ਕਰਦੇ ਉਹ ਪਿਗਮੈਂਟ ਵਾਲੀ ਮਸ਼ੀਨ ਹੋ ਜਾਂਦੀ ਖਰਾਬ ਉਸ ਤੋਂ ਬਾਅਦ ਸਾਨੂੰ ਕਲੈਰੀ ਹੋ ਜਾਂਦੀ। ਲਗਾਤਾਰ ਤੁਹਾਡੇ ਅੰਦਰ ਜਿਹੜਾ ਪਿਗਮੈਂਟ ਹੈ ਉਹ ਬਣ ਰਿਹਾ। ਹੁਣ ਜਿਹੜੇ ਇੱਕ ਮੇਰਾ ਮੁੰਡਾ ਦੋਸਤ ਸੀ ਉਹ ਪੂਰੇ ਦਾ ਨਾਂ ਸੀ ਜੈਸਨ ਬਰਾਊਨ ਤੇ ਉਹਦੇ ਥੱਲੇ ਜਿਹੜੇ ਅੰਡਕੋਸ਼ ਸੀ ਨਿੱਜਰ ਸਾਹਿਬ ਉਹ ਕੈਂਸਰ ਹੋ ਗਿਆ ਉਹਨੂੰ ਉਹਨਾਂ ਨੂੰ 1.5 ਕੱਢਣੇ ਪਏ ਤੇ ਨਿੱਜਰ ਸਾਹਿਬ ਅੱਧਾ ਬਚਿਆ। ਉਹ ਕਹਿੰਦਾ ਜੀ ਸਿੰਘ ਜੀ ਇਹ ਵੀ ਕੱਟ ਦਿੰਦੇ ਨਾ ਉਹ ਕਹਿੰਦੇ ਕਿ ਮੇਰੇ ਜਿਹੜੇ ਥਾਣੇ ਨਾ ਮੇਰੇ ਜਨਾਨੀਆਂ ਵਰਗੇ ਹੋ ਜਾਣੇ ਨਿੱਜਰ ਸਾਹਿਬ। ਆਪ ਜਸਟ ਸੋਚ ਰਹੇ ਹੋ ਕਿ ਬੰਦੇ ਦੀ ਆਵਾਜ਼ ਜਿਹੜੀ ਹੈ ਨਾ ਉਹ ਬੰਦੇ ਵਰਗੀ ਆਵਾਜ਼ ਬਣਾਈ ਰੱਖਣ ਲਈ ਸਾਡੇ ਹਾਰਮੋਨ ਚਾਹੀਦੇ ਨੇ ਸਾਨੂੰ। ਬਿਲਕੁਲ ਸਹੀ। ਆਪ ਜਸਟ ਸੋਚੋ ਕਿੰਨਾ ਵੱਡਾ ਮਕੈਨਿਜ਼ਮ ਜਿਹੜਾ ਸਾਡੇ ਅੰਦਰ ਚੱਲ ਰਿਹਾ ਪਰ ਸਾਨੂੰ ਕੁਝ ਵੀ ਨਹੀਂ ਪਤਾ ਉਹ ਕੁਦਰਤ ਔਰ ਉਹ ਸਾਡੇ ਅੰਦਰ ਚੱਲ ਰਿਹਾ ਬਸ ਸਾਨੂੰ ਕੇਵਲ ਆਪਣਾ ਚਮੜੀ ਦੇ ਦਿੱਤੀ ਹੈ ਬਾਕੀ ਸਾਰਾ ਕੁਝ ਦੇ ਅੰਦਰ ਚੱਲ ਰਿਹਾ ਪ੍ਰੋਸੈਸ ਔਰ ਜਦੋਂ ਮਸ਼ੀਨ ਖਰਾਬ ਹੁੰਦੀ ਹੈ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਹਾਂਜੀ ਨਜਰ ਸਾਹਿਬ ਥਿਤ ਵਾਰਨਾ ਜੋਗੀ ਜਾਣੈ ਰੁੱਤ ਮਾਂ ਨਾ ਕੋਈ ਕਹਿੰਦੇ ਕੋਈ ਜੋਗੀ ਕੋਈ ਜਿਹੜਾ ਹੈਗਾ ਕੋਈ ਗ੍ਰੰਥ ਕੋਈ ਵੀ ਨਹੀਂ ਜਾਣ ਸਕਦਾ ਕਹਿੰਦੇ ਇਹ ਜਿਹੜਾ ਹੈਗਾ ਸਿਰਫ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਕਹਿੰਦੇ ਜਿਹੜਾ ਮਾਲਕ ਪਰਮਾਤਮਾ ਸ੍ਰਿਸ਼ਟੀ ਜਿਹਨੇ ਬਣਾਈ ਆ ਜਿਹੜੀ ਸਾਜਨਾ ਕੀਤੀ ਆ ਔਰ ਜਿਹੜਾ ਸੰਭਾਲ ਕਰ ਰਿਹਾ ਹੈ ਉਹ ਜਾਣਦਾ ਹੈ ਭਾਈ। ਹਾਂਜੀ ਵੀਰ
संगत जी ये जी समय का कोई दस नहीं सकता ये कदों आई है, पर इन्ना पक्का पता बहुत पुरानी है, इन्नी ज्यादा पुरानी है ना कि लिखना औखा हो। बहुत पुराने ने ਜਿਹੜੇ ਗ੍ਰਹਿ ਗੁਰੂ ਹੋਏ, ਇਹ ਜਿਹੜੇ ਪੰਜ ਤਾਤੇ ਆ ਨਾ ਇਹ ਬ੍ਰਾਹਮੀ ਆ। ਆ ਜਿਹੜੇ ਪੰਜ ਤਾਤੇ ਆ ਨਾ ਬ੍ਰਾਹਮੀ ਆ, ਇਹ ਆਖਰ ਦੇ ਵਿੱਚ ਇਹ ਨਸ਼ਟ ਨਹੀਂ ਹੋਣੇ, ਇਹ ਬ੍ਰਹਮ ਚ ਲੀਨ ਹੋ ਜਾਣੇ ਔਰ ਇਹਨਾਂ ਦੇ ਅੰਦਰੋਂ ਹੀ ਸਭ ਕੁਝ ਆ ਰਿਹਾ। ਆਪ ਜਸਟ ਸੋਚੋ, ਅੱਜ ਕੰਪਿਊਟਰ ਬਣਾਇਆ, ਮੋਬਾਈਲ ਬਣਾਇਆ, ਰॉकेट ਬਣਾਏ, ਜਹਾਜ਼ ਬਣਾਏ, ਕਿੰਨੀ ਕਿਸਮ ਦਾ ਪ੍ਰਮਾਤਮਾ ਨੇ ਧਰਤੀ ਤੇ ਲੋਹਾ ਪਾਇਆ ਵਾ। परमात्मा ਨੂੰ ਪਤਾ ਬਹੁਤ ਚੀਜ਼ ਦਾ ਕਿ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ। ਇੱਥੋਂ ਤੱਕ ਕੋਈ ਵੀ ਚੀਜ਼ ਅਸੀਂ ਬਣਾਉਂਦੇ ਹਾਂ ਉਹ ਚੀਜ਼ ਧਰਤੀ 'ਚ ਮੌਜੂਦ ਹੈ। ਨਿਜਲ ਸਾਹਿਬ हाँ जी बिल्कुल ठीक है। ਹਾਂਜੀ ਅੱਗੇ ਚੱਲੀਏ। हाँ जी अगे है, किव कर आखां किव सलाही क्यों वरनी किव जाना। कहते मालका मैं किवें आखां तेनू, मैं किवें तेरी वडियाई करा, तू इन्ना वड्डा हैगा आ, किवें मैं तेनू सलावां, क्यों वरनी, तेरा तो कोई रूप नहीं है, रंग नहीं है, रेख नहीं है कोई, किवें मैं तेरा वर्णन करा, किवें मैं तेनू जाना, मैं किवें जान सकदा है तेनू। नानक आखण सब को आखे एक दो एक सियाणा। कहंदे आप जिहड़ा हैगा एक तो एक सियाणा बन रहे हैं लोकी जिहड़े हैगे। कहंदे आखण सारे कुछ ना कुछ बोली जा रहे हैं। हरेक जीव जिहड़ा हैगा अपने आप नू दूजे तो सियाणा ही समझदा है बस, और कोशिश करी जाता है बई बोली जा रहा कुछ ना कुछ। कहंदे पर कहंदे है कि तेरी वडियाई नहीं दस सकदा, ते यतन जरूर करदा है पर दस नहीं सकदा, बोल नहीं सकदा। हाँ जी वीर जी। हाँ जी ठीक है जी। किव कर आखा किव सलाही क्यों वरनी किव जाना। हाँ जी परमात्मा के बारे कहना एक ते कहंदे ने कि वड्डा पानी कितनी कितना वड्डा कहिए। बिल्कुल वड्डा ते कह देंदे जो वड्डा लफ्ज भी नहीं वरतना चाहिए। जिसमें ही अखां च ले आउंदे ना ਇਹਦਾ मतलब कि ब्रह्म अखां च आ गया, पर साडी बुद्धि की एक सीमा वा, परमात्मा की कोई सीमा ही नहीं। कैलकुलेट करांगे मेरे को 4-5 किलो वजन चुकाओ, एक घंटे बाद मेरी बांह थकन डै पैनी। वो एडी वड्डी धरती उन्हें हवा च खलारी है ਉਹਦੇ, और किन्ने लम्बे जुगां तो उत्थे इस तरह खड़ोती है, हुक्म दे अंदर है। सूरज देखो, सूरज की इस तरह सैटिंग की है, ना तो दूर है तो ना लागे। जे लागे आ जाए तो धरती साड़ देनी है, जे दूर चल गया तो धरती तो बर्फ जम जानी। अब जस्ट सोचो, मैं तुम अंदाजे दे दें कितना परमात्मा ने यूनिक कंस्ट्रक्शन की है, और इन्नी जबरदस्त गलती ने तुहानू मिलू। तुसीं एक भी गलती लभ के मैनूं दस दें, बहुत औखा काम। हाँ जी नहीं चलता वो बाणी चाहुंदा ना, रहरस दा पाठ करदे हैं, सुन वड्डा आखे सब कोई केवड़ वड्डा डिठा होए। सुन वड्डा आखे सब कोई केवड़ वड्डा डिठा होए। कहंदे उत्थे वड्डे दे बारे तां जिन्हें देखिया है ਉਹੀ ਉਹਨੂੰ पता है भाई किन्ना क वड्डा है। देखे बगैर किवें कह रहे हैं, सारे सुन के आखी जा रहे हैं। इत्थे भी महाराज यही कह रहे हैं कि नानक आखण सब को आखे एक दो एक सियाणा। कहंदे एक तो एक सियाणा मिल जूगा, डॉक्टर PhD वाले सारे दे सारे मिल जाणगे, और गल्लां बातां दे नाल सारा जिहड़ा है वजन तोल पूरा कर देणगे। नानक आखण सब को आखे, कोई आखण तो बगैर आवाज नहीं आउंदा। कहंदे नानक आखण सब को आखे एक दो एक सियाणा। हाँ जी गोरखी साहब। हाँ जी बिल्कुल ठीक है साध संगत जी। ये बंदे की एक आदत है, बंदे ने किसी भी चीज नूं दसना हुंदा, क्योंकि तां इहनूं परेशानी बहुत हुंदी है ना, हंकार नूं ठेस वजदी है। जदों ना दे दिंदा ना फिर इहदे हंकार की पूर्ति हो जाती कि हाँ मैं जान गया। पर जब तक वो ना नहीं ना दिंदा उन्ना चिर इहदी बड़ी भादी बनती है, और इस करके इन्हें अपनी बुद्धि के हिसाब नाल कल्पना करती है इन्ना वा आउना वा, पर जब यथार्थ तौर पर ਉਹਨੂੰ जान नहीं सकता। ठीक है निजर साहब आगे चलिए। ਅੱਗੇ ਹੁਣ ਮਹਾਰਾਜ ਆਖਰੀ ਜਿਹੜੀ ਹੈ ਲਾਈਨ ਉਹਦੇ ਵਿੱਚ ਨੁਕਤਾ ਦੇ ਰਹੇ ਆ ਭਾਈ, 2 ਲਾਈਨਾਂ ਦੇ ਵਿੱਚ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ। ਕਹਿੰਦੇ ਉਹ ਮਾਲਕ ਪਰਮਾਤਮਾ ਵੱਡਾ ਹੈ ਭਾਈ, ਵੱਡਾ ਸਾਹਿਬ ਹੈ, ਕੰਟਰੋਲਰ ਹੈ ਸਾਰਿਆਂ ਦਾ। ਵੱਡੀ ਨਾਈ
ਉਹਦਾ ਹੁਕਮ ਵੀ ਵੱਡਾ ਹੈ, ਉਹਦਾ ਨਾਮਣਾ ਵੀ ਵੱਡਾ ਹੈਗਾ। ਉਹਨੇ ਜਿਹੜਾ ਹੈਗਾ ਧਿਆਨ ਸਿਮਰਨ ਦੇ ਦੁਆਰਾ, ਉਹਦੇ ਨਾਮ ਦੇ ਦੁਆਰਾ ਜਿਹੜਾ ਹੈਗਾ ਮਿਲਣਾ ਹੈ ਮਾਲਕ ਪਰਮਾਤਮਾ ਨੇ। ਆਤਮਾ ਵੱਲ ਨੂੰ ਯਾਤਰਾ ਇੱਥੋਂ ਸ਼ੁਰੂ ਹੋਣੀ ਆ। ਕੀਤਾ ਜਾਗਾ ਹੋਵੇ, ਸਾਰੀ ਸ੍ਰਿਸ਼ਟੀ ਜੋ ਕੁਝ ਵੀ ਹੋ ਰਿਹਾ ਦੁਨੀਆ ਦੇ ਵਿੱਚ ਉਹਦਾ ਹੀ ਕੀਤਾ ਹੋ ਰਿਹਾ ਹੈ, ਉਹ ਹੀ ਕਰ ਰਿਹਾ ਹੈ, ਉਹ ਹੀ ਕਰਤਾ ਹੈਗਾ। ਉਹਦਾ ਕੀਤਾ ਹੋਣਾ ਹੈ, ਤੇਰਾ ਕੀਤਾ ਨਹੀਂ ਹੋਣਾ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਗਾ ਹੋਵੇ, ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋ ਹੈ। ਇੱਕ ਗੱਲ ਹੋਰ ਯਾਦ ਰੱਖ ਲਾ ਪਿਆਰਿਆ, ਜੇ ਤੂੰ ਆਪਣੇ ਆਪ ਨਾਨਕ ਜੇ ਕੋ ਆਪੋ ਜਾਣੇ, ਜੇ ਤੂੰ ਕਹੇ ਬਈ ਆਪਣੇ ਆਪ ਜਿਹੜਾ ਹੈਗਾ ਕਰਤਾ ਬਣੇ ਔਰ ਆਪਣੇ ਆਪ ਗਿਆਨੀ ਬਣ ਜਾਏ, ਆਪਣੇ ਆਪ ਨੂੰ ਜਿਹੜਾ ਹੈਗਾ ਬੜਾ ਜਿਹੜਾ ਹੈਗਾ ਸਕਾਲਰ ਸਮਝ ਲੈ, ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ। ਕਹਿੰਦੇ ਉਹ ਅੱਗੇ ਜਿਹੜਾ ਹੈਗਾ ਸੋਭਾ ਨਹੀਂ ਪਾਉਂਦਾ ਭਾਈ। ਉਹ ਜਿਹੜਾ ਹੈਗਾ ਮਾਲਕ ਦੇ ਦਰ ਦੇ ਉੱਤੇ ਜਿਹੜਾ ਹੈਗਾ ਇੱਕ ਇਹ ਜਿਹੜਾ ਹੈਗਾ ਠੁੱਸੀ ਹੋ ਜਾਂਦਾ ਹੈ। ਜਿਹੜਾ ਹੈਗਾ ਉਹ ਕਹਿੰਦੇ ਨਾ ਇੱਕ ਦੂਜੇ ਕੋ ਲੱਖੋਂ ਲੱਖੋਂ में ਲੱਖ 20 ਲੱਖ ਲੱਖ ਗੇੜਾ ਆਖੀ ਏਕ ਨਾਮ ਜਗਦੀਸ਼, ਇਹ ਤਰਾਹੇ ਪੱਤ ਪੌੜੀਆਂ ਚੜੀਏ ਹੋਏ ਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਏਰੀਸ, ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ। ਕਹਿੰਦੇ ਇਹ ਠੀਸ ਹੈਗੀ ਆ ਕੂੜੇ ਕੂੜੇ ਦੀ ਜਿਹੜੀ ਹੈਗੀ ਆ। ਜੇ ਆਪਣੇ ਆਪ ਨੂੰ ਜਿਹੜਾ ਹੈਗਾ ਕੁਛ ਕਰਤਾ ਦੱਸ ਰਿਹਾ ਆ, ਕਹਿੰਦੇ ਇਹੋ ਜਿਹੀਆਂ ਫੜਾ ਮਾਰਦਾ ਆ, ਤੇ ਕਹਿੰਦੇ ਉਹ ਅੱਗੇ ਜਾ ਕੇ ਸੋਭਾ ਨਹੀਂ ਪਾਉਂਦਾ। ਹਾਂਜੀ ਬੇਟਾ। ਸੰਗਤ ਜੀ ਦੇਖੋ, ਸਾਡੀ ਜਿਹੜੀ ਜ਼ੁਬਾਨ ਹੈ ਨਾ, ਉਹਦੇ ਚ ਕੀ ਹੈ? ਕੁਝ ਨਹੀਂ ਹੈਗਾ। ਪਰ ਜਦੋਂ ਅਸੀਂ ਵੱਡੀਆਂ ਅਸਮਾਨ ਨੂੰ ਟਾਕੀਆਂ ਲਾਉਂਦੇ ਹਾਂ ਤੇ ਅਸੀਂ ਕੋਈ ਚੰਗਾ ਕੰਮ ਨਹੀਂ ਕਰਦੇ। ਔਰ ਖਾਸ ਕਰਕੇ ਪਹਿਲਾਂ ਲੋਕ ਏਦਾਂ ਹੀ ਕਰਦੇ ਹੁੰਦੇ ਸੀ, ਉਹ ਜਿੰਨੀ ਕੁ ਦੀ ਬੁੱਧੀ ਆ ਉਹ ਉਸੇ ਹਿਸਾਬ ਨਾਲ ਹੀ ਵਿਖਿਆਨ ਕਰਦਾ, ਜਦ ਕਿ ਇਹ ਵਿਖਿਆਨ ਦਾ ਵਿਸ਼ਾ ਨਹੀਂ ਹੈਗਾ। ਜਦੋਂ ਅਸੀਂ ਬਾਹਰ ਜਾਂਦੇ ਹਾਂ ਤੇ ਇਹਦਾ ਕੋਈ ਅੰਤ ਨਹੀਂ ਹੈਗਾ, ਬ੍ਰਹਮ ਦਾ ਅੰਤ ਨਹੀਂ ਹੈ, ਅਨੰਤ ਹੈ। ਔਰ ਪਰ ਇੱਕ ਤਰੀਕਾ ਹੈ, ਜਦੋਂ ਅਸੀਂ ਆਪਣੀ ਬੁੱਧੀ ਨੂੰ ਵਾਪਸ ਆਪਣੇ ਵਿੱਚ ਮੋੜ ਲੈਂਦੇ ਹਾਂ ਤੇ ਸਾਨੂੰ ਉਹ ਪਰਮਾਤਮਾ ਦੇ ਚਰਨ ਆਪਣੇ ਹਿੱਤੇ ਚ ਮਿਲ ਜਾਂਦੇ, ਆਪਣੇ ਅੰਦਰ ਮਿਲ ਜਾਂਦੇ। ਔਰ ਬਹੁਤ ਆਸਾਨ ਹੈ। ਔਰ ਜਦੋਂ ਦੇਖੋ ਆਤਮ ਤੱਤ ਦੀ ਖੋਜ ਤੇ ਪ੍ਰਾਪਤੀ ਇੱਕ ਐਸੀ ਚੀਜ਼ ਹੈ, ਤੁਸੀਂ ਖੋਜ ਸ਼ੁਰੂ ਕੀਤੀ, ਤੁਹਾਡੇ ਜੀਵਨ 'ਚ ਸ਼ਾਂਤੀ ਤੇ ਆਨੰਦ ਆਪਣੇ ਆਪ ਹੀ ਆ ਜਾਣਾ। ਵਿਜੇ ਸਾਹਿਬ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਇੱਕ ਤੇ ਪ੍ਰਾਪਤੀ ਤੇ ਬੜੀ ਵੱਡੀ ਗੱਲ ਹੈ ਨਾ, ਉਹ ਤੇ ਮੈਂ ਸਾਈਡ ਤੇ ਕਰਦਾ। ਜੇ ਖੋਜ ਸ਼ੁਰੂ ਕੀਤੀ ਨਾ, ਕਿੰਨਾ 2 ਦਿਨਾਂ 'ਚ ਤੇ ਤੁਹਾਨੂੰ ਪਰਮਾਤਮਾ ਪ੍ਰਸ਼ਾਦਾ ਦੇਣਾ ਸ਼ੁਰੂ ਕਰ ਦਿੰਦਾ। ਉਹ ਕਹਿੰਦਾ ਸ਼ੁਕਰ ਹੀ ਭਰਾਵਾ, ਮੰਗਣ ਆ ਗਏ ਤੇ ਬਾਹਰ ਹੀ ਫਿਰਿਆ ਫਿਰਦਾ ਤਾਂ ਲੈ ਜਾ ਆਪਣਾ ਸਮਾਨ। ਉਸੇ ਦਿਨ ਹੀ। ਬਿਲਕੁਲ ਸਹੀ ਗੱਲ ਹੈ। ਉਸੇ ਦਿਨ ਹੀ, ਉਸੇ ਦਿਨ ਹੀ, ਬਿਲਕੁਲ ਉਸੇ ਦਿਨ ਹੀ ਤੁਸੀਂ ਦਰਵਾਜ਼ੇ ਤੇ ਗਏ ਨਾਲ ਹੀ ਚੱਲ ਚੱਕ ਪਏ ਆਪਣਾ ਸਮਾਨ, ਅੱਜ ਦਾ ਆਨੰਦ ਤੇ ਅੱਜ ਹੀ ਸ਼ਾਂਤੀ ਲੈ ਜਾ। ਕੋਈ ਲੰਮਾ ਸਮਾਂ, ਉਹ ਬਾਣੀ ਸੱਚੀ ਗੱਲ ਹੈ। ਬਾਣੀ ਕਹਿੰਦੇ 9 ਦਿਨ ਚ ਤੇ ਬੜੀ ਵੱਡੀ ਅਵਸਥਾ ਬਣ ਜਾਂਦੀ ਬੰਦੇ ਦੀ। ਬਿਲਕੁਲ ਸਹੀ ਗੱਲ ਹੈ। ਹਾਂ, ਤੇ ਜਦ ਤੱਕ ਤੁਹਾਨੂੰ ਖੁਦ ਦਾ ਗਿਆਨ ਪ੍ਰਾਪਤ ਨਹੀਂ ਨਾ ਹੁੰਦਾ, ਉਹਨਾਂ ਚਿਰ ਤੱਕ ਤੁਹਾਡੇ ਅੰਤਰਾਕਰਨ ਨੇ ਤ੍ਰਿਪਤ ਨਹੀਂ ਹੋਣਾ। ਜਾਣਕਾਰੀਆਂ ਮਨ ਦਾ ਵਿਸ਼ਾ ਹੈ, ਆਤਮ ਗਿਆਨ ਇਹ ਸੁਰਤੀ ਦਾ ਵਿਸ਼ਾ ਹੈ। ਸੁਰਤੀ ਜਦੋਂ ਆਤਮਾ ਜੇ ਜਾਵੇਗੀ, ਆਤਮਾ ਨੇ ਇਹਨੂੰ ਫੜ ਲੈਣਾ। ਤੁਹਾਡੀ ਸੁਰਤੀ ਨੂੰ ਆਤਮਾ ਫੜ ਲੈਂਦੀ ਹੈ, ਦੇਖਦੇ ਨਹੀਂ ਤੁਹਾਨੂੰ, ਇੱਕਦਮ ਜਾਮ ਕਰ ਦਿੰਦੀ, ਰੋਕ ਦਿੰਦੀ ਤੇ ਤੁਹਾਨੂੰ ਸੰਸਾਰ ਤੋਂ ਤੋੜ ਦਿੰਦੀ। ਬਹੁਤ ਵਧੀਆ ਅਵਸਥਾ, ਉਸ ਅਵਸਥਾ 'ਚ ਵਾਰ-ਵਾਰ ਜਾਣਾ ਔਰ ਫਿਰ ਤੁਸੀਂ ਕੀ ਹੋਗੇ, ਇੱਕਦਮ ਬਾਦਸ਼ਾਹ ਹੋ ਜਾਓ। ਦੇਖੋ ਨਿਰਧਨ ਜਿਹੜਾ ਬੰਦਾ ਉਹ ਨਹੀਂ ਹੁੰਦਾ ਕਿ ਜਿਹਦੇ ਕੋਲ ਪੈਸੇ ਨਹੀਂ ਹੈ। ਨਿਰਧਨ ਬੰਦਾ ਉਹ ਹੁੰਦਾ ਵਾ ਜਿਹੜਾ ਇਸ ਸੰਸਾਰ ਤੇ ਮਨੁੱਖ ਦਾ ਜਨਮ ਲੈਣ ਦੇ ਬਾਵਜੂਦ ਵੀ ਆਤਮ ਤੱਤ ਨੂੰ ਚੀਨਦਾ ਨਹੀਂ ਆ, ਜਾਣਦਾ ਨਹੀਂ। ਬਹੁਤ ਵਧੀਆ। ਉਸ ਬੰਦੇ ਵਰਗਾ ਗਰੀਬ ਬੰਦਾ ਧਰਤੀ ਤੇ ਨਹੀਂ ਹੈਗਾ। ਸਭ ਤੋਂ ਗਰੀਬ ਬੰਦਾ ਵਾ ਉਹ ਧਰਤੀ। ਜਦੋਂ ਇਨਸਾਨ ਦਾ ਜਨਮ ਮਿਲਿਆ, ਉਸਨੇ ਆਪਣੀ ਆਤਮਾ ਦੀ ਭਾਲ ਨਹੀਂ ਕੀਤੀ, ਖੋਜ ਨਹੀਂ ਕੀਤੀ, ਆਪਣੀ ਬੁੱਧੀ ਨੂੰ ਆਤਮਾ 'ਚ ਲੀਨ ਨਹੀਂ ਕੀਤਾ ਔਰ ਕੀਤੇ ਬਿਨਾਂ ਇਸ ਧਰਤੀ ਤੋਂ ਚਲ ਗਿਆ। ਉਸ ਬੰਦੇ ਵਰਗਾ ਨਿਰਧਨ ਬੰਦਾ ਧਰਤੀ ਤੇ ਨਹੀਂ ਹੈਗਾ। ਇਹ ਸੰਸਾਰ ਜਿਹੜਾ ਹੈ ਐਡਾ ਵਧੀਆ ਮੌਕਾ, ਜ਼ਿਆਦਾ ਖਲਾਰਾ ਪਾਉਣ ਦੀ ਲੋੜ ਨਹੀਂ। 1 ਘੰਟਾ ਆਪਣੇ ਆਪ ਨੂੰ ਦੇ ਦਿਓ ਬਸ। 2 ਮਹੀਨਿਆਂ ਦੇ ਬਾਅਦ ਆਪਣਾ ਜੀਵਨ ਵੇਖ ਲੈਣਾ, ਤੁਹਾਡਾ ਜੀਵਨ ਇੱਕਦਮ ਫਰਸ਼ ਤੋਂ ਅਰਸ਼ ਵੱਲ ਚੱਲ ਜਾਏ। ਬਹੁਤ ਜੀਵਨ ਦਾ ਤੇ ਠੀਕ ਹੈ ਜੀ ਸਰ। ਹਾਂਜੀ ਵੀਰ ਜੀ, ਬਸ ਬਹੁਤ ਹੈ ਜੀ।
ਤੇ ਉਹ ਸਾਧ ਸੰਗਤ ਜੀ ਅੱਜ ਇੱਕੋ ਹੀ ਲਫ਼ਜ਼ ਫੜ ਲਓ, ਜ਼ਿਆਦਾ ਉਲਝਣ ਦੀ ਲੋੜ ਨਹੀਂ। ਸਵੈ ਅਸਤ, ਆਪਣੇ ਆਪ ਤੇ ਤੁਸੀਂ ਸਥਿਤ ਹੋਣਾ। ਜੇ ਬਸ ਤੁਸੀਂ ਕਹੋਗੇ ਕਿ ਅਸੀਂ ਆਪਣੇ ਆਪ ਤੇ ਸਥਿਤ ਹਾਂ, ਪਰ ਨਹੀਂ, ਤੁਹਾਡਾ ਮਨ ਹੈ, ਮਨ ਤੇ ਤੁਹਾਨੂੰ ਸੰਸਾਰ ਨਾਲ ਬੰਨ ਕੇ ਬੈਠਾ। ਔਰ ਸੁਰਤੀ ਨੂੰ ਫੜਨਾ, ਸੁਰਤੀ ਨੂੰ ਧਿਆਨ ਸਿਮਰਨ ਦੀ ਮਦਦ ਨਾਲ ਰਾਤ ਨੂੰ ਹਰ ਦਿਨ ਤੁਹਾਨੂੰ ਨਿਰਵਿਚਾਰ ਸਮਾਧੀ 'ਚ ਪ੍ਰਵੇਸ਼ ਕਰਾਇਆ ਜਾਂਦਾ ਹੈ। ਔਰ ਸੰਗਤ ਦੇ ਵਿੱਚ ਆਮ ਬੰਦਾ ਹੀ ਨਿਰਵਿਚਾਰ ਹੋ ਜਾਂਦਾ ਹੈ, ਕਿਉਂਕਿ ਸੰਗਤ 'ਚ ਸ਼ਕਤੀ ਬਹੁਤ ਹੁੰਦੀ ਹੈ। ਜਦੋਂ ਆਪਾਂ ਸਟੂਡੈਂਟ ਬਣਦੇ ਹਾਂ, ਵਿਦਿਆਰਥੀ ਬਣਦੇ ਹਾਂ, ਤੇ ਪਰਮਾਤਮਾ ਤਾਂ ਹੀ ਭਾਗ ਲਾਉਂਦਾ ਹੈ। ਜਦੋਂ ਅਸੀਂ ਕੋਈ ਬਣ ਕੇ ਜਾਂਦੇ ਹਾਂ ਨਾ, ਤੇ ਫਿਰ ਬੜੀ ਗੜਬੜ, ਫਿਰ 100 ਸਾਲ ਕੀ ਲੱਖ ਕਰੋੜ ਸਾਲ ਵੀ ਲੱਗ ਸਕਦੇ। ਜਦੋਂ ਅਸੀਂ ਵਿਦਿਆਰਥੀ ਬਣ ਕੇ ਜਾਂਦੇ ਹਾਂ ਤੇ ਪਹਿਲੇ ਦਿਨ ਹੀ ਭਾਗ ਲੱਗ ਜਾਂਦੇ। ਤੋ ਇਸ ਹੰਕਾਰ ਨੂੰ ਹਮੇਸ਼ਾ ਹੀ ਦੂਰ ਰੱਖਣਾ ਹੈ ਕਿ ਮੈਨੂੰ ਕੁਝ ਪਤਾ ਹੈ, ਇਹ ਸੋਚਣਾ ਕਿ ਮੈਨੂੰ ਨਹੀਂ ਪਤਾ, ਛੇਤੀ ਭਾਗ ਲੱਗਣ। ਠੀਕ ਹੈ ਨਾ ਜੀ ਸਰ? ਹਾਂਜੀ ਗੁਰੂ ਜੀ, ਬਹੁਤ ਵਧੀਆ।